ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁੱਲੇ। ਸਤ ਦਾਰਾ ਸਿਓ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ। ਗੁਰੂ ਰਾਮਦਾਸ ਰਖਹੁ ਸਰਨਾਈ। ਇਕ ਅਰਦਾਸ ਭਾਟ ਕੀਰਤ ਕੀ। ਗੁਰੂ ਰਾਮਦਾਸ ਰਖਹੁ ਸਰਨਾਈ। ਕਉ ਨਿਭੈ ਨ ਕੋਇ। ਧਾਰਤਾ ਰਾਜੂ ਤੋਲੀਐ ਨਿਭੈ ਸੋ ਗੌਰਾ ਹੋਏ। ਅਪਰਾਧੀ ਦੂਣਾ ਨਿਭੈ ਜੋ ਹੰਤਾ ਮਿਰਗਾਹੇ। ਸੀਸ ਨਿਵਾਇਆ ਕਿਆ ਥੀਐ ਜਾ ਹਿਰਦੈ ਕੁਸੁਦੇ ਜਾਹੇ। ਸਿਮਲ ਰੁਖ ਸਰਾਇ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲ ਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਰਸ ਪਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਦਾ ਅੱਜ ਪਾਵਨ ਗੁਰਤਾ ਗੱਦੀ ਦਿਵਸ ਹੈ। ਕੇਵਲ ਸੰਖੇਪ ਰੂਪ ਦੇ ਵਿੱਚ ਵਿਚਾਰ ਕਰਕੇ ਫਿਰ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜਾਂਗੇ।
ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਹਜੂਰ ਦੇ ਗੁਰਬਾਣੀ ਅੰਦਰ ਅਸੀਂ ਮੁੱਖ ਵਾਕ ਪੜ੍ਹਦੇ ਹਾਂ। ਜਿਸ ਵੀ ਜੀਵ ਨੇ ਗੁਰੂ ਘਰ ਦੇ ਵੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਹੈ, ਤਿਨਾਂ ਨੇ ਲੋਕ ਪਰਲੋਕ ਦੇ ਵੀ ਸੱਚਾ ਮਾਣ ਪ੍ਰਾਪਤ ਕੀਤਾ ਹੈ। ਸੇਵਾ ਵੀ ਮਨੁੱਖ ਤਨ ਕਰਕੇ ਕਰਦਾ ਹੈ, ਕੋਈ ਮਨ ਕਰਕੇ ਅਤੇ ਕੋਈ ਧਨ ਕਰਕੇ ਕਰਦਾ ਹੈ। ਜਿਵੇਂ ਦੀ ਕਿਸੇ ਨੂੰ ਪਰਮਾਤਮਾ ਨੇ ਸਮਰੱਥਾ ਬਖਸ਼ੀ ਹੈ, ਜਿਹੋ ਜਿਹੀ ਕਿਸੇ ਕੋਲ ਯਥਾ ਸ਼ਕਤ ਸਮਰੱਥਾ ਹੈ, ਜਿੰਨਾ ਕੋ ਬਲ ਪਰਮਾਤਮਾ ਨੇ ਦਿੱਤਾ ਹੈ, ਉਸੇ ਅਨੁਸਾਰ ਹੀ ਮਨੁੱਖ ਸੇਵਾ ਕਰਦਾ ਹੈ। ਕੋਈ ਮਨੁੱਖਤਾ ਦੇ ਭਲੇ ਵਾਸਤੇ ਲੱਗਾ ਹੈ, ਕੋਈ ਗੁਰੂ ਘਰ ਦੇ ਵਿੱਚ ਸੰਗਤ ਦੀ ਸੇਵਾ ਕਰਦਾ ਪਿਆ ਹੈ, ਕੋਈ ਗੁਰੂ ਚਰਨਾਂ ਦੀ ਸੇਵਾ ਕਰ ਰਿਹਾ ਹੈ। ਗਰੀਬ ਨਵਾਜ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਹਨ, ਜਿਨ ਸੇਵਿਆ ਤਿਨ ਪਾਇਆ ਮਾਨ। ਕਿਉਂਕਿ ਸੇਵਾ ਕਰਨੀ ਬੜੀ ਔਖੀ ਹੈ। ਜਿਨ੍ਹਾਂ ਨੇ ਭਾਵਨਾ ਸਹਿਤ ਨਿਮਰਤਾਵਾਨ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ, ਤਿਨਾਂ ਨੇ ਪਰਮ ਤੇ ਸਭ ਤੋਂ ਉੱਚਾ ਮਾਣ ਪ੍ਰਾਪਤ ਕੀਤਾ। ਉਹ ਕੈਸਾ ਮਾਣ ਹੈ? ਅਕਾਲ ਪੁਰਖ ਵਾਹਿਗੁਰੂ ਜੀ ਦੇ ਸਵਰੂਪ ਦਾ ਮਾਣ, ਪਰਮੇਸ਼ਰ ਦਾ ਸਰੂਪ ਹੀ ਪ੍ਰਾਪਤ ਹੋ ਜਾਣਾ। ਐਸਾ ਮਾਣ ਹੋਰ ਕਿਸੇ ਵੀ ਸੰਸਾਰ ਦੇ ਸਾਧਨ ਕਰਨ ਦੇ ਨਾਲ ਕਿਤੇ ਪ੍ਰਾਪਤ ਨਹੀਂ ਹੋ ਸਕਦਾ। ਜੈਸਾ ਮਾਣ ਗੁਰੂ ਚਰਨਾਂ ਦੀ ਸੇਵਾ ਕਰਕੇ ਸਤਿਗੁਰੂ ਜੀ ਦਾ ਹੀ ਸਰੂਪ ਪ੍ਰਾਪਤ ਕਰਨ ਦੇ ਵਿੱਚ ਹੋ ਜਾਂਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ, ਹਜੂਰ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਕੇ ਮਹਾਨ ਸੇਵਾਵਾਂ ਨੂੰ ਨਿਭਾਇਆ। ਛੋਟੀ ਆਰਬਲਾ ਦੇ ਵਿੱਚ ਹੀ ਆਪ ਜੀ ਸਤਿਗੁਰੂ ਜੀ ਦੀ ਹਜ਼ੂਰੀ ਪਹੁੰਚ ਗਏ ਸੀ। ਮਾਤਾ ਪਿਤਾ ਭਾਵੇਂ ਸਦੀਵੀ ਵਿਛੋੜਾ ਦੇ ਗਏ ਸਨ, ਸਰੀਰ ਕਰਕੇ ਸੱਚਖੰਡ ਪਿਆਨਾ ਕਰ ਗਏ ਸੀ, ਪਰ ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਆ, ਇਤਨਾ ਜ਼ਿਆਦਾ ਪਿਆਰ ਗੁਰੂ ਚਰਨਾਂ ਦੇ ਵਿੱਚੋਂ ਪ੍ਰਾਪਤ ਹੋਇਆ ਕਿ ਕਦੇ ਮਾਤਾ ਪਿਤਾ ਦਾ ਵੀ ਚੇਤਾ ਤੱਕ ਨਹੀਂ ਆਇਆ। ਨਹੀਂ ਤੇ ਸਤ ਸੰਗਤ ਜੀ, ਮਾਤਾ ਪਿਤਾ ਦਾ ਵਿਛੋੜਾ ਅਸਹਿ ਵਿਛੋੜਾ ਹੈ। ਐਸਾ ਅਸਹਿ ਦੁੱਖ ਹੈ ਕਿ ਮਨੁੱਖ ਬਾਰ-ਬਾਰ ਫਿਰ ਆਲਬਰਾ ਵੀ ਛੋਟੀ ਹੋਵੇ, ਛੋਟੀ ਉਮਰ ਦੇ ਵਿੱਚ ਮਾਤਾ ਪਿਤਾ ਨੂੰ ਚੇਤੇ ਕਰ ਕਰਕੇ ਰੋਂਦਾ। ਪਰ ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ, ਗੁਰੂ ਕੀ ਸੰਗਤ ਦਾ ਪਿਆਰ ਜਿਸ ਹਿਰਦੇ ਅੰਦਰ ਲੱਗ ਜਾਂਦਾ, ਉਹਨੂੰ ਫਿਰ ਦੁਨੀਆ ਦਾ ਮੋਹ ਵੀ ਕਦਾਚਿਤ ਛੁਡਾ ਨਹੀਂ ਸਕਦਾ। ਮੋਹ ਕਰਕੇ, ਸਰੀਰਾਂ ਦੇ ਮੋਹ ਕਰਕੇ ਉਹਨੂੰ ਦੁਖੀ ਨਹੀਂ ਹੋਣਾ ਪੈਂਦਾ। ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਾ। ਐਸੇ ਗਰੀਬ ਨਵਾਜ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ, ਹਜੂਰ ਨੇ ਸਤਿਗੁਰੂ ਜੀ ਦੇ ਆਗੇ ਵਿੱਚ ਰਹਿ ਕੇ ਸੇਵਾ ਕੀਤੀ ਹੈ। ਇਹ ਗੁਰ ਇਤਿਹਾਸ ਅੰਦਰ ਜ਼ਿਕਰ ਆਉਂਦਾ, ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਸੇਵਾ ਕਰਾਉਂਦੇ ਸਨ ਬੌਲੀ ਸਾਹਿਬ ਦੀ ਗੋਇੰਦਵਾਲ ਸਾਹਿਬ ਵਿਖੇ, ਤੇ ਜਦੋਂ ਮਿੱਟੀ ਭਰ ਕੇ ਬਾਹਰ ਸੁੱਟਣ ਦੇ ਵਾਸਤੇ ਜਾਂਦੇ, ਤੇ ਕਈ ਵਾਰ ਸਿੱਖਾਂ ਨੇ ਮਖੌਲ ਦੇ ਨਾਲ ਟੋਕਰਾ ਜ਼ਿਆਦਾ ਮਿੱਟੀ ਦਾ ਭਰ ਦੇਣਾ, ਪਰ ਆਪ ਜੀ ਨੇ ਕਦਾਚਿਤ ਵੀ ਕਿਸੇ ਸਿੱਖ ਤੇ ਗਿਲਾ ਨਹੀਂ ਕੀਤਾ, ਨਾ ਸਤਿਗੁਰੂ ਜੀ ਦੇ ਕੋਲ ਸ਼ਿਕਾਇਤ ਕੀਤੀ ਸੀ। ਸਗੋਂ ਚਾਅ ਦੇ ਨਾਲ, ਉਤਸ਼ਾਹ ਦੇ ਸਿੱਧ ਹੋ ਕਰਕੇ ਬੜੇ ਉਦਮ ਦੇ ਨਾਲ ਸੇਵਾ ਕਰਦੇ। ਨੇਤਰਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹੀ ਦੇ ਦੀਦਾਰ ਕਰਦੇ, ਮੁਖ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੀ ਸਿਮਰਨ ਕਰਦੇ ਰਹਿੰਦੇ। ਔਰ ਸਿਰ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦੇ ਉੱਪਰ ਆਕਾਰ ਦਾ ਭਰਿਆ ਹੋਇਆ ਟੋਕਰਾ ਲੈ ਕਰਕੇ ਕਾਹਲੀ ਦੇ ਨਾਲ ਸੁੱਟ ਕੇ ਫਿਰ ਦੁਬਾਰਾ ਵਾਪਸ ਆਉਣਾ। ਸਾਧ ਸੰਗਤ ਜੀ, ਜਦੋਂ ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਸਿੱਖ ਦੇ ਹਿਰਦੇ ਅੰਦਰ ਲੱਗ ਜਾਂਦਾ ਹੈ ਨਾ, ਇਹ ਨਿਸ਼ਾਨੀ ਹੈ। ਉਦੋਂ ਸੰਸਾਰ ਦੀ ਲੱਜਾ, ਕਾਨ ਕਨੋਟ ਵੀ ਮਨੁੱਖ ਦੇ ਹਿਰਦਿਓਂ ਦੂਰ ਹੋ ਜਾਂਦੀ ਹੈ। ਨਹੀਂ ਤਾਂ ਮਨੁੱਖ ਆਪਣੇ ਰਿਸ਼ਤੇਦਾਰੀਆਂ, ਸਖੀ ਸੰਬੰਧੀਆਂ ਦੀ ਲੱਜਾ ਕਰਦਾ ਰਹਿੰਦਾ ਹੈ ਕਿ ਲੋਕ ਕੀ ਮੈਨੂੰ ਆਖਣਗੇ।
ਭਾਵੇਂ ਸਤ ਸੰਗਤ ਜੀ ਬੀਬੀ ਭਾਨੀ ਜੀ ਦੇ ਨਾਲ ਆਨੰਦ ਕਾਰਜ ਵੀ ਹੋ ਚੁੱਕਾ ਸੀ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਸਪੁੱਤਰੀ ਦੇ ਨਾਲ। ਪਰ ਫਿਰ ਵੀ ਕਦੇ ਆਪਾਂ ਨਹੀਂ ਸੀ ਜਣਾਇਆ ਕਿ ਮੈਂ ਰਿਸ਼ਤੇਦਾਰੀ ਵਿੱਚੋਂ ਸਤਿਗੁਰੂ ਜੀ ਦਾ ਜਵਾਈ ਹਾਂ। ਪਹਿਲਾਂ ਵਾਲੀ ਨਿਮਰਤਾ ਹੀ ਧਾਰਨ ਕਰਕੇ ਰੱਖੀ ਸੀ, ਜਿਵੇਂ ਪਹਿਲਾਂ ਦਾਸ ਬਣ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਦੇ ਸਨ। ਗੁਰ ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਭਾਵੇਂ ਲਾਹੌਰ ਤੋਂ ਕੋਈ ਸਖੇ ਸੰਬੰਧੀ ਵੀ ਜਲ ਕਰਕੇ ਆਏ ਸਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ, ਤਿਨਾਂ ਨੇ ਕੁਝ ਐਸੇ ਵੀ ਆਪਣੇ ਮੁਖ ਤੋਂ ਲਫ਼ਜ਼ ਕਹੇ ਸਤਿਗੁਰੂ ਜੀ ਨੂੰ ਕਿ ਤੁਸੀਂ ਇਹਨਾਂ ਦੇ ਜਮਾਈ ਹੋ, ਫਿਰ ਵੀ ਇਹਨਾਂ ਦੇ ਘਰ ਪਾਣੀ ਭਰਦੇ ਪਏ ਹੋ, ਸੇਵਾ ਕਰਦੇ ਪਏ ਹੋ। ਔਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਜਾਣ ਲੱਗੇ ਕੋਈ ਸ਼ਬਦ ਬੋਲ ਕਰਕੇ ਗਏ ਸਨ। ਜਦੋਂ ਸੇਵਾ ਕਰ ਰਹੇ ਸੀ ਤੇ ਮਹਾਰਾਜ ਸਾਹਿਬ ਜੀ ਦੇ ਜਿਹੜੇ ਤਨ ਤੇ ਪਹਿਨੇ ਹੋਏ ਬਸਤਰ ਸਨ ਉਹ ਘੱਟੇ ਮਿੱਟੀ ਦੇ ਨਾਲ ਸਾਧ ਸੰਗਤ ਜੀ ਲੱਥ-ਪੱਥ ਹੋਏ ਸਨ। ਤੇ ਦੇਖ ਕਰਕੇ ਲਾਹੌਰ ਤੋਂ ਆਏ ਹੋ ਜਿਹੜੇ ਕੋਈ ਸੰਬੰਧੀ ਸਨ, ਸ਼ਰੀਕ ਸਨ, ਉਹਨਾਂ ਤੋਂ ਰਿਹਾ ਨਾ ਗਿਆ। ਉਹ ਜਿੱਦਾਂ ਦੀ ਬੁੱਧੀ ਦੇ ਤਲ ਦੀ ਜ਼ਿੰਦਗੀ ਜਿਉਣ ਵਾਲੇ ਸਨ, ਜਿੰਨੀ ਕੁ ਉਹਨਾਂ ਨੂੰ ਸਮਝ ਸੀ ਦੁਨੀਆਦਾਰੀ ਰੱਖਣ ਵਾਲਿਆਂ ਨੂੰ, ਉਹਨਾਂ ਨੇ ਉਸੇ ਤਰ੍ਹਾਂ ਹੀ ਸਤ ਸੰਗਤ ਜੀ ਵਚਨ ਕੀਤਾ ਕਿ ਇਹ ਵੀ ਨਹੀਂ ਤੁਹਾਨੂੰ ਚਾਹੀਦਾ ਮਹਾਰਾਜ, ਤੁਸੀਂ ਤਾਂ ਜੋ ਆਪਣੇ ਜਵਾਈ ਤੋਂ ਮਹਾਰਾਜ ਇੱਥੇ ਕੰਮ ਕਰਾਉਂਦੇ ਪਏ ਹੋ ਉਹ ਸੇਵਾ ਨੂੰ ਵੀ ਕੰਮ ਆਖਦੇ ਆ। ਕਿਉਂਕਿ ਜਿਹੜਾ ਦੁਨਿਆਵੀ ਮਨੁੱਖ ਹੈ ਨਾ, ਉਹ ਗੁਰੂ ਘਰ ਦੀ ਜਾਂ ਗੁਰੂ ਚਰਨਾਂ ਦੀ ਸੇਵਾ, ਗੁਰੂ ਕੀ ਸੰਗਤ ਸੇਵਾ ਨੂੰ ਕਹਿੰਦੇ ਕਿ ਇੱਥੇ ਕੰਮ ਕਰਾਉਂਦੇ ਆ, ਪਰ ਇਹ ਕੰਮ ਨਹੀਂ, ਇਹ ਸੇਵਾ। ਕੰਮ ਤਾਂ ਮਨੁੱਖ ਦੁਨੀਆ ਤੇ ਕਰਦਾ ਹੈ, ਘਰਾਂ ਦੇ ਕੰਮਾਂ ਕਾਜ ਕਰਦਾ ਹੈ, ਜਾਂ ਫਿਰ ਕਿਸੇ ਤੋਂ ਪੈਸੇ ਲੈ ਕਰਕੇ ਸਾਧ ਸੰਗਤ ਜੀ ਕੰਮ ਕਾਰਜ ਕੀਤੇ ਜਾਂਦੇ ਆ। ਗੁਰੂ ਚਰਨਾਂ ਦੀ, ਗੁਰੂ ਕੀ ਸੰਗਤ ਦੀ ਇਹ ਸੇਵਾ ਹੁੰਦੀ ਹੈ। ਪਰ ਅਗਿਆਤ ਹੋਣੀ ਕਰਕੇ ਇਦਾਂ ਦੇ ਲਫ਼ਜ਼ ਕਹੇ ਸਨ ਕਿ ਮਹਾਰਾਜ ਇੱਥੇ ਤੁਸੀਂ ਇਹਨਾਂ ਤੋਂ ਕੰਮ ਕਰਾਉਂਦੇ ਪਏ ਹੋ। ਤੇ ਪਰ ਭਾਵੇਂ ਹਿਰਦੇ ਨੂੰ ਡਲਾਉਣ ਵਾਲੇ ਵਚਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਵੀ ਕੀਤੇ ਸਨ, ਪਰ ਸਾਧ ਸੰਗਤ ਜੀ ਥੋੜੇ ਜਿੰਨੇ ਵੀ ਮਨ ਦੇ ਵਿੱਚ ਕਿਸੇ ਪ੍ਰਕਾਰ ਕੋਈ ਕਟਾਕਸ਼, ਕੋਈ ਸ਼ੰਕਾ ਨਹੀਂ ਪੈਦਾ ਹੋਇਆ। ਰਾਈ ਮਾਤਰ ਵੀ ਹਿਰਦਾ ਡੋਲਿਆ ਨਹੀਂ। ਹਿਰਦੇ ਦੀ ਅਡੋਲਤਾ ਬਣਾ ਕਰਕੇ ਰੱਖੀ ਹੈ ਕਿ ਜਿਵੇਂ ਪਹਿਲਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਦਾਸ ਸਾਂ, ਗੁਰੂ ਘਰ ਦੇ ਸਿੱਖ ਸੀ, ਹੁਣ ਵੀ ਅਸੀਂ ਉਸੇ ਤਰ੍ਹਾਂ ਹੀ ਸਿੱਖ ਰੂਪ ਦੇ ਵਿੱਚ ਹੀ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੇ ਹਾਂ। ਥੋੜਾ ਜਿੰਨਾ ਵੀ ਹਿਰਦਾ ਡੋਲਿਆ ਨਹੀਂ ਸੀਗਾ। ਭਾਵੇਂ ਸਾਕ ਸੰਬੰਧੀਆਂ ਨੇ ਬੜਾ ਯਤਨ ਕੀਤਾ ਸੀ ਹਿਰਦੇ ਨੂੰ ਡਲਾਉਣ ਦੇ ਵਾਸਤੇ ਕਿ ਚਲੋ ਤੁਹਾਨੂੰ ਲਾਹੌਰ ਲੈ ਜਾਣੇ, ਵਾਪਸ ਲੈਣ ਵਾਸਤੇ ਆਏ ਆ, ਪਰ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਛੱਡ ਕਰਕੇ ਫਿਰ ਵੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਲਾਹੌਰ ਨਹੀਂ ਸਨ ਗਏ। ਕਿਉਂਕਿ ਜਿਸ ਹਿਰਦੇ ਅੰਦਰ ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ, ਉਹ ਫਿਰ ਆਪ ਹਾਰੇ ਹੋ ਕਰਕੇ ਬੇਨਤੀਆਂ ਕਰਦਾ, ਮਹਾਰਾਜ ਕੋਈ ਭਲਾ ਕਹਾਓ ਭਾਵੇਂ ਬੁਰਾ ਕਹਾਓ, ਹਮ ਤਨ ਦੀਓ ਹੈ ਢਾਰ। ਮਹਾਰਾਜ ਕੋਈ ਸਾਨੂੰ ਚੰਗਾ ਕਹੀ ਜਾਵੇ, ਮੰਦਾ ਕਹੀ ਜਾਵੇ, ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ। हे ਗਰੀਬ ਨਵਾਜ, ਕੇਵਲ ਆਪ ਜੀ ਦੇ ਚਰਨਾਂ ਦਾ ਪਿਆਰ ਸਾਡੇ ਹਿਰਦੇ ਨੂੰ ਭਾਉਂਦਾ ਹੈ। ਮਹਾਰਾਜ ਆਪ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜ ਕਰਕੇ ਰੱਖੋ। ਉਹ ਸਿੱਖ ਫਿਰ ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਹੋ ਕੇ ਬੇਨਤੀਆਂ ਕਰਦੇ ਹਨ। ਤੇ ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ ਨਿਮਰਤਾ ਦੀ ਪ੍ਰਧਾਨਤਾ ਹੈ ਤੇ ਐਸੇ ਨਿਮਰਤਾ ਦੇ ਪੁੰਜ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਭਾਵੇਂ ਰਿਸ਼ਤੇਦਾਰੀ ਦੇ ਵਿੱਚੋਂ ਜਵਾਈ ਵੀ ਹਨ, ਔਰ ਬੀਬੀ ਦਾਨੀ ਜੀ ਦੇ ਪਤੀ ਭਾਈ ਰਾਮਾ ਜੀ ਔਰ ਬੀਬੀ ਭਾਨੀ ਜੀ ਦੇ ਪਤੀ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਤੇ ਸਤਿਗੁਰੂ ਜੀ ਦੇ ਦੋ ਸਾਹਿਬਜ਼ਾਦੇ ਹਨ, ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ। ਸੰਗਤ ਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਨਾ ਰਹਿ ਜਾਵੇ, ਕੋਈ ਭਰਮ ਨਾ ਪੈਦਾ ਹੋ ਜਾਵੇ, ਇਸ ਕਰਕੇ ਸੰਗਤ ਦੇ ਸਾਹਮਣੇ ਮਹਾਰਾਜ ਕਸਵੱਟੀਆਂ ਲਾਉਂਦੇ ਰਹੇ ਹਨ। ਭਾਵੇਂ ਅੰਤਰਜਾਮੀ ਸਤਿਗੁਰੂ ਜੀ ਨੂੰ ਪਤਾ ਸੀ ਕਿ ਸਾਡੇ ਦੋਨੋਂ ਹੀ ਸਾਹਿਬਜ਼ਾਦੇ ਯੋਗ ਨਹੀਂ ਹਨ ਗੁਰਤਾ ਗੱਦੀ ਦੇ, ਪਰ ਸੰਗਤ ਦੇ ਮਨਾਂ ਦੇ ਸ਼ੰਕੇ ਦੂਰ ਕਰਨ ਦੇ ਵਾਸਤੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕੋਈ ਨਾ ਕੋਈ ਕਸਵੱਟੀ ਲਾਉਂਦੇ ਹੀ ਰਹਿੰਦੇ ਸਨ। ਤੇ ਹਰ ਇੱਕ ਕਸਵੱਟੀ ਦੇ ਵਿੱਚੋਂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਪੂਰੇ ਉਤਰਦੇ ਰਹੇ ਹੈ।
ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਮਹਾਰਾਜ ਸਾਹਿਬ ਜੀ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਬਣਵਾਉਣ ਦੀ ਸੇਵਾ ਕਰਵਾ ਰਹੇ ਸਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਜਿੱਥੇ 84 ਪੌੜੀਆਂ ਵਾਲੀ ਬੌਲੀ ਤਿਆਰ ਕਰਵਾਈ ਹੈ ਸਤਿਗੁਰੂ ਜੀ ਨੇ, 84 ਕੱਟਣ ਦਾ ਵਰਦਾਨ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ। ਅੱਜ ਵੀ ਭਾਵਨਾ ਵਾਲੇ ਸਿੱਖ ਜਾ ਕੇ ਸਣੇ ਕੇਸੀ ਇਸ਼ਨਾਨ ਕਰ ਕਰਕੇ ਇੱਕ ਇੱਕ ਪੌੜੀ ਤੇ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਕਰਦੇ ਆ, ਅਤੇ ਉਸ ਬੌਲੀ ਦੇ ਵਿੱਚੋਂ ਸਾਧ ਸੰਗਤ ਜੀ ਸਣੇ ਕੇਸੀ ਇਸ਼ਨਾਨ ਕਰਨਾ, ਟੁੱਭਾ ਲਾਉਣਾ ਤੇ ਫਿਰ ਦੂਜੀ ਪੌੜੀ ਤੇ ਜਪਜੀ ਸਾਹਿਬ ਦਾ ਪਾਠ ਕਰਨਾ। ਇਵੇਂ ਇੱਕ ਇੱਕ ਪੌੜੀ ਤੇ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਤੇ ਇੱਕ ਇੱਕ ਵਾਰ ਸਣੇ ਕੇਸੀ ਟੁੱਭਾ ਲਾ ਕੇ ਮਹਾਰਾਜ ਜੀ ਨੇ ਵਰਦਾਨ ਬਖਸ਼ਿਆ ਕਿ ਸਿੱਖ ਦੀ 84 ਦੀ ਕੱਟੀ ਜਾਵੇਗੀ, 84 ਦਾ ਗੇੜਾ ਮੁੱਕ ਜਾਵੇਗਾ, ਜੇ ਭਾਵਨਾ ਦੇ ਨਾਲ ਇਹ ਸਾਡਾ ਵਚਨ ਮੰਨ ਕਰਕੇ ਇੱਥੇ ਗੁਰਬਾਣੀ ਪੜ੍ਹੇਗਾ, ਸਣੇ ਕੇਸੀ ਇਸ਼ਨਾਨ ਕਰੇਗਾ। ਉਸੇ ਬੌਲੀ ਦੀ ਸੇਵਾ ਕਰਵਾ ਰਹੇ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਤੇ ਸਤਿਗੁਰੂ ਜੀ ਨੇ ਇਹ ਪ੍ਰੀਖਿਆ ਲੈਣ ਦੇ ਵਾਸਤੇ ਹੁਕਮ ਕੀਤਾ। ਹਜੂਰ ਨੇ ਆਪਣੇ ਸਾਹਿਬਜ਼ਾਦਿਆਂ ਜੀ ਨੂੰ ਵੀ ਵਚਨ ਕੀਤਾ, ਕਿਉਂਕਿ ਬਾਬਾ ਮੋਹਨ ਜੀ ਤਾਂ ਅਲਮਸਤ ਸੁਭਾਅ ਦੇ ਸਨ, ਤੇ ਬਾਬਾ ਮੋਹਰੀ ਜੀ ਦੂਜੇ ਹਨ ਭਾਈ ਰਾਮਾ ਜੀ, ਤੇ ਫਿਰ ਗੁਰੂ ਰਾਮਦਾਸ ਸਾਹਿਬ ਮਹਾਰਾਜ। ਇਹ ਸਤਿਗੁਰੂ ਜੀ ਦੇ ਪਾਸ ਬੈਠੀ ਤੇ ਹਜੂਰ ਨੇ ਹੁਕਮ ਕੀਤਾ ਕਿ ਤੁਸੀਂ ਆਪੋ ਆਪਣੇ ਤੜੇ ਤਿਆਰ ਕਰੋ, ਉਸ ਥੜੇ ਦੇ ਉੱਪਰ ਅਸੀਂ ਬੈਠਾਂਗੇ ਜਿਹੜਾ ਸਾਡੇ ਮਨ ਨੂੰ ਚੰਗਾ ਲੱਗੇਗਾ, ਜਿਹੜਾ ਸਾਨੂੰ ਪਸੰਦ ਆਵੇਗਾ, ਬਾਕੀ ਦੇ ਥੜੇ ਧਾ ਦਿੱਤੇ ਜਾਣਗੇ। ਤੇ ਬਾਬਾ ਮੋਹਰੀ ਜੀ ਨੇ ਤਾਂ ਪਹਿਲੇ ਮਨ ਵਿੱਚ ਵਿਚਾਰ ਕਰਕੇ ਇਹ ਸੇਵਾ ਦੇ ਵਿੱਚ ਭਾਗ ਹੀ ਨਹੀਂ ਲਿਆ ਕਿ ਜੇ ਥੜਾ ਰੱਖਣਾ ਇੱਕ ਹੈ ਤੇ ਦੋ ਦੋ ਤਿੰਨ ਤਿੰਨ ਤਿਆਰ ਕਰਨ ਦੀ ਕੀ ਲੋੜ ਹੈ। ਉਹਨਾਂ ਨੇ ਇਹ ਸੇਵਾ ਦੇ ਵਿੱਚ ਭਾਗ ਹੀ ਨਹੀਂ ਸੀਗਾ ਲਿਆ। ਤੇ ਸਤਿਗੁਰੂ ਜੀ ਦੇ ਦੋਨੋਂ ਹੀ ਰਿਸ਼ਤੇਦਾਰੀ, ਦੁਨਿਆਵੀ ਰਿਸ਼ਤੇਦਾਰੀ ਦੇ ਵਿੱਚੋਂ ਜਮਾਈ ਬਾਬਾ ਰਾਮਾ ਜੀ ਤੇ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਵੇਰ ਦੇ ਸਮੇਂ ਤੋਂ ਲੱਗਦੇ ਥੜੇ ਤਿਆਰ ਕਰਦੇ, ਤੇ ਸ਼ਾਮ ਦੇ ਸਮੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਆ ਕੇ ਦੇਖਦੇ ਆ, ਕਹਿੰਦੇ ਨਹੀਂ ਇੱਥੋਂ ਵਿੰਗਾ ਬਣਿਆ, ਇੱਥੋਂ ਟੇਢਾ ਹੋ ਗਿਆ, ਇਹ ਸਹੀ ਤਰ੍ਹਾਂ ਥੜੇ ਨਹੀਂ ਤਿਆਰ ਹੋਏ, ਫਿਰ ਢਵਾ ਦੇਂਦੇ। ਦੂਜਾ ਦਿਨ ਫਿਰ ਚੜਿਆ, ਥੜੇ ਤਿਆਰ ਕੀਤੇ ਗਏ, ਸ਼ਾਮ ਦੇ ਸਮੇਂ ਫਿਰ ਮਹਾਰਾਜ ਸਾਹਿਬ ਜੀ ਨੇ ਢਹਾ ਦਿੱਤੇ। ਤੀਜੇ ਦਿਨ ਫਿਰ ਇਸੇ ਤਰ੍ਹਾਂ ਹੋਇਆ, ਤੇ ਚੌਥੇ ਦਿਨ ਭਾਈ ਰਾਮਾ ਜੀ ਸਾਧ ਸੰਗਤ ਜੀ ਜਿਹੜਾ ਮਨ ਦਾ ਹੌਸਲਾ ਸੀ ਨਾ ਛੱਡ ਗਏ। ਇਹ ਮੁਖ ਦੇ ਵਿੱਚ ਇਦਾਂ ਦਾ ਵਚਨ ਕਰਕੇ ਕਿ ਮਤ ਚੱਲੀ ਜੇ ਬੁੱਢਾ ਹੋਵੇ, ਕਿ ਜਿਹੜਾ ਮਨੁੱਖ ਬੁੱਢਾ ਹੋ ਜਾਂਦਾ, ਬਿਰਧ ਅਵਸਥਾ ਆ ਜਾਂਦੀ, ਉਹਦੀ ਮਤ ਚਲੀ ਜਾਂਦੀ ਹੈ, ਮਤ ਉਹਦੀ ਵਿਚਲ ਜਾਂਦੀ ਹੈ। ਸਤਿਗੁਰੂ ਜੀ ਨੂੰ ਬੁੱਢੇ ਕਰਕੇ, ਮਹਾਰਾਜ ਸਾਹਿਬ ਜੀ ਨੂੰ ਬਜ਼ੁਰਗ ਜਾਣ ਕਰਕੇ ਕਿ ਵਡੇਰੀ ਆਰਬਲਾ ਹੋ ਗਈ ਹੈ, ਤੇ ਇਹਨਾਂ ਨੂੰ ਪਤਾ ਨਹੀਂ ਲੱਗਦਾ। ਇਸ ਕਰਕੇ ਬਣਾਉਣਾ ਤਾਂ ਮੈਂ ਸਹੀ ਹਾਂ ਬੜੇ ਸੋਹਣੇ ਢੰਗ ਦੇ ਨਾਲ, ਪਰ ਸਤਿਗੁਰੂ ਜੀ ਨੂੰ ਪਤਾ ਨਹੀਂ ਚੱਲਦਾ, ਇਸ ਕਰਕੇ ਥੜਾ ਫਿਰ ਢਵਾ ਦਿੰਦੇ ਹੈ। ਪਰ ਧੰਨ ਹਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਹਜੂਰ ਨੇ ਸਾਧ ਸੰਗਤ ਜੀ ਆਪਣਾ ਹੌਸਲਾ ਨਹੀਂ ਛੱਡਿਆ। ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ 7 ਵਾਰ ਥੜਾ ਤਿਆਰ ਕੀਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ, 7 ਵਾਰ। ਜਦੋਂ 7ਵੀਂ ਵਾਰ ਸ਼ਾਮ ਦੇ ਸਮੇਂ ਆ ਕੇ ਥੜਾ ਦੇਖਿਆ, ਤੇ ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਪਹਿਲਾਂ ਵਾਂਗੀ ਵਚਨ ਕੀਤਾ ਕਿ ਪੁਰਖਾ ਇਹ ਥੜਾ ਸਾਡੇ ਬੈਠਣ ਦੇ ਯੋਗ ਨਹੀਂ ਹੈ, ਇਹ ਸਾਡੇ ਪਸੰਦ ਨਹੀਂ ਹੈ, ਸਾਡੇ ਮਨ ਨੂੰ ਚੰਗਾ ਨਹੀਂ ਲੱਗਾ, ਜਿਵੇਂ ਅਸੀਂ ਚਾਹੁੰਦੇ ਹਾਂ ਉਸ ਤਰ੍ਹਾਂ ਇਹ ਥੜਾ ਤਿਆਰ ਨਹੀਂ ਹੋ ਸਕਿਆ। ਤੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਆਪਣਾ ਸੀਸ ਰੱਖ ਦਿੱਤਾ, ਤੇ ਵਿਰਾਗ ਦੇ ਵੇਗ ਵਿੱਚ ਆ ਕੇ ਹੱਥ ਜੋੜ ਕੇ ਬੇਨਤੀ ਕਰਦੇ, ਮਹਾਰਾਜ ਜਿਵੇਂ ਤੁਸੀਂ ਇੱਛਾ ਕਰਦੇ ਹੋ ਨਾ, ਜਿੱਦਾਂ ਦਾ ਆਪ ਜੀ ਥੜਾ ਬਣਾਉਣਾ ਚਾਹੁੰਦੇ ਹੋ, ਮਹਾਰਾਜ ਮੈਂ ਤੁਸ਼ ਬੁੱਧੀ ਵਾਲਾ ਜੀਵ ਭਲਾ ਕਿਵੇਂ ਉਦਾਂ ਤਿਆਰ ਕਰ ਸਕਦਾ ਹਾਂ। ਤੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੇ ਆਪ ਜੀ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਤੇ ਸੇਵਾ ਕਰਨ ਦੀ ਇਜਾਜ਼ਤ ਵੀ ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਬਖਸ਼ੋ। ਮਹਾਰਾਜ ਸਾਡੇ ਕੋਲ ਉਨੀ ਮਤ ਨਹੀਂ ਹੈ, ਜਿਵੇਂ ਆਪ ਜੀ ਸੋਚਦੇ ਪਏ ਹੋ, ਵਿਚਾਰਦੇ ਪਏ, ਜਿੱਦਾਂ ਦਾ ਥੜਾ ਤਿਆਰ ਕਰਨਾ ਚਾਹੀਦਾ ਉਦਾਂ ਦਾ ਕਰ ਸਕਾਂ, ਕਿਰਪਾ ਕਰਕੇ ਮਹਾਰਾਜ ਸਮੱਤ ਵੀ ਬਖਸ਼ੋ ਨਾ। ਜਦੋਂ ਇਹ ਗਰੀਬ ਨਵਾਜ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ, ਤੇ ਮਹਾਰਾਜ ਸਾਹਿਬ ਜੀ ਨੇ ਘੁੱਟ ਕੇ ਛਾਤੀ ਦੇ ਨਾਲ ਲਾ ਲਿਆ,
ਤੇ ਸੰਗਤ ਦੇ ਵਿੱਚ ਗਰੀਬ ਨਵਾਜ ਸਤਿਗੁਰੂ ਜੀ ਨੇ ਗੁਰਤਾ ਗੱਦੀ ਦੀ ਦਾਤ ਬਖਸ਼ੀ ਹੈ। ਜਿੰਨੀਆਂ ਵੀ ਮਹਾਰਾਜ ਪਰਖਾਂ ਕਰਦੇ ਰਹੇ ਹੈ, ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਹੀ ਉਹਨਾਂ ਪਰਖਾਂ ਦੇ ਵਿੱਚ ਕਸਵੱਟੀ ਤੇ ਪੂਰੇ ਉਤਰਦੇ ਰਹੇ ਹਨ। ਤੇ ਜਦੋਂ ਸਮਾਂ ਆਇਆ ਗੁਰਿਆਈ ਦੀ ਦਾਤ ਬਖਸ਼ਿਸ਼ ਕਰਨੇ ਦਾ, ਸੰਮਤ 1661 ਬਿਕਰਮੀ ਭਾਦਰੋਂ ਸੁਦੀ ਤ੍ਰੋਦਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੁਰਿਆਈ ਦੀ ਦਾਤ ਬਖਸ਼ਿਸ਼ ਕੀਤੀ ਹੈ, ਜੋ ਅੱਜ ਸਤਿਗੁਰੂ ਜੀ ਦੀ ਗੁਰਤਾ ਗੱਦੀ ਦਾ ਪਾਵਨ ਦਿਵਸ ਹੈ। ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਐਸੀ ਮਹਾਨ ਤੇ ਪਰਮ ਵਡਿਆਈ ਹੈ, ਜਿਵੇਂ ਭੱਟ ਜਨਾਂ ਨੇ ਰਸਨਾ ਦੁਆਰਾ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ। हे ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹ ਕਛ ਕਛ ਕਹੀ ਨ ਜਾਈ, ਸੋਢੀ ਸਗਲ ਸ੍ਰਿਸ਼ਟ ਤਾਰਨ ਕਉ, ਆਪ ਗੁਰ ਰਾਮਦਾਸ ਕਉ ਮਿਲੀ ਵਡਾਈ। ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਰਹੇ ਹਨ। ਭੱਟ ਜਨ ਕਹਿੰਦੇ ਮਹਾਰਾਜ, हे ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਸ੍ਰਿਸ਼ਟੀ ਨੂੰ ਤਾਰਨ ਦੇ ਵਾਸਤੇ ਆਪ ਜੀ ਨੂੰ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੋਈ ਹੈ। ਇਹ ਗੁਰਿਆਈ ਦਾ ਇਹ ਵਡਿਆਈ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੂੰ ਪ੍ਰਾਪਤ ਹੋਈ ਹੈ। ਔਰ ਐਸੇ ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਜਿਨ੍ਹਾਂ ਦੀ ਸ਼ਰਨ ਧਾਰਨ ਕਰਨ ਦੇ ਵਾਸਤੇ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੱਟ ਜਾਨਾਂ ਨੇ ਬੇਨਤੀਆਂ ਕੀਤੀਆਂ ਨੇ, हे ਮਹਾਰਾਜ, हे ਗਰੀਬ ਨਵਾਜ ਦਾਤਾ ਸਤਿਗੁਰੂ ਜੀ, ਆਪ ਜੀ ਦੀ ਸ਼ਰਨ ਵਿੱਚ ਆਉਣ ਦੇ ਨਾਲ ਸਭ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ। हे ਮਹਾਰਾਜ, ਅਸੀਂ ਔਗਣਾਂ ਦੇ ਨਾਲ ਭਰੇ ਪਏ ਹਾਂ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖਹੁ ਸਰਣਾਈ। हे ਗਰੀਬ ਨਵਾਜ ਸਤਿਗੁਰੂ ਜੀ, ਕਿਰਪਾ ਕਰਕੇ ਸਾਨੂੰ ਸ਼ਰਨ ਦੇ ਵਿੱਚ ਰੱਖ ਲਓ। ਔਰ ਜੋ ਭਾਈ ਸੱਤਾ ਤੇ ਭਾਈ ਬਲਵੰਡ ਦੀ ਵਾਰ ਹੈ ਨਾ, ਤਿਨਾਂ ਨੇ ਵੀ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਗਾਈ ਹੈ। हे ਗਰੀਬ ਨਵਾਜ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। हे ਗਰੀਬ ਨਵਾਜ, ਸਾਰੀ ਸ੍ਰਿਸ਼ਟੀ ਨੂੰ ਸੰਗਤ ਦਾ ਉਧਾਰ ਕਰਨ ਵਾਸਤੇ ਆਪ ਜੀ ਨੇ ਪਾਰਾਵਾਰ ਤੋਂ ਰਹਿਤ ਬ੍ਰਹਮ ਸਰੂਪ ਨੂੰ ਧਾਰਨ ਕੀਤਾ। ਔਰ ਇਸ ਪ੍ਰਕਾਰ हे ਮਹਾਰਾਜ, ਜਿਹੜੇ ਪ੍ਰਬਲ ਵਿਕਾਰ ਨਹੀਂ ਨਾ ਵਸ ਵਿੱਚ ਆਉਂਦੇ, ਤੁਹਾਡੀ ਸ਼ਰਨ ਧਾਰਨ ਕਰਨੇ ਕਰਕੇ ਵਸ ਵਿੱਚ ਹੋ ਜਾਂਦੇ ਹਨ। ਔਰ ਫਿਰ ਪੌੜੀ ਦੀ ਅਖੀਰਲੀ ਤੁਕਾਂ ਵਿੱਚ ਉਚਾਰਨ ਕੀਤਾ, ਕਹਿੰਦੇ ਹਨ, ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਗੁਰ ਡਿਠਾ ਤਾਂ ਮਨ ਸਾਧਾਰਿਆ। ਜਿਹੜਾ ਭਟਕਦਾ ਹੋਇਆ ਮਨ ਕਦੇ ਇਕਾਗਰ ਨਹੀਂ ਨਾ ਹੁੰਦਾ, ਕਹਿੰਦੇ ਹਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਤੁਹਾਡੇ ਦੀਦਾਰ ਕਰਨੇ ਕਰਕੇ ਮਨ ਟਿਕ ਜਾਂਦਾ ਹੈ। ਐਸੀ ਮਹਾਨ ਸ਼ਕਤੀ ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦੀ ਦਾਤ ਜੋ ਬਖਸ਼ਿਸ਼ ਹੋਈ ਹੈ, ਸਭ ਸ਼ਕਤੀਆਂ ਸਤਿਗੁਰੂ ਜੀ ਦੇ ਅਧੀਨ ਹੋ ਗਈਆਂ। ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨ ਵਾਸਤੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਜੋ ਚੌਥਾ ਜਾਮਾ ਧਾਰਨ ਕੀਤਾ, ਉਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਰੂਪ ਦੇ ਵਿੱਚ ਹੈ। ਸੋ ਸਾਧ ਸੰਗਤ ਜੀ, ਅੱਜ ਗੁਰਤਾ ਗੱਦੀ ਦਿਵਸ ਹੈ ਪਾਵਨ। ਸਤਿਗੁਰੂ ਜੀ ਦਾ ਸਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ। ਆਓ ਹੁਣ ਪਿਆਰ ਦੇ ਨਾਲ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ, ਜੋ ਹਰ ਰੋਜ਼ ਇਸ ਪਾਵਨ ਅਸਥਾਨ ਤੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ, ਪਿਆਰ ਨਾਲ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਰਸਨਾ ਤੋਂ ਪਿਆਰ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸਿਮਲ ਰੁਖ ਸਰਾਇਰਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਹਜੂਰ ਨੇ ਆਸਾ ਕੀ ਵਾਰ ਪਾਵਨ ਗੁਰਬਾਣੀ ਅੰਦਰ ਹਰ ਇੱਕ ਪੌੜੀ ਦੇ ਅੰਦਰ ਵੱਖੋ ਵੱਖਰਾ ਪ੍ਰਕਰਨ ਰੱਖ ਕੇ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਲੜੀਵਾਰ ਗੁਰਬਾਣੀ ਦੀ ਕਥਾ ਅੰਦਰ ਜੋ ਅੱਜ ਦੇ ਸ਼ਬਦ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਸ ਸ਼ਬਦ ਦੇ ਵਿੱਚ ਗਰੀਬ ਨਿਵਾਜ ਸਤਿਗੁਰੂ ਜੀ ਨੇ ਪਖੰਡ ਦਾ ਖੰਡਨ ਕੀਤਾ ਔਰ ਜੋ ਸੱਚ ਦੇ ਮਾਰਗ ਤੇ ਚੱਲਦੇ ਹੈ ਤਿਨਾਂ ਦਾ ਮੰਡਨ ਕਰਨਾ ਮਹਾਰਾਜ ਸਾਹਿਬ ਜੀ ਨੇ ਦੱਸਿਆ ਹੈ। ਕਿਉਂਕਿ ਜਿਹੜਾ ਮਨੁੱਖ ਪਖੰਡਪਾਤ ਕਰਦਾ ਹੈ, ਸਾਧ ਸੰਗਤ ਜੀ, ਜਿਵੇਂ ਸਿਆਣਿਆਂ ਦਾ ਕਥਨ ਹੈ ਨਾ ਕਿ ਝੂਠ ਬਹੁਤਾ ਚਿਰ ਨਹੀਂ ਟਿਕਿਆ ਰਹਿ ਸਕਦਾ, ਝੂਠ ਜ਼ਿਆਦਾ ਸਮਾਂ ਨਹੀਂ ਟਿਕਿਆ ਰਹਿ ਸਕਦਾ। ਇਸੇ ਪ੍ਰਕਾਰ ਝੂਠ ਦੇ ਕਹਿੰਦੇ ਪੈਰ ਵੀ ਨਹੀਂ ਹੋਇਆ ਕਰਦੇ, ਤੇ ਕਿਹਦੇ ਆਸਰੇ ਖਲੋ ਸਕਦਾ ਹੈ, ਜ਼ਿਆਦਾ ਸਮਾਂ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਮਨੁੱਖ ਸੰਸਾਰ ਦੇ ਲੋਕਾਂ ਦੇ ਅੱਖੀ ਘੱਟਾ ਪਾਉਣ ਦੇ ਵਾਸਤੇ ਪਖੰਡਪਾਤ ਕਰਦਾ ਹੈ, ਸਾਧ ਸੰਗਤ ਜੀ, ਉਹ ਝੂਠੇ ਪਖੰਡ ਕਰਨ ਵਾਲੇ ਪਖੰਡੀ ਦਾ ਬਹੁਤਾ ਸਮਾਂ ਪਖੰਡ ਨਹੀਂ ਟਿਕਣਾ ਕਰਦਾ। ਆਖਰਕਾਰ ਸੱਚ ਤਾਂ 100 ਪੜਦੇ ਪਾੜ ਕੇ ਵੀ ਸਾਹਮਣੇ ਆ ਜਾਂਦਾ, ਝੂਠ ਬਹੁਤਾ ਸਮਾਂ ਨਹੀਂ ਟਿਕ ਸਕਦਾ। ਤੇ ਸਤਿਗੁਰੂ ਜੀ ਨੇ ਇਹ ਸ਼ਬਦ ਦੇ ਅੰਦਰ ਪਖੰਡ ਦਾ ਖੰਡਨ ਕੀਤਾ ਹੈ। ਜੋ ਗਰੀਬ ਨਿਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਜਗਤ ਨੂੰ ਤਾਰਨਹਾਰੇ ਦਾਤਾ ਸਤਿਗੁਰੂ ਜੀ, ਸਾਰੀ ਸ੍ਰਿਸ਼ਟੀ ਦੇ ਸਾਂਝੇ ਸਤਿਗੁਰੂ ਜੀ, ਮਹਾਰਾਜ ਸਾਹਿਬ ਜੀ ਦੇ ਪਾਜ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇੱਕ ਕਰਾਮਾਤੀ ਸਿੱਧ ਲੱਗਦਾ ਹੈ, ਉਹ ਬੜਾ ਮਹਾਰਾਜ ਸੋਹਣੀ ਮਖਮਲੀ ਤਨ ਦੇ ਉੱਪਰ ਵਿਸ਼ਾਖ ਪਾ ਕੇ ਬੈਠ ਜਾਂਦਾ ਹੈ, ਐ ਲੱਕ ਵੀ ਸਿੱਧਾ ਰੱਖਦਾ ਹੈ, ਤੇ ਲੋਕਾਂ ਦੇ ਵਿੱਚ ਬੜਾ ਉਹਦਾ ਬੜਾ ਵੱਡਾ ਪ੍ਰਤਾਪ ਹੈ। ਤੇ ਦੇਖ ਕਰਕੇ ਆ ਕੇ ਬੜਾ ਉਹਨੂੰ ਮਹਾਰਾਜ ਪਿਆਰ ਦੇ ਨਾਲ ਆ ਕੇ ਮਿਲਦੇ ਆ, ਆਓ ਭਗਤ ਵੀ ਬੜੀ ਕਰਦੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅਸੀਂ ਵਿਚਾਰ ਕੀਤੀ ਨਾ, ਨਿਰਣਾ ਕੀਤਾ ਕਿ ਇਹਦੇ ਕੋਲ ਕਿੰਨਾ ਕੁ ਗਿਆਨ ਧਿਆਨ ਹੈ। ਨਾ ਤਾਂ ਮਹਾਰਾਜ ਉਹਦੇ ਕੋਲ ਕੋਈ ਗਿਆਨ ਸੀਗਾ, ਨਾ ਕੋਈ ਧਿਆਨ ਦੀ ਜੁਗਤ ਸੀ, ਨਾ ਪਰਮਾਰਥ ਦੇ ਚੱਲਣ ਦਾ ਮਹਾਰਾਜ ਕੋਈ ਉਹਦੇ ਕੋਲ ਵਿਚਾਰ ਸੀਗਾ, ਕੇਵਲ ਬਾਹਰਲਾ ਵਿਖਾਵਾ ਸੀ। ਐ ਚਮਕ ਨਮਕ ਦੇਖ ਕਰਕੇ ਮਹਾਰਾਜ ਅਸੀਂ ਵੀ ਉਹਦੇ ਕੋਲ ਚੱਲ ਕੇ ਗਏ ਸਾਂ, ਪਰ ਵਾਹਿਗੁਰੂ ਦੀ ਪ੍ਰਾਪਤੀ ਦੇ ਵਾਸਤੇ ਕੁਝ ਵੀ ਰਾਈ ਮਾਤਰ ਵੀ ਉਹਦੇ ਕੋਲ ਸਾਨੂੰ ਉਪਦੇਸ਼ ਨਹੀਂ ਪ੍ਰਾਪਤ ਹੋਇਆ। ਤੇ ਗਰੀਬ ਨਿਵਾਜ ਸਤਿਗੁਰੂ ਜੀ ਨੇ ਉਸੇ ਪਖੰਡੀ ਦੇ ਪਰਥਾਏ ਹੀ ਇਹ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹਜੂਰ ਨੇ ਕੁਝ ਉਦਾਹਰਨਾਂ ਦੇ ਕਰਕੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹਨ, ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ ਕਿ ਜਿਹੜਾ ਸਿਮਲ ਦਾ ਰੁੱਖ ਹੁੰਦਾ ਹੈ ਉਹ ਬੜਾ ਸਿੱਧਾ ਹੁੰਦਾ ਤੇ ਲੰਬਾ ਹੁੰਦਾ, ਬੜਾ ਲੰਬਾ ਤੇ ਐਨ ਸਿੱਧਾ ਹੁੰਦਾ ਜਿਹੜਾ ਸਿਮਲ ਦਾ ਰੁੱਖ ਹੁੰਦਾ ਹੈ। ਉਹ ਬੜਾ ਉੱਚਾ ਤੇ ਬੜਾ ਵੱਡੇ ਆਕਾਰ ਦਾ ਮੰਨਿਆ ਜਾਂਦਾ, ਉਹ ਭਾਰਾ ਵੀ ਕਿੰਨਾ ਹੁੰਦਾ ਤੇ ਉਚਾਈ ਦੇ ਵਿੱਚ ਵੀ ਬਹੁਤ ਜ਼ਿਆਦਾ ਉੱਚਾ ਹੁੰਦਾ। ਮਹਾਰਾਜ ਇਹ ਸਿਮਲ ਦੇ ਰੁੱਖ ਦੀ ਉਦਾਹਰਣ ਦੇ ਕਰਕੇ ਫਿਰ ਅੰਤਰੀ ਭਾਵ ਦੇ ਵਿੱਚ ਵੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਹਜੂਰ ਕਹਿੰਦੇ ਸਿਮਲ ਦਾ ਰੁੱਖ ਭਾਵੇਂ ਸਿੱਧਾ ਹੁੰਦਾ ਹੈ, ਕਿੰਨਾ ਵੱਡੇ ਆਕਾਰ ਦਾ ਹੈ। ਮਹਾਰਾਜ ਕਹਿੰਦੇ ਬੜੇ ਵੱਡੇ ਆਕਾਰ ਦਾ ਔਰ ਫਿਰ ਉੱਚਾ ਵੀ ਬਹੁਤ ਜ਼ਿਆਦਾ ਹੁੰਦਾ ਹੈ। ਹੇ ਗੁਰਸਿੱਖੋ, ਜੇਕਰ ਪੰਛੀ ਕੋਈ ਆਸ ਕਰਕੇ ਉਹਦੇ ਕੋਲ ਆਉਂਦੇ ਹੈ, ਕਿਉਂਕਿ ਸਾਧ ਸੰਗਤ ਜੀ ਜਿਹੜਾ ਸਿਮਲ ਦਾ ਰੁੱਖ ਹੁੰਦਾ ਹੈ, ਭਾਵੇਂ ਦੂਰੋਂ ਦੇਖਣ ਨੂੰ ਬੜਾ ਸੁੰਦਰ ਪ੍ਰਤੀਤ ਹੁੰਦਾ, ਬੜਾ ਸੋਹਣਾ ਲੱਗਦਾ, ਫਲ ਫੁੱਲ ਬੜੇ ਭਾਵੇਂ ਸੋਹਣੇ ਲੱਗਦੇ ਐ, ਦੇਖਣ ਨੂੰ ਬੜੇ ਸੋਹਣਾ ਪ੍ਰਤੀਤ ਹੁੰਦਾ, ਪਰ ਫਲ ਵੀ ਉਹਦਾ ਬਕਬਕਾ ਹੁੰਦਾ, ਫੁੱਲ ਵੀ ਸਾਧ ਸੰਗਤ ਜੀ ਕੌੜੇ ਹੁੰਦੇ ਆ, ਪੱਤੇ ਵੀ ਉਹਦੇ ਕਿਸੇ ਕੰਮ ਨਹੀਂ ਆਉਂਦੇ। ਇਹ ਮਹਾਰਾਜ ਉਦਾਹਰਣ ਦੇ ਕਰਕੇ ਬਖਸ਼ਿਸ਼ ਕਰ ਰਹੇ ਐ। ਸਤਿਗੁਰੂ ਜੀ ਉਪਦੇਸ਼ ਦਿੰਦੇ ਐ ਕਿ ਹੇ ਗੁਰਸਿੱਖੋ, ਐਸਾ ਜਿਹੜਾ ਰੁੱਖ ਆ ਨਾ, ਉਹ ਜੇ ਆਵੇ ਆਸ ਕਰ, ਜਿਵੇਂ ਤੋਤਾ ਆਦਿਕ ਹੋਰ ਵੀ ਜਿਹੜੇ ਪੰਛੀ ਐ ਵਾਸਾਂ ਕਰਕੇ ਆਉਂਦੇ ਆ, ਦੂਰੋਂ ਦਿਖ ਜਾਂਦਾ ਕਿ ਬੜਾ ਉੱਚਾ ਲੰਬਾ ਰੁੱਖ ਹੈ, ਫਲ ਵੀ ਲੱਗੇ ਹੋਏ ਦੂਰੋਂ ਹੀ ਨਜ਼ਰ ਆਉਣ ਲੱਗ ਪੈਂਦੇ ਆ। ਤੇ ਮਹਾਰਾਜ ਕਹਿੰਦੇ ਜਦੋਂ ਮਨ ਵਿੱਚ ਆਸ ਲੈ ਕਰਕੇ ਆਉਂਦੇ ਆ ਕਿ ਉੱਥੋਂ ਜਾ ਕਰਕੇ ਫਲ ਖਾਵਾਂਗੇ,
ਪੇਟ ਭਰ ਜਾਵੇਗਾ, ਬੜੇ ਸਵਾਦਿਸ਼ਟ ਫਲ ਹੋਣਗੇ। ਜਾਹੇ ਨਿਰਾਸੇ ਕਿਤ ਪਰ ਉਹ ਜਿਹੜੇ ਪੰਛੀ ਆਉਂਦੇ ਆ ਨਾ ਉਡਾਰੀਆਂ ਮਾਰਦੇ ਹੋਏ, ਜਦੋਂ ਆ ਕੇ ਫਲ ਛਕਣ ਦਾ ਜੀ ਯਤਨ ਕਰਦੇ ਆ, ਪਰ ਉਹ ਮਨ ਜਿਹੜਾ ਉਹਨਾਂ ਦਾ ਨਿਰਾਸ਼ਾ ਹੋ ਜਾਂਦਾ, ਨਿਰਾਸ਼ੇ ਹੋ ਕੇ ਚਲੇ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਓਏ ਜੇ ਆਵਹਿ ਰਾਸ ਕਰ ਜਾਹਿ ਨਿਰਾਸ਼ੇ ਕਿਤ। ਕਿੰਨੇ ਜਿਹੜੇ ਪੰਛੀ ਆ ਨਾ ਫਿਰ ਨਿਰਾਸ਼ੇ ਹੋ ਕਰਕੇ ਚਲੇ ਜਾਂਦੇ ਹਨ। ਤੇ ਸਾਧ ਸੰਗਤ ਜੀ ਬੜਾ ਬਗਬਗਾ ਤੇ ਐਨ ਬੜਾ ਕਠੋਰ ਜਿਹਾ ਫਲ ਹੁੰਦਾ ਜਿਹੜਾ ਸਿਮਲ ਦੇ ਰੁੱਖ ਨੂੰ ਲੱਗਦਾ। ਤੇ ਕਈ ਵਾਰ ਤਾਂ ਸਾਧ ਸੰਗਤ ਜੀ ਤੋ ਤਾਂ ਆਪਣੇ ਸੁਭਾਅ ਅਨੁਸਾਰ ਜਿਵੇਂ ਹੋਰ ਫਲਾਂ ਦੇ ਵਿੱਚ ਆ ਕੇ ਜ਼ੋਰ ਦੇ ਨਾਲ ਚੁੰਝ ਭਰਦਾ ਹੈ ਨਾ, ਬੜੀ ਜ਼ੋਰ ਦੇ ਨਾਲ ਤੇਜ਼ੀ ਦੇ ਨਾਲ ਚੁੰਝ ਮਾਰਦਾ, ਇਦਾਂ ਉਸ ਫਲ ਦੇ ਵਿੱਚ ਜਦੋਂ ਚੁੰਝ ਮਾਰਦਾ ਹੈ ਨਾ ਤੇ ਚੁੰਝ ਵਿੱਚ ਹੀ ਰਹਿ ਜਾਂਦੀ ਹੈ। ਉਹ ਫਿਰ ਨਿਕਲਦੀ ਨਹੀਂ, ਭਾਵੇਂ ਬੜਾ ਜ਼ੋਰ ਲਾਉਂਦਾ, ਬਹੁਤਾ ਭਾਵੇਂ ਬਲ ਲਾ ਕੇ ਨਿਕਲਣ ਦਾ ਯਤਨ ਕਰਦਾ ਕਿ ਨਿਕਲ ਜਾਵੇ, ਪਰ ਚੁੰਝ ਵਿੱਚੇ ਫਸੀ ਰਹਿ ਜਾਂਦੀ, ਉੱਥੇ ਪੁੱਠਾ ਲੜ ਕੇ ਮਰ ਜਾਂਦਾ, ਪ੍ਰਾਣ ਉੱਥੇ ਹੀ ਆਪਣੇ ਛੱਡ ਦਿੰਦਾ, ਤੜਪ ਤੜਪ ਕੇ ਮਰ ਜਾਂਦਾ। ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਓਏ ਜੇ ਆਵਹਿ ਆਸ ਕਰ ਜਾਹਿ ਨਿਰਾਸ਼ੇ ਕਿਤ। ਕਹਿੰਦੇ ਉਹ ਨਿਰਾਸ਼ੇ ਹੋ ਕਰਕੇ ਜਾਂਦੇ ਆ। ਹੇ ਗੁਰਸਿੱਖੋ, ਉਹਨਾਂ ਪੰਛੀਆਂ ਨੂੰ ਇਸ ਸਿਮਲ ਦੇ ਰੁੱਖ ਤੋਂ, ਫਲਾਂ ਤੋਂ, ਫੁੱਲਾਂ ਤੋਂ ਕੁਝ ਵੀ ਨਹੀਂ ਮਿਲਦਾ, ਨਿਰਾਸ਼ੇ ਹੋ ਕਰਕੇ ਹੀ ਤੁਰ ਜਾਂਦੇ ਹਨ। ਫਲ ਫਿੱਕੇ ਫੁੱਲ ਬਕ ਬਕੇ ਮਹਾਰਾਜ ਕਿਉਂ ਨਿਰਾਸ਼ੇ ਹੋ ਕੇ ਤੁਰ ਜਾਂਦੇ ਨੇ? ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਦੇ ਫਲ ਫਿੱਕੇ ਹੁੰਦੇ ਆ, ਫੁੱਲ ਬਕ-ਬਕੇ ਹੁੰਦੇ, ਕੌੜੇ ਹੁੰਦੇ ਆ। ਇਸ ਪ੍ਰਕਾਰ ਨਾ ਤਾਂ ਫਲ ਖਾਣੇ ਯੋਗ ਹੁੰਦੇ ਆ ਤੇ ਨਾ ਹੀ ਫੁੱਲ ਖਾਣ ਦੇ ਯੋਗ ਹੁੰਦੇ ਹਨ। ਕੰਮ ਨਾ ਆਵਹਿ ਪਤ ਤੇ ਉਹਨਾਂ ਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ ਸਿਮਲ ਰੁੱਖ ਦੇ। ਨਹੀਂ ਤਾਂ ਸਾਧ ਸੰਗਤ ਜੀ ਹੋਰ ਰੁੱਖਾਂ ਦੇ ਜਿਹੜੇ ਪੱਤੇ ਹੁੰਦੇ ਉਹਨਾਂ ਦੀ ਰੂੜੀ ਬਣ ਜਾਂਦੀ ਗਲ ਕੇ, ਪਰ ਮਹਾਰਾਜ ਕਹਿੰਦੇ ਉਹਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ। ਬੈਠਤ ਨੀਵੀ ਨਾਨਕਾ ਤੇ ਹਜੂਰ ਹੁਣ ਨਿਮਰਤਾ ਭਰੀ ਮੇਰੀ ਦੀ ਉਦਾਹਰਣ ਦੇ ਕਰਕੇ ਬਖਸ਼ਿਸ਼ ਕਰਦੇ ਐ। ਐ ਗੁਰਸਿੱਖੋ, ਮਿੱਠਤ ਨੀਵੀ ਨਾਨਕਾ, ਜਿਹੜੀ ਬੇਰੀ ਭਾਵੇਂ ਛੋਟੇ ਆਕਾਰ ਦੀ ਹੁੰਦੀ, ਫਲ ਦੇ ਨਾਲ ਭਰੀ ਹੁੰਦੀ ਹੈ ਤੇ ਨਿਉ ਕਰਕੇ ਰਹਿੰਦੀ ਹੈ। ਬੇਰ ਬੜੇ ਮਿੱਠੇ ਹੁੰਦੇ, ਮਿਠਾਸ ਭਰੇ ਹੁੰਦੇ ਆ, ਭਾਵੇਂ ਛੋਟੇ ਆਕਾਰ ਦੇ ਹੁੰਦੇ ਆ। ਬੇਰੀ ਵੀ ਭਾਵੇਂ ਛੋਟੇ ਆਕਾਰ ਦੀ ਹੁੰਦੀ ਹੈ, ਲਿਪ ਕਰਕੇ ਨਿਮਰਤਾਵਾਨ ਹੋ ਕੇ ਰਹਿੰਦੀ ਹੈ। ਸਾਧ ਸੰਗਤ ਜੀ, ਜਿਹੜੇ ਯੱਗ ਕਰਦੇ ਆ ਨਾ, ਉਹ ਬੇਰੀ ਦੀ ਲੱਕੜ ਲੈ ਕੇ ਹਵਨ ਦੇ ਵਿੱਚ ਪਾਉਂਦੇ ਆ। ਸਾਧ ਸੰਗਤ ਜੀ, ਲੱਕੜ ਸ਼ੁੱਧ ਮੰਨੀ ਜਾਂਦੀ ਹੈ। ਜਿਹੜੇ ਕੋ ਯੱਗ ਆਦਿ ਕਰਦੇ ਆ, ਕੋਸ਼ਾਂ ਦੇ ਵੀ ਜ਼ਿਕਰ ਆਉਂਦਾ ਹੈ, ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਉਹ ਹਵਨ ਦੇ ਵਿੱਚ ਪਾਉਣ ਦੇ ਵਾਸਤੇ ਲੱਕੜੀ ਜਿਹੜੀ ਵਰਤੀ ਜਾਂਦੀ ਹੈ ਉਹ ਬੜੀ ਸ਼ੁੱਧ ਮੰਨੀ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਕਿ ਇਹ ਜਿਹੜੀ ਨੀਵੀ ਆ ਨਾ, ਨਿਮਰਤਾਵਾਨ ਹੋ ਕਰਕੇ ਰਹਿੰਦੀ ਹੈ, ਬੜੀ ਮਿਠਾਸ ਭਰੇ ਨੂੰ ਬੇਰ ਲੱਗਦੇ ਹਨ। ਗੁਣ ਚੰਗਿਆਈਆ ਤਤ ਤੇ ਹਜੂਰ ਕਹਿੰਦੇ ਜਿਹੜੇ ਗੁਣਵਾਨ ਮਨੁੱਖ ਹੈ ਨਾ, ਉਹਦੇ ਵਿੱਚੋਂ ਗੁਣ ਲੈ ਲੈਂਦੇ ਆ, ਚੰਗਿਆਈਆਂ, ਚੰਗੇ ਚੰਗੇ ਤੱਤ ਕੱਢ ਲੈਂਦੇ ਆ, ਬੇਰ ਵੀ ਲਾ ਲੈਂਦੇ ਆ, ਫਿਰ ਕੰਡਿਆਂ ਦੀਆਂ ਛਿਲਤਾਂ ਲਾ ਕਰਕੇ ਵੱਖ ਕਰਕੇ ਤੇ ਉਹ ਲੱਕੜ ਤੋਂ ਵੀ ਕੰਮ ਲੈ ਲੈਂਦੇ ਹਨ। ਇਸ ਪ੍ਰਕਾਰ ਹਜੂਰ ਨੇ ਇਹ ਬਖਸ਼ਿਸ਼ ਕੀਤੀ ਬਾਹਜ ਭਾਵ ਦੇ ਵਿੱਚ। ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹੁਣ ਅੰਤਰੀ ਭਾਵ ਦੇ ਵਿੱਚ ਫਰਮਾਉਂਦੇ ਆ ਕਿ ਜਿਹੜੇ ਲੋਕ ਪਖੰਡਪਾਤ ਕਰਦੇ ਆ ਨਾ, ਲੋਕਾਂ ਦੀ ਅੱਖੀ ਘੱਟਾ ਪਾਉਂਦੇ ਨੇ ਭਰਮਾਉਣ ਦੇ ਵਾਸਤੇ, ਆਪਣੀ ਪੂਜਾ ਪ੍ਰਤਿਸ਼ਠਾ ਕਰਾਉਣ ਦੇ ਵਾਸਤੇ, ਕਿ ਲੋਕ ਸਾਡੀ ਵਾਹ-ਵਾਹ ਕਰਨ, ਲੋਕ ਬੜੀ ਸਾਡੀ ਆਓ ਭਗਤੀ ਕਰਨ, ਚੰਗੇ ਚੰਗੀਆਂ ਭੇਟਾਵਾਂ ਉਪਹਾਰ ਲਿਆ ਕੇ ਸਾਨੂੰ ਭੇਟਾ ਕਰਨ। ਮਹਾਰਾਜ ਕਹਿੰਦੇ ਇਦਾਂ ਦੇ ਜਿਹੜਾ ਮਾਣ ਪਾਉਣ ਦੇ ਵਾਸਤੇ ਪਖੰਡ ਕਰਦੇ ਆ ਨਾ, ਹਜੂਰ ਕਹਿੰਦੇ ਉਹਨਾਂ ਦਾ ਜੀਵਨ ਸਿਮਲ ਰੁੱਖ ਦੀ ਤਰ੍ਹਾਂ ਜਾਣੋ, ਸਿਮਲ ਰੁੱਖ ਦੀ ਤਰ੍ਹਾਂ। ਭਾਵੇਂ ਬੜੇ ਬੜੇ ਪਲੇ ਹੁੰਦੇ ਆ, ਐ ਉੱਚੇ ਲੰਬੇ ਕੱਦ ਹੁੰਦੇ ਆ, ਤੇ ਸਾਧ ਸੰਗਤ ਜੀ ਚੌਂਕੜਾ ਵੀ ਬਗਲੇ ਵੱਤ ਸਮਾਧੀ ਲਾ ਕਰਕੇ ਬੈਠ ਜਾਂਦੇ ਨੇ ਜਿਹੜੇ ਸੰਸਾਰ ਦੇ ਪਖੰਡੀ ਲੋਕ ਹੈ। ਤੇ ਪਰ ਉਹਨਾਂ ਤੋਂ ਪ੍ਰਾਪਤ ਥੋੜਾ ਕੁਝ ਹੁੰਦਾ ਹੈ। ਜਿਹੜੇ ਸਾਧ ਸੰਗਤ ਜੀ ਬੰਦਗੀ ਕਰਨ ਵਾਲੇ, ਕੋਈ ਜਗਿਆਸੂ ਜਾਂਦੇ ਆ ਨਾ, ਪਰਮੇਸ਼ਰ ਦੀ ਪ੍ਰਾਪਤੀ ਵਾਲੇ ਪੁਰਸ਼, ਉਹ ਮਨ ਵਿੱਚ ਭਾਵਨਾ ਲੈਣ ਵਾਲੇ ਜਿਹੜੇ ਜੀਵ ਹੈ, ਜੇ ਉਹਨਾਂ ਦੇ ਕੋਲ ਆ ਕੇ ਪਖੰਡੀਆਂ ਕੋਲ ਬੈਠ ਜਾਂਦੇ, ਫਿਰ ਨਿਰਾਸ਼ੇ ਹੋ ਕੇ ਚਲੇ ਜਾਂਦੇ ਹੈ।
ਕਿਉਂਕਿ ਕੁਝ ਨਹੀਂ ਪ੍ਰਾਪਤ ਹੁੰਦਾ। ਐਸਾ ਮਹਾਰਾਜ ਅਲੰਕਾਰ ਬਣਾ ਕੇ ਬਖਸ਼ਿਸ਼ ਕਰਦੇ ਆ। ਫਿਰ ਆਰੰਭ ਤੋਂ ਪੜੋ ਜੀ। ਸਿਮਲ ਰੁਖ ਸਰਾਇਰਾ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ ਗੁਰਸਿੱਖੋ, ਸਿਮਲ ਰੁੱਖ ਦੀ ਤਰ੍ਹਾਂ ਭਾਵੇਂ ਬੜੇ ਸੋਹਣੇ ਜਾਪਦੇ ਆ, ਬੜੇ ਬੜੇ ਉੱਚੇ ਲੰਬੇ ਕੱਦ ਵਾਲੇ, ਇਉਂ ਸੰਸਾਰ ਦੇ ਜਿਹੜੇ ਪਖੰਡੀ ਹਨ, ਅਤ ਦੀਰਘ ਅਤ ਮੁੱਚ ਬੜੇ ਉੱਚੇ ਆਕਾਰ ਦੇ ਚੰਗੇ ਚੰਗੇ ਪਲੇ ਵੀ ਹੁੰਦੇ ਆ, ਬੜੇ ਚੰਗੇ ਐ, ਬਹੁਤੇ ਪਕਵਾਨ ਛਕ ਛਕ ਕਰਕੇ। ਕਈਆਂ ਨੇ ਸਾਧ ਸੰਗਤ ਜੀ ਪੇਟ ਬੜੇ ਵੱਡੇ ਆਕਾਰ ਦੇ ਹੁੰਦੇ ਆ, ਤੇ ਇਉਂ ਦੇਖਣ ਨੂੰ ਪ੍ਰਤੀਤ ਹੁੰਦਾ ਕਿ ਬੜਾ ਤਗੜਾ ਕੋਈ ਐਨ ਇਹ ਸਤਪੁਰਸ਼ ਹੈ। ਆਮ ਬੰਦਾ ਦੇਖਣ ਵਾਲਾ ਭਰਮ ਜਾਂਦਾ ਹੈ, ਪਰ ਪਤਾ ਉਦੋਂ ਲੱਗਦਾ ਜਦੋਂ ਉਹਦੀ ਸੰਗਤ ਕਰਦਾ ਹੈ। ਜਿਵੇਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਨਾ, ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬਪੜਾ ਤਾਂ ਜਨਮ ਨ ਦੇ ਦੀ ਅੰਗ। ਸਤ ਸੰਗਤ ਜੀ, ਪਖੰਡੀ ਆਇਆ ਸੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ। ਉਹ ਸੰਗਤ ਦੇ ਦੇਖ ਕਰਕੇ ਭਰਮ ਗਈ ਕਿ ਮਹਾਰਾਜ ਬੜਾ ਤਗੜਾ ਜਪੀ ਤਪੀ ਹੈ, ਬੜਾ ਸਿਮਰਨ ਅਭਿਆਸ ਕਰਨ ਵਾਲਾ, ਸਿਰੇ ਦਾ ਅਭਿਆਸੀ ਲੱਗਦਾ। ਬਗਲੇ ਵੱਤ ਸਮਾਧੀ ਲਾ ਲੈਂਦਾ ਸੀ ਤੇ ਲੋਕ ਦੇਖ ਕਰਕੇ ਹੈਰਾਨ ਹੋ ਜਾਂਦੇ ਤੇ ਬੜਾ ਉਹਦਾ ਸਤਿਕਾਰ ਕਰਦੇ ਸਨ। ਪਰ ਉਹ ਪਖੰਡੀ ਦਾ ਪਖੰਡ ਜ਼ਾਹਰ ਕਰਨ ਵਾਸਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਜਦੋਂ ਆਪਣੇ ਆਸਣ ਤੋਂ ਉੱਠ ਕਰਕੇ ਗਏ ਆ ਨਾ, ਤੇ ਮਹਾਰਾਜ ਬੜਾ ਸੋਹਣਾ ਤੇ ਸੁੱਚੇ ਮੋਤੀਆਂ ਦਾ ਮਹਿੰਗੇ ਮੁੱਲ ਵਾਲਾ ਸਿਮਰਨਾ ਉੱਥੇ ਰੱਖ ਗਏ। ਤੇ ਉਹ ਪਖੰਡੀ ਨੇ ਦਾ ਪੇਚ ਕਰਕੇ ਉਸੇ ਸਮੇਂ ਪਤਾ ਨਹੀਂ ਲੱਗਣ ਦਿੱਤਾ, ਸੰਗਤ ਦੇ ਅੱਖੀਂ ਘੱਟਾ ਪਾ ਕੇ ਤੇ ਸਿਮਰਨ ਆਪਣੇ ਆਸਣ ਹੇਠਾਂ ਰੱਖ ਲਿਆ। ਤੇ ਜਦੋਂ ਮਹਾਰਾਜ ਆਏ ਅੰਤਰਜਾਮੀ ਸਤਿਗੁਰਾਂ ਨੇ ਪੁੱਛਿਆ ਕਿ ਸਾਡਾ ਸਿਮਰਨਾ ਕਿੱਥੇ ਹੈ? ਤੇ ਕਹਿੰਦਾ ਜੀ ਪਤਾ ਨਹੀਂ, ਮੈਨੂੰ ਤੇ ਪਤਾ ਨਹੀਂ, ਇੱਥੇ ਹੀ ਸੀਗਾ। ਦੇਵਨੇਤ ਨਾਲ ਬੜੀ ਤੇਜ਼ੀ ਦੇ ਨਾਲ ਜਦੋਂ ਹਨੇਰੀ ਵਗੀ ਤੇ ਉਹਦੇ ਆਸਣ ਦੇ ਹੇਠਾਂ ਸਿਮਰਨਾ ਨਿਕਲਿਆ। ਤੇ ਮਹਾਰਾਜ ਜੀ ਨੇ ਫਿਰ ਉਹਦੇ ਪ੍ਰਤੀ ਉਹਦਾ ਪਖੰਡ ਜਿਹੜਾ ਸੀ ਨਾ ਜ਼ਾਹਰ ਕਰਨ ਵਾਸਤੇ ਉਚਾਰਨ ਕੀਤਾ ਸੀ, ਮੈਂ ਜਾਣਿਆ ਵੱਡ ਹੰਸ ਹੈ ਕਿ ਵੱਡਾ ਪਰਮ ਹੰਸ ਆਏ, ਜਿੱਦਾਂ ਦਾ ਇਹਦਾ ਵਿਖਾਵਾ ਹੈ। ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬਪੜਾ। ਮਹਾਰਾਜ ਕਹਿੰਦੇ ਜੀ ਪਤਾ ਹੁੰਦਾ ਕਿ ਤਾਂ ਇਹ ਬਗਲੇ ਦੀ ਤਰ੍ਹਾਂ ਇਹਦਾ ਜੀਵਨ ਹੈ, ਬਗਲੇ ਦੀ ਤਰ੍ਹਾਂ। ਉਹ ਵੀ ਸਮਾਧੀ ਤੇ ਬਗਲਾ ਵੀ ਬੜੀ ਲਾਉਂਦਾ, ਇੱਕ ਪੈਰ ਦੇ ਸਹਾਰੇ ਖਲੋ ਕੇ, ਪਰ ਧਿਆਨ ਉਹਦਾ ਡੱਡੀਆਂ ਮੱਛੀਆਂ ਦੇ ਵੱਲ ਹੀ ਹੁੰਦਾ, ਗੰਦਗੀ ਦੇ ਕੀੜਿਆਂ ਵੱਲ। ਜਦੋਂ ਮੌਕਾ ਮਿਲਦਾ ਉਸੇ ਮੌਕਾ ਤਾੜ ਕਰਕੇ ਉਹ ਚੁੰਝ ਭਰ ਲੈਂਦਾ ਉਹਨਾਂ ਦੀ। ਤੇ ਇਦਾਂ ਹੀ ਮਹਾਰਾਜ ਕਹਿੰਦੇ ਪਖੰਡੀਆਂ ਦਾ ਸੁਭਾਅ ਵੀ ਇਸੇ ਤਰ੍ਹਾਂ ਦਾ ਹੁੰਦਾ ਹੈ। ਸਮਾਧੀ ਵੀ ਫਿਰ ਇਦਾਂ ਦੀ ਲਾਉਂਦੇ ਆਵੇ ਕਿ ਬਿੱਲਾ ਵੀ ਉਹਨਾਂ ਦੀ ਸਮਾਧੀ ਦੇਖ ਕੇ ਸਾਧ ਸੰਗਤ ਜੀ ਸ਼ਰਮਸ਼ਾਰ ਹੋ ਜਾਂਦਾ ਹੈ। ਮਹਾਰਾਜ ਹਜੂਰ ਨੇ ਉਚਾਰਨ ਕੀਤਾ ਕਿ ਇਦਾਂ ਦੇ ਜਿਹੜੇ ਸੰਸਾਰ ਦੇ ਜੀਵ ਹੈ ਨਾ, ਅਤ ਦੀਰਘ ਅਤ ਮੁੱਚ, ਭਾਵੇਂ ਬੜੇ ਬੜੇ ਵੱਡੇ ਆਕਾਰ ਦੇ ਹੁੰਦੇ ਆ, ਉੱਚੇ ਲੰਬੇ ਵੀ ਹੁੰਦੇ ਆ, ਐਨ ਸਿੱਧਾ ਕਰਕੇ ਲੱਕ ਬੈਠ ਜਾਣਾ ਕਿ ਇਹ ਤਾਂ ਲੱਕ ਵੀ ਕੁੱਬਾ ਨਹੀਂ ਕਰਦੇ, ਇਹ ਥੋੜਾ ਜਿੰਨਾ ਵੀ ਇਹ ਆਪਣਾ ਸਰੀਰ ਜਿਹੜਾ ਇੱਧਰ ਉੱਧਰ ਨਹੀਂ ਹਿਲਾਉਂਦੇ। ਮਹਾਰਾਜ ਕਹਿੰਦੇ ਬੜਾ ਭਾਵੇਂ ਲੋਕਾਂ ਦੀ ਅੱਖੀਂ ਘੱਟਾ ਪਾਉਂਦੇ ਹਨ, ਓਏ ਦੇ ਆਵਹਿ ਆਸ ਕਰ। ਤੇ ਜਿਹੜੇ ਕੋਈ ਜਗਿਆਸੂ ਪਰਮਾਰਥ ਦੇ ਚੱਲਣ ਦੇ ਰਸਤੇ ਤੇ ਚੱਲਣ ਦੇ ਵਾਸਤੇ ਚੱਲ ਕੇ ਆਉਂਦੇ ਬੜੀਆਂ ਆਸਾਂ ਕਰਕੇ ਕਿ ਬੜੇ ਵੱਡੇ ਮਹਾਂਪੁਰਖ ਆਏ ਤਾਂ ਲੱਗਦੇ, ਇਹ ਤਾਂ ਬ੍ਰਹਮ ਵੇਤੇ ਐ, ਸਤਪੁਰਸ਼ ਲੱਗਦੇ ਐ। ਚਲੋ ਅਸੀਂ ਇਹਨਾਂ ਦੇ ਕੋਲੋਂ ਗਿਆਨ ਦੀ ਪ੍ਰਾਪਤੀ ਕਰਨ ਵਾਸਤੇ ਜਾਂਦੇ ਹਾਂ, ਪਰਮੇਸ਼ਰ ਦੀ ਪ੍ਰਾਪਤੀ ਦੀ ਕੋਈ ਨਾ ਕੋਈ ਗੱਲ ਇਹਨਾਂ ਦੇ ਕੋਲੋਂ ਸਿੱਖਣ ਵਾਸਤੇ ਜਾਂਦੇ ਹਾਂ। ਤੇ ਮਹਾਰਾਜ ਕਹਿੰਦੇ ਓਏ ਜੇ ਆਵੇ ਆਸ ਕਰ, ਮੁਕਤੀ ਦੀ ਪ੍ਰਾਪਤੀ ਵਾਸਤੇ ਕਿ ਸਾਨੂੰ ਕੋਈ ਨਾ ਕੋਈ ਜੁਗਤੀ ਮਿਲ ਜਾਵੇਗੀ, ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਵਾਂਗੇ। ਇਹ ਮਹਾਰਾਜ ਕਹਿੰਦੇ ਪੰਛੀਆਂ ਦੀ ਤਰ੍ਹਾਂ ਬਪੜੇ ਜੀਵ ਭਾਵੇਂ ਬੜੀਆਂ ਆਸਾਂ ਲਾ ਕੇ ਆਉਂਦੇ ਹਨ। ਜਾਹੇ ਨਿਰਾਸੇ ਕਿਤੋ। ਹਜੂਰ ਕਹਿੰਦੇ ਉਹ ਵਿਚਾਰੇ ਨਿਰਾਸ਼ੇ ਜਿਹੇ ਹੋ ਕੇ ਫਿਰ ਚਲੇ ਜਾਂਦੇ ਆ ਜਦੋਂ ਕੁਝ ਮਿਲਦਾ ਨਹੀਂ ਹੈ। ਜਿਸ ਮਨੁੱਖ ਦੀ ਜਿੱਦਾਂ ਦੀ ਇੱਛਾ ਹੋਵੇ ਉਦਾਂ ਦਾ ਫਲ ਨਾ ਮਿਲੇ ਤੇ ਉਹ ਨਿਰਾਸ਼ਾ ਹੀ ਹੁੰਦਾ, ਕਿਉਂਕਿ ਮਨ ਦੀ ਤਮੰਨਾ ਨਹੀਂ ਪੂਰੀ ਹੋਈ। ਮਨੁੱਖ ਦੇ ਮਨ ਦੀ ਇੱਛਾ ਨਾ ਪੂਰੀ ਹੋਵੇ, ਤਮੰਨਾ ਨਾ ਪੂਰੀ ਹੋਵੇ, ਆਸ ਨਾ ਮੁਕੰਮਲ ਹੋ ਜਾਵੇ, ਨਾ ਪੂਰੀ ਹੋਵੇ ਤੇ ਸਾਧ ਸੰਗਤ ਜੀ ਮਨ ਨਿਰਾਸ਼ਾ ਹੋ ਜਾਂਦਾ, ਢੱਠ ਜਾਂਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪੰਛੀਆਂ ਦੀ ਤਰ੍ਹਾਂ ਭਾਵੇਂ ਬੜੀਆਂ ਆਸਾਂ ਲਾ ਲਾ ਕਰਕੇ ਆਉਂਦੇ ਆ,
ਪਰ ਜਦੋਂ ਪਖੰਡੀਆਂ ਦਾ ਪਖੰਡ ਜ਼ਾਹਰ ਹੋ ਜਾਂਦਾ ਫਿਰ ਨਿਰਾਸ਼ੇ ਹੋ ਕਰਕੇ ਚਲੇ ਜਾਂਦੇ ਹਨ। ਫਲ ਫਿੱਕੇ ਫੁੱਲ ਬਕ ਬਕੇ। ਸਿੱਖ ਬੇਨਤੀ ਕਰ ਰਹੇ ਨੇ ਮਹਾਰਾਜ, ਉਹ ਕਿਉਂ ਨਿਰਾਸ਼ੇ ਹੋ ਕੇ ਚਲੇ ਜਾਂਦੇ ਆ? ਜਗਿਆਸੂ ਜਨਾਂ ਦਾ ਨਿਰਾਸ਼ੇ ਹੋਣ ਦਾ ਕਾਰਨ ਕੀ ਹੈ? ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਫਲ ਫਿੱਕੇ ਫੁੱਲ ਬਕ ਬਕੇ। ਕਹਿੰਦੇ ਜਿਹੜੇ ਉਹਨਾਂ ਦੇ ਕੋਲ ਫਲ ਆ ਨਾ, ਭਾਵ ਜਿਹੜੇ ਬਚਨਾਂ ਰੂਪੀ ਫਲ ਆ ਉਹ ਵੀ ਫਿੱਕੇ ਆ, ਕਿਸੇ ਕੰਮ ਦੇ ਨਹੀਂ ਹੈ। ਔਰ ਜੋ ਵੀ ਕੋਈ ਵਿਚਾਰ ਕਰਦੇ ਨਾ, ਬਕਬਕੀ ਕੌੜੀ ਹੁੰਦੀ ਆ, ਕੌੜਤਣ ਭਰੀ ਹੁੰਦੀ ਹੈ। ਉਹਨਾਂ ਦੇ ਵਿੱਚੋਂ ਵਿਸ਼ਿਆਂ ਦੀ ਵਿਕਾਰਾਂ ਦੀ ਦੁਰਗੰਧੀ ਆ ਰਹੀ ਹੁੰਦੀ ਹੈ। ਜਿਹੜੀ ਕੋਈ ਵਿਚਾਰ ਵੀ ਕੋਈ ਸੰਸਾਰ ਦੇ ਅੰਦਰ ਸੁਣਾਉਂਦੇ, ਕੋਈ ਗੱਲਬਾਤ ਵੀ ਕਰਦੇ ਆ। ਕਿਉਂਕਿ ਜਿਵੇਂ ਸਿਆਣਿਆਂ ਦਾ ਕਥਨ ਹੈ ਨਾ ਕਿ ਜੋ ਕੁਝ ਬੰਦੇ ਦੇ ਅੰਦਰ ਹੁੰਦਾ ਉਹ ਆਖਰਕਾਰ ਪ੍ਰਗਟ ਹੋ ਹੀ ਜਾਂਦਾ ਹੈ। ਉਹ ਸੁਭਾਵਕ ਹੀ ਉਦਾਂ ਦੀ ਗੱਲ ਜ਼ਰੂਰ ਪਰ ਜ਼ਰੂਰ ਕਰੇਗਾ ਜੋ ਕੁਝ ਉਹਦੇ ਅੰਦਰ ਚੱਲਦਾ ਹੁੰਦਾ ਹੈ। ਤਾਂ ਹੀ ਮਹਾਰਾਜ ਸਿਵ ਜੀ ਨੇ ਸਤਿਪੁਰਸ਼ਾਂ ਪ੍ਰਥਾਈ ਉਚਾਰਨ ਕੀਤਾ, ਮਨ ਸਾਚਾ ਮੁਖ ਸਾਚਾ ਸੋਏ। ਜਿਨ੍ਹਾਂ ਦਾ ਮਨ ਸੱਚਾ, ਉਹਨਾਂ ਦੇ ਮੁਖ ਦੇ ਵਿੱਚ ਹੀ ਸੱਚਾ ਨਾਮ ਹੀ ਨਿਕਲਦਾ ਹੈ। ਸੱਚੇ ਪਰਮੇਸ਼ਰ ਦੇ ਨਾਮ ਦੀ ਗੱਲ ਹੀ ਹਰ ਸਮੇਂ ਗੁਰਸਿੱਖ ਕਰਦੇ ਆ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਸੱਚਾ ਨਾਮ ਵਸ ਜਾਂਦਾ ਹੈ, ਤੇ ਜਿਸ ਹਿਰਦੇ ਅੰਦਰ ਵਿਕਾਰਾਂ ਦੀ, ਔਗਣਾਂ ਦੀ, ਪਾਪ ਕਰਮਾਂ ਦੀ ਦੁਰਗੰਧੀ ਹੈ, ਉਹ ਭਗਤੀ ਰੂਪ ਸੁਗੰਧੀ ਥੋੜਾ ਪ੍ਰਗਟ ਕਰ ਸਕਦਾ ਹੈ। ਮਹਾਰਾਜ ਕਹਿੰਦੇ ਦੁਰਗੰਧੀ ਆਉਂਦੀ ਉਹਦੇ ਵਿਚਾਰਾਂ ਦੇ ਵਿੱਚੋਂ ਵੀ, ਭੈੜੀ ਵਿਕਾਰਾਂ ਦੀ, ਵਿਸ਼ਿਆਂ ਦੀ, ਪਾਪ ਕਰਮਾਂ ਦੀ, ਉਹ ਫਿਰ ਦੁਰਗੰਧੀ ਆਉਂਦੀ ਹੈ। ਉਹਦੇ ਕੋਲ ਭਗਤੀ ਰੂਪ ਸੁਗੰਧੀ ਨਹੀਂ ਕਦਾਚਿਤ ਪ੍ਰਾਪਤ ਹੋ ਸਕਦੀ। ਇਸ ਲਈ ਹਜੂਰ ਕਹਿੰਦੇ ਫਲ ਫਿੱਕੇ ਫੁੱਲ ਬਕ ਬਕੇ। ਮਹਾਰਾਜ ਕਹਿੰਦੇ ਉਹਨਾਂ ਦਾ ਜਿਹੜਾ ਗਿਆਨ ਹੈ ਨਾ, ਉਹ ਵੀ ਜਿਹੜਾ ਆ ਫਿੱਕਾ ਆ। ਗਿਆਨ ਰੂਪੀ ਫਲ ਵੀ ਉਹਨਾਂ ਦਾ ਫਿੱਕਾ ਹੈ, ਤੇ ਫੁੱਲ ਬਕ ਬਕੇ ਉਹਨਾਂ ਦੇ ਬਚਨਾਂ ਰੂਪੀ ਜਿਹੜੇ ਫੁੱਲ ਆ ਉਹ ਵੀ ਬਕ ਬਕੇ ਕੌੜੇ ਹੁੰਦੇ ਹਨ। ਕੰਮ ਨਾ ਆਵੇ ਪਤ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਉਹਨਾਂ ਦਾ ਜੀਵਨ ਹੈ ਨਾ, ਜੀਵਨ ਰੂਪੀ ਜਿਹੜਾ ਪੱਤੇ ਹੈ, ਕਰਮਾਂ ਰੂਪੀ ਉਹਨਾਂ ਦੇ ਜਿਹੜੇ ਪੱਤੇ, ਉਹ ਵੀ ਕਿਸੇ ਕੰਮ ਨਹੀਂ ਆਉਂਦੇ। ਕਿਉਂਕਿ ਸਕਾਮ ਕਰਮ ਹੀ ਕਰਦੇ ਰਹਿੰਦੇ ਆ। ਮਾਣ ਤੇ ਵਡਿਆਈ ਸੋਭਾ ਪਾਉਣ ਦੇ ਵਾਸਤੇ ਹੀ ਕੰਮ ਕਰਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਉਹ ਜਿਹੜੇ ਕਰਮਾਂ ਰੂਪੀ ਪੱਤੇ ਆ ਨਾ, ਉਹ ਵੀ ਕਿਸੇ ਕੰਮ ਆਉਣ ਵਾਲੇ ਨਹੀਂ ਹਨ। ਮਿਠਤ ਨੀਵੀ ਨਾਨਕਾ। ਤੇ ਹਜੂਰ ਕਹਿੰਦੇ ਗੁਰਸਿੱਖੋ, ਜਿਹੜੇ ਬੇਰੀ ਦੀ ਤਰ੍ਹਾਂ ਨਿਮਰਤਾਵਾਨ ਹੋ ਕਰਕੇ ਰਹਿੰਦੇ ਹਨ। ਨਿਮਰਤਾ ਕਿੱਦਾਂ ਦੀ? ਮੁਰਦਾ ਹੋਈ ਮੁਰੀਦ ਨਾ ਗੱਲੀ ਹੋਵਣਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਕਿ ਮੁਰੀਦ ਬਣ ਕਰਕੇ, ਮੁਰੀਦ ਤਾਂ ਹੀ ਚੇਲਾ ਬਣਿਆ ਜਾਂਦਾ, ਅਸਲ ਸਿੱਖ ਬਣੀਦਾ ਜੇ ਮੁਰਦਾ ਹੋ ਜਾਵੇ, ਸੰਸਾਰ ਦੇ ਵੱਲੋਂ ਮਰ ਜਾਵੇ। ਮਹਾਰਾਜ ਸੱਚੇ ਪਾਤਸ਼ਾਹੀ ਦੀ ਸ਼ਰਨ ਧਾਰਨ ਕਰਨੀ ਹੈ ਨਾ, ਤੇ ਕਹਿੰਦੇ ਸੰਸਾਰ ਦੇ ਵੱਲੋਂ ਮਰਨਾ ਪੈਂਦਾ, ਆਪਾਂ ਭਾਵ ਮਾਰਨਾ ਪੈਂਦਾ। ਤੇ ਸੰਸਾਰ ਵੱਲੋਂ ਮਰਦਾ ਹੀ ਉਦੋਂ ਹੀ ਹੈ ਪੂਰੀ ਤਰ੍ਹਾਂ ਜਦੋਂ ਹੰਕਾਰ ਤੋਂ ਰਹਿਤ ਹੁੰਦਾ। ਜਦੋਂ ਤੱਕ ਮਨ ਵਿੱਚ ਹੰਕਾਰ ਰਹਿੰਦਾ ਹੈ, ਉਦੋਂ ਤੱਕ ਕੁਝ ਨਾ ਕੁਝ ਆਪਣੇ ਆਪ ਨੂੰ ਜਾਣਦਾ ਕਿ ਮੈਂ ਵੀ ਕੁਝ ਨਾ ਕੁਝ ਹੈ ਹੀ ਆ ਨਾ ਸੰਸਾਰ ਵਿੱਚ। ਮੇਰੇ ਵੀ ਸਕੇ ਸੰਬੰਧੀ ਬੜੇ ਪੈਸੇ ਵਾਲੇ ਹੈ, ਬੜੇ ਧਨ ਵਾਲੇ ਹੈ, ਬੜੇ ਬੜੇ ਤਗੜੇ ਮੇਰੇ ਮਿੱਤਰ ਹੈ, ਸੰਬੰਧੀ ਹੈ। ਆਪਣੇ ਆਪ ਨੂੰ ਕੁਝ ਨਾ ਕੁਝ ਮੰਨਦਾ, ਪਰ ਜਦੋਂ ਹੰਕਾਰ ਦੂਰ ਹੋ ਜਾਂਦਾ ਹੈ, ਫਿਰ ਸਾਧ ਸੰਗਤ ਜੀ ਨਿਮਰਤਾ ਦੇ ਘਰ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ, ਨਿਮਰਤਾਵਾਨ ਹੋ ਕੇ। ਫਿਰ ਨਹੀਂ ਥੋੜਾ ਜਿੰਨਾ ਕਿਸੇ ਦਾ ਹੰਕਾਰ ਕਰਦਾ, ਨਾ ਆਪਣਾ, ਨਾ ਆਪਣੇ ਸੰਬੰਧੀਆਂ ਮਿੱਤਰਾਂ ਰਿਸ਼ਤੇਦਾਰਾਂ ਦਾ, ਨਾ ਧਨ ਪਦਾਰਥਾਂ ਦਾ, ਇੱਥੋਂ ਤੱਕ ਕਿ ਆਪਣੇ ਸਰੀਰ ਦਾ ਵੀ ਕਦੇ ਮਾਣ ਨਹੀਂ ਕਰਦਾ। ਕਦੇ ਬੁੱਧੀ ਦਾ, ਕਦੇ ਤਨ ਕਰਕੇ, ਮਨ ਕਰਕੇ, ਇਹ ਸਾਰਾ ਬਲ, ਬੁੱਧੀ ਦੇ ਬਲ ਦਾ ਵੀ ਮਾਣ ਨਹੀਂ ਕਰਦਾ ਕਿ ਮੈਂ ਬੜਾ ਬੁੱਧੀਮਾਨ ਹਾਂ। ਨਿਮਰਤਾਵਾਨ ਹੋ ਕਰਕੇ ਰਹਿੰਦਾ। ਤੇ ਹਜੂਰ ਕਹਿੰਦੇ ਹਨ ਕਿ ਤਾਂ ਬੇਰੀ ਦੀ ਤਰ੍ਹਾਂ ਜਿਹੜਾ ਜੀਵਨ ਹੈ ਨਾ, ਮਿੱਠਤ ਨੀਵੀ ਨਾਨਕਾ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਹੜੇ ਨਿਉਵੇਂ ਹੋ ਕਰਕੇ ਰਹਿੰਦੇ ਆ ਨਾ ਬੇਰੀ ਦੀ ਤਰ੍ਹਾਂ, ਉਹਨਾਂ ਦੇ ਬੋਲ ਵੀ ਬੜੇ ਮਿੱਠੜੇ ਹੁੰਦੇ ਆ। ਤੇ ਬੇਰੀ ਨੂੰ ਸਾਧ ਸੰਗਤ ਜੀ ਫਲ ਜਿਹੜੇ ਬੇਰ ਲੱਗਦੇ ਮਿੱਠੇ ਮਿਠਾਸ ਹੀ ਦਿੰਦੇ ਹਨ। ਹੁਣ ਚੰਗਿਆਈ ਆ ਤਤ। ਹਜੂਰ ਕਹਿੰਦੇ ਹਨ ਜਿਹੜੇ ਬੇਰੀ ਦੀ ਤਰ੍ਹਾਂ ਜੀਵ ਹੁੰਦੇ ਆ ਨਾ, ਨਿਮਰਤਾਵਾਨ, ਉਹਨਾਂ ਦੇ ਕੋਲ ਸ਼ੁਭ ਗੁਣ ਹੁੰਦੇ ਹਨ। ਦਇਆ, ਧਰਮ, ਧੀਰਜਤਾ, ਸ਼ੁਭ ਵਿਚਾਰ, ਤੇ ਸਭ ਤੋਂ ਵੱਡਾ ਗੁਣ ਹੈ ਨਿਮਰਤਾ ਦਾ। ਸਤ ਬਚਨ ਕਹਿ ਕੇ ਜੀਵਨ ਨਿਰਵਾਹ ਕਰਨਾ, ਸਤ ਬਚਨ ਕਹਿ ਕੇ ਸਿਰ ਮੱਥੇ ਗੁਰੂ ਕਾ ਬਚਨ ਸਤ ਕਰਕੇ ਮੰਨਣਾ। ਮਹਾਰਾਜ ਕਹਿੰਦੇ ਇਹ ਪਿਆਰ ਵਾਲੇ ਗੁਰਸਿੱਖਾਂ ਦਾ ਜੀਵਨ ਹੈ। ਔਰ
ਐਸੇ ਗੁਰੂ ਕੇ ਪਿਆਰ ਵਾਲੇ ਜਿਹੜੇ ਸਿੱਖ ਆ ਨਾ, ਗੁਣ ਚੰਗਿਆਈਆਂ ਤਤ, ਉਹ ਪ੍ਰਮਾਤਮਾ ਦੇ ਸਰੂਪ ਰੂਪੀ ਤਤ ਨੂੰ ਕੱਢ ਲੈਂਦੇ ਆ। ਅਥਵਾ ਤਿੰਨਾਂ ਨਿਮਰਤਾਵਾਨ ਬ੍ਰਹਮ ਬੇਤਿਆਂ ਦੀ ਸੰਗਤ ਕਰਕੇ ਜਿਹੜੇ ਜਗਿਆਸੂ ਜਨ ਹੁੰਦੇ ਆ ਨਾ, ਉਹ ਵਾਹਿਗੁਰੂ ਦੇ ਸਰੂਪ ਰੂਪੀ ਤਤ ਦੀ ਪ੍ਰਾਪਤੀ ਕਰ ਲੈਂਦੇ ਹਨ। ਚੰਗਿਆਈਆਂ ਤੋਂ ਭਾਵ ਜਿਹੜੇ ਚੰਗੇ ਗੁਣ ਆ, ਚੰਗੇ ਕਰਮ ਕਰਨੇ ਆ ਜਾਂ ਨਿਸ਼ਕਾਮ ਕਰਮ ਕਰਨੇ ਹਨ। ਮਹਾਰਾਜ ਕਹਿੰਦੇ ਐਸਾ ਸਰੂਪ ਦਾ ਤਤ ਗੁਰਮੁਖ ਪਿਆਰੇ ਕੱਢ ਲੈਂਦੇ ਹਨ। ਸਭ ਕੋ ਨਿਵੈ ਆਪ ਕਾਓ। ਇਹ ਸੰਸਾਰ ਦੀ ਫਿਦਰਤ ਹੈ ਕਿ ਹਰ ਕੋਈ ਕਹਿੰਦਾ ਹੈ ਕਿ ਅਗਲਾ ਮੇਰੇ ਅੱਗੇ ਝੁਕੇ, ਮੈਂ ਨਾ ਕਿਸੇ ਅੱਗੇ ਵੀ ਝੁਕਾਂ। ਇਹ ਮਨੁੱਖ ਦੇ ਸਾਧ ਸੰਗਤ ਜੀ ਮਨ ਦਾ ਮਾਣ ਹੈ, ਹੰਕਾਰ ਹੈ। ਕੋਈ ਨਹੀਂ ਚਾਹੁੰਦਾ ਕਿ ਮੈਂ ਇਹਦੇ ਅੱਗੇ ਝੁਕਾਂ, ਹਰ ਕੋਈ ਕਹਿੰਦਾ ਕਿ ਦੂਜਾ ਹੀ ਮੇਰੇ ਅੱਗੇ ਆ ਕੇ ਝੁਕੇ। ਨਹੀਂ ਤਾਂ ਬਹੁਤਾਤ ਵਿੱਚ ਤਾਂ ਹਰ ਇੱਕ ਨੂੰ ਝੁਕਾਉਣ ਦੇ ਵਾਸਤੇ ਯਤਨ ਕਰਦਾ ਰਹਿੰਦਾ। ਪਰ ਮਹਾਰਾਜ ਕਹਿੰਦੇ ਹਨ ਸਭ ਕੋ ਨਿਵੈ ਆਪ ਕਹੋ। ਆਪਣੀ ਪ੍ਰਤਿਸ਼ਠਾ ਦੇ ਵਾਸਤੇ ਹਰ ਇੱਕ ਨੂੰ ਭਾਵੇਂ ਝੁਕਾਉਣ ਦੇ ਵਾਸਤੇ ਯਤਨ ਕਰਦਾ ਹੈ। ਘਰ ਕਾਓ ਨਿਵੈ ਨਾ ਕੋਏ। ਪਰ ਪਰਾਏ ਕਿਸੇ ਦੇ ਵਾਸਤੇ ਕੋਈ ਨਿਉਂਦਾ ਨਹੀਂ ਹੈ। ਮਹਾਰਾਜ ਸਤਿਗੁਰੂ ਜੀ ਅੰਤਰੀ ਭਾਵ ਵਿੱਚ ਬਖਸ਼ਿਸ਼ ਕਰਦੇ ਕਹਿੰਦੇ ਹਨ ਸਭ ਕੋ ਨਿਵੈ ਆਪ ਕਹੋ। ਤੇ ਜਿਹੜੇ ਪਖੰਡੀ ਹੁੰਦੇ ਆ ਨਾ, ਉਹ ਸਾਧ ਸੰਗਤ ਜੀ ਬੜਾ ਝੁਕ ਝੁਕ ਕੇ ਸਲਾਮਾਂ ਕਰਦੇ ਆ, ਬੜੀ ਨਿਮਰਤਾ ਜ਼ਾਹਰ ਕਰਨ ਦਾ ਯਤਨ ਕਰਦੇ ਕਿ ਅਸੀਂ ਬੜੇ ਨਿਮਰਤਾਵਾਨ। ਸਾਡੇ ਵਰਗੀ ਗਰੀਬੀ ਕਿਹਨਾਂ ਦੇ ਅੰਦਰ ਹੈ? ਕੋਈ ਨਹੀਂ ਜਿਹੜਾ ਸਾਡੇ ਵਰਗਾ। ਸਭ ਕੋ ਨਿਵੈ ਆਪ ਕਹੋ। ਪਰ ਅਸਲ ਦੇ ਵਿੱਚ ਉਹ ਆਪਾ ਭਾਵ ਹੰਕਾਰ ਵਧਾਉਣ ਦੇ ਵਾਸਤੇ ਹੀ ਨਿਉਂਦੇ ਆ। ਹੰਕਾਰ ਵਧਾਉਣ ਦੇ ਵਾਸਤੇ, ਆਪਣੀ ਪੂਜਾ ਮਾਣ ਦੇ ਵਾਸਤੇ ਇਹ ਮਹਾਰਾਜ ਕਹਿੰਦੇ ਝੂਠਾ ਹੀ ਭਾਵੇਂ ਨਿਉਂਦੇ ਹਨ। ਘਰ ਕਾਓ ਨਿਵੈ ਨਾ ਕੋਏ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਪਰਾਏ ਹੋਰ ਨੂੰ ਨਹੀਂ ਕਹਿੰਦੇ ਕਿ ਤੂੰ ਝੁਕ, ਅਸੀਂ ਝੁਕਦੇ ਆ। ਬੜੀਆਂ ਕਹਿੰਦੇ ਤਾਂ ਹੰਕਾਰ ਦੇ ਕਰਕੇ, ਪਖੰਡ ਕਰ ਕਰਕੇ ਸੰਸਾਰ ਦੇ ਅੰਦਰ ਦਰਸਾਉਂਦੇ ਹਨ। ਧਰ ਤਾਰਾਜੂ ਤੋਲੀਐ। ਪਰ ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਹਨ ਤਰਾਜੂ ਤੱਕੜੀ ਦੇ ਵਿੱਚ ਤੋਲ ਕਰਕੇ ਦੇਖਣਾ ਕਰੋ। ਜਿਵੇਂ ਤੱਕੜੀ ਦੇ ਦੋ ਛਾਬੇ ਹੁੰਦੇ ਆ ਨਾ, ਇੱਕ ਪਾਸੇ ਸਾਧ ਸੰਗਤ ਜੀ ਉਹ ਜਿਹੜਾ ਭਾਰ ਜ਼ਿਆਦਾ ਹੋ ਜਾਂਦਾ ਉਹ ਧਰਤੀ ਦੇ ਵੱਲ ਨਿਉ ਜਾਂਦਾ। ਉਹਨੂੰ ਕਹਿੰਦੇ ਇਹ ਜ਼ਿਆਦਾ, ਇਹ ਵੱਡਾ ਹੈ, ਇਹ ਭਾਰਾ ਹੈ, ਉਹਨੂੰ ਭਾਰ ਜ਼ਿਆਦਾ ਕਿਹਾ ਜਾਂਦਾ। ਤੇ ਸਤਿਗੁਰੂ ਜੀ ਕਹਿੰਦੇ ਹਨ ਧਰ ਤਾਰਾਜੂ ਤੋਲੀ ਹੈ। ਕਹਿੰਦੇ ਕਿ ਇਹ ਗੁਰਸਿੱਖ ਉਹਨਾਂ ਦੇ ਜੀਵਨ ਨੂੰ ਵਿਚਾਰ ਰੂਪੀ ਤਕੜੀ ਦੇ ਵਿੱਚ ਪਾ ਕਰਕੇ ਤੋਲ ਕੇ ਦੇਖ ਲੈਣਾ ਕਰੋ। ਨਿਵੈ ਸੋ ਗੌਰਾ ਹੋਏ। ਜਿਵੇਂ ਸੰਸਾਰ ਦੀ ਰੀਤੀ ਹੈ ਨਾ, ਜਿਹੜਾ ਨਿਉ ਜਾਂਦਾ ਛਾਬਾ ਨੂੰ ਗੌਰਾ ਭਾਰਾ ਕਿਹਾ ਜਾਂਦਾ ਕਿ ਭਾਰਾ ਹੈ, ਇਹਦੇ ਵਿੱਚ ਵੱਧ ਭਾਰ ਹੈ, ਪਦਾਰਥ ਵਸਤੂ ਇਹਦੇ ਵਿੱਚ ਜ਼ਿਆਦਾ ਹੈ। ਮਹਾਰਾਜ ਕਹਿੰਦੇ ਨਿਉਣ ਵਾਲਾ ਹੀ ਵੱਡਾ ਗਿਣਿਆ ਜਾਂਦਾ ਹੈ। ਇਸੇ ਪ੍ਰਕਾਰ ਧਰਤਾ ਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਵਿਚਾਰ ਰੂਪੀ ਤਕੜੀ ਵਿੱਚ ਪਾ ਕੇ ਤੋਲਿਆ ਜਾਵੇ ਤੇ ਸਾਧ ਸੰਗਤ ਜੀ ਨਿਮਰਤਾਵਾਨ ਹੀ ਅਸਲ ਦੇ ਵਿੱਚ ਵੱਡਾ ਗਿਣਿਆ ਜਾਂਦਾ ਹੈ। ਗੁਰੂ ਕੀ ਬਾਣੀ ਦਾ ਬਚਨ ਹੈ ਨਾ, ਆਪ ਸਕਾਓ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ। ਉਹ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ ਜਿਹੜਾ ਆਪਣੇ ਆਪ ਨੂੰ ਸਦਾ ਹੀ ਨੀਵਾਂ ਗਿਣਦਾ ਹੈ। ਮਹਾਰਾਜ ਸਾਹਿਬ ਜੀ ਨੇ ਬਚਨ ਵੀ ਕਹੇ ਹਨ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚਾਹੋ ਕੁੰਟ ਮਾਨੈ। ਉਹ ਨੀਚ ਜਾਣਨ ਵਾਲਿਆਂ ਨੂੰ ਸਾਧ ਸੰਗਤ ਜੀ ਵਾਹਿਗੁਰੂ ਏਦਾਂ ਦਾ ਬਲ ਬਖਸ਼ਿਸ਼ ਕਰ ਦਿੰਦਾ, ਹਿਰਦੇ ਦੀ ਗਰੀਬੀ ਨਾਮ ਦੀ ਦਾਤ ਦੇ ਕਰਕੇ ਨਿਵਾਜ ਦਿੰਦਾ। ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਹਨ, ਨਿਮਰਤਾਵਾਨ ਹੋ ਕੇ ਸਿਮਰਨ ਕਰਦੇ ਰਹਿੰਦੇ ਆ ਤੇ ਸਾਧ ਸੰਗਤ ਜੀ ਪ੍ਰਮਾਤਮਾ ਉਹਨਾਂ ਨੂੰ ਇੰਨਾ ਉੱਚੀਆਂ ਕਰ ਦਿੰਦਾ ਕਿ ਉਹਨਾਂ ਦੀ ਕੋਈ ਬਰਾਬਰਤਾ ਕਰ ਹੀ ਨਹੀਂ ਸਕਦਾ ਸੰਸਾਰ ਦੇ ਵਿੱਚ। ਇਹ ਗੁਰੂ ਘਰ ਦੇ ਵਿੱਚ ਨਿਮਰਤਾ ਦੀ ਪ੍ਰਧਾਨਤਾ ਹੈ। ਤੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਨੇ ਇਹ ਬਖਸ਼ਿਸ਼ ਕੀਤੀ ਹੈ। ਤੇ ਅੱਗੇ ਉਦਾਹਰਨ ਦੇ ਕਰਕੇ ਫਰਮਾਉਂਦੇ ਕਿ ਗੁਰਸਿੱਖੋ ਮਤਾ ਕਿਤੇ ਤੁਹਾਡੇ ਮਨ ਦੇ ਵਿੱਚ ਭਰਮ ਪਿਆ ਰਹਿ ਜਾਵੇ ਕਿ ਮਹਾਰਾਜ ਬੜੇ ਨਿਉ ਕਰਕੇ ਰਹਿੰਦੇ ਆ, ਇਹ ਲੋਕ ਤਾਂ ਬੜੇ ਝੁਕ ਝੁਕ ਕੇ ਸਲਾਮਾਂ ਕਰਦੇ ਹਨ। ਅਪਰਾਧੀ ਦੂਣਾ ਨਿਵੈ। ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਅਪਰਾਧੀ ਹੈ ਨਾ, ਗੁਨਹਗਾਰ ਹੈ, ਜਿਹਨੇ ਅਪਰਾਧ ਕੀਤਾ, ਜਦੋਂ ਫੜਿਆ ਜਾਂਦਾ ਤੇ ਨਿਉਂਦਾ ਤੇ ਉਹ ਵੀ ਬੜਾ ਹੀ ਹੈ। ਉਹ ਕੋਈ ਨਮਸਕਾਰਾਂ ਥੋੜਾ ਕਰ ਰਿਹਾ ਹੁੰਦਾ, ਉਹ ਤਾਂ ਕੁੱਟ ਤੋਂ ਬਚਣ ਦੇ ਵਾਸਤੇ ਕਿ ਮੈਨੂੰ ਕਿਤੇ ਕੁਟਾਪਾ ਨਾ ਚੜ ਜਾਵੇ, ਮੇਰੀ ਛਿੱਲ ਨਾ ਲੱਥ ਜਾਵੇ, ਮੈਨੂੰ ਕੁੱਟਣ ਨਾ, ਮੈਨੂੰ ਕੋਈ ਦੰਡ ਨਾ ਦੇਣ,
ਮੈਂ ਕਿਤੇ ਬੰਧਨਾਂ ਵਿੱਚ ਨਾ ਵੱਧ ਜਾਵਾਂ। ਇਦਾਂ ਕਈਆਂ ਦੀਆਂ ਕਈ ਤਰ੍ਹਾਂ ਦੀਆਂ ਵਿਚਾਰਾਂ ਅਧੀਨ ਹੋ ਕਰਕੇ ਬਾਰ-ਬਾਰ ਝੁਕਦਾ ਜੀ ਮੈਨੂੰ ਬਖਸ਼ ਦਿਓ ਬਖਸ਼ ਦਿਓ। ਪਰ ਮਹਾਰਾਜ ਕਹਿੰਦੇ ਉਹ ਰੱਬ ਅੱਗੇ ਸਲਾਮਾਂ ਥੋੜਾ ਕਰਦਾ ਪਿਆ, ਉਹ ਕੋਈ ਨਮਸਕਾਰਾਂ ਥੋੜਾ ਕਰਦੇ ਆ, ਇਹ ਕੋਈ ਬੰਦਗੀ ਥੋੜਾ ਹੀ ਹੈ। ਇਸ ਕਰਕੇ ਹਜੂਰ ਨੇ ਉਚਾਰਨ ਕੀਤਾ ਅਪਰਾਧੀ ਦੂਣਾ ਨਿਵੈ। ਉਹ ਦੂਣਾ ਚੋਣਾ ਹੋ ਕਰਕੇ ਨਿਉਂਦਾ, ਐ ਸਿੱਧਾ ਡੰਡੇ ਵੱਤ ਵੀ ਕਈ ਵਾਰ ਲੰਮੇ ਪੈ ਜਾਂਦਾ ਭੁੱਲਾਂ ਬਖਸ਼ਾਉਣ ਵਾਸਤੇ। ਜੋ ਹੰਤਾ ਮਿਰਗਾਹੇ। ਤੇ ਸਾਧ ਸੰਗਤ ਜੀ ਜਿਹੜਾ ਸ਼ਿਕਾਰੀ ਹੁੰਦਾ ਨਾ ਮਿਰਗਾਹੇ ਹਿਰਨ ਨੂੰ ਮਾਰਨ ਦੇ ਵਾਸਤੇ ਨਿਸ਼ਾਨਾ ਤੱਕਦਾ ਜਾਂ ਧਨੁਕ ਦੇ ਚਿੱਲੇ ਵਿੱਚ ਤੀਰ ਜੋੜ ਕਰਕੇ ਨਿਸ਼ਾਨਾ ਤੱਕਦਾ, ਸੇਧ ਬਣਾਉਂਦਾ, ਤੇ ਜਾਂ ਫਿਰ ਬੰਦੂਕ ਦੇ ਨਾਲ ਗੋਲੀ ਦਾ ਨਿਸ਼ਾਨਾ ਦਾਗਣ ਦੇ ਵਾਸਤੇ ਐਨ ਪੂਰਾ ਸਾਹਮਣੇ ਹੋ ਕਰਕੇ ਝੋਕੇ ਨਾ, ਸਿਰ ਨੀਵਾ ਕਰਕੇ ਝੋਕੇ ਨਿਸ਼ਾਨਾ ਤੱਕਦਾ ਹੈ। ਤੇ ਮਹਾਰਾਜ ਕਹਿੰਦੇ ਹਨ ਭਾਵੇਂ ਅਪਰਾਧੀ ਨਿਉਂਦਾ ਹੈ, ਭਾਵੇਂ ਸ਼ਿਕਾਰੀ ਸਿਰ ਨੀਵਾ ਕਰਕੇ ਬਾਰ-ਬਾਰ ਨਿਸ਼ਾਨਾ ਤੱਕਦਾ, ਇਹ ਕੋਈ ਨਮਸਕਾਰ ਥੋੜਾ ਹੀ ਹੈ, ਉਹ ਤਾਂ ਆਪਣੇ ਸਵਾਰਥ ਦੇ ਵਾਸਤੇ ਕਰਦੇ ਪਏ ਹੈ। ਇਦਾਂ ਦਾ ਮਹਾਰਾਜ ਕਹਿੰਦੇ ਪਖੰਡੀਆਂ ਦੀ ਸੰਸਾਰ ਦੀ ਹਾਲਤ ਹੈ। ਹਿਰਦੇ ਦੀ ਕੋਈ ਗਰੀਬੀ ਨਹੀਂ ਹੈ, ਉਹ ਕੇਵਲ ਆਪਣਾ ਹੰਕਾਰ ਵਧਾਉਣ ਦੇ ਵਾਸਤੇ ਕਰਦੇ ਹਨ। ਸੀਸ ਨਿਵਾਇਆ ਕਿਆ ਥੀਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਗੁਰਸਿੱਖੋ, ਹਿਰਦੇ ਵਿੱਚ ਭਾਵਨਾ ਤੇ ਪਿਆਰ ਤੋਂ ਬਿਨਾਂ ਸੀਸ ਨਿਵਾਇਆ ਭਲਾ ਕਿਸ ਲੇਖੇ ਹੈ, ਕਿਸੇ ਲੇਖੇ ਵਿੱਚ ਪੈਣ ਵਾਲਾ ਨਹੀਂ ਹੈ। ਹਿਰਦੈ ਕੁਸੁਧੇ ਜਾਹੇ। ਜੇ ਹਿਰਦਾ ਖੋਟੇ ਪਾਸੇ ਜਾਂਦਾ ਪਿਆ, ਕੋ ਸੁੱਧੇ ਅਪਵਿੱਤਰਤਾ ਦੇ ਵੱਲ ਮਨ ਜਾਂਦਾ ਪਿਆ, ਪਾਪ ਕਰਮਾਂ ਦੇ ਵੱਲ ਮਨ ਭੱਜਦਾ ਜਾ ਰਿਹਾ ਹੈ, ਮਹਾਰਾਜ ਕਹਿੰਦੇ ਬਾਰ-ਬਾਰ ਸੀਸ ਨਿਵਾਉਣ ਦਾ ਭਲਾ ਕੀ ਲਾਭ ਹੈ। ਜਿੰਨਾ ਚਿਰ ਆਪਣੇ ਔਗਣ ਹੀ ਨਹੀਂ ਛੱਡਦੇ, ਜਿੰਨਾ ਚਿਰ ਮਹਾਰਾਜ ਕਹਿੰਦੇ ਹਿਰਦੇ ਦੀ ਅਪਵਿੱਤਰਤਾ ਵਾਲੇ ਪਾਸੇ ਜਿਹੜਾ ਪੱਖ ਜਾਣਾ ਛੱਡਦੇ ਨਹੀਂ ਆ, ਉਹਨਾਂ ਚਿਰ ਬਾਰ-ਬਾਰ ਸੀਸ ਨਿਵਾਇਆ ਕਿਆ ਥੀ ਹੈ, ਕਿਸ ਲੇਖੇ ਵਿੱਚ ਹੈ, ਕਿਸੇ ਲੇਖੇ ਵਿੱਚ ਪੈਣ ਵਾਲਾ ਨਹੀਂ ਹੈ। ਇਸ ਲਈ ਸਾਧ ਸੰਗਤ ਜੀ, ਜਦੋਂ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਈਏ, ਸ਼ਰਧਾ ਭਾਵਨਾ ਤੇ ਸਤਿਕਾਰ ਦੀ ਸਹਿਤ ਸਾਨੂੰ ਨਮਸਕਾਰ ਕਰਨੀ ਚਾਹੀਦੀ ਹੈ। ਖਿਮਾ ਕਰਨਾ, ਸਾਡੇ ਵਿੱਚੋਂ ਕਿੰਨੇ ਸਰੀਰ ਇੱਥੇ ਬੈਠੇ ਗੁਰੂ ਚਰਨਾਂ ਵਿੱਚ, ਕਈ ਵਾਰ ਉਮਰ ਵੀ ਭਾਵੇਂ ਲੰਬੀ ਹੋ ਜਾਂਦੀ, ਪਰ ਸਾਨੂੰ ਅਜੇ ਤੱਕ ਸਾਧ ਸੰਗਤ ਜੀ ਗੁਰੂ ਚਰਨਾਂ ਤੇ ਨਮਸਕਾਰ ਕਰਨੀ ਵੀ ਨਹੀਂ ਆਈ ਕਿ ਨਮਸਕਾਰ ਕਿੱਦਾਂ ਕਰੀਦੀ ਹੈ। ਮਨ ਵਿੱਚ ਭਾਵਨਾ ਬਣਾ ਕੇ ਗੁਰੂ ਚਰਨਾਂ ਤੇ ਨਮਸਕਾਰ ਕਰੇ, ਦੋਵੇਂ ਹੱਥਾਂ ਦੀਆਂ ਹਥੇਲੀਆਂ ਸਤਿਗੁਰੂ ਜੀ ਦੇ ਚਰਨਾਂ ਤੇ ਮਹਾਰਾਜ ਸਾਹਿਬ ਜੀ ਦੇ ਧਰਤੀ ਤੇ ਵਿਛਾਈ ਤੇ ਰੱਖ ਕਰਕੇ ਤੇ ਆਪਣਾ ਜਿਹੜਾ ਮਸਤਕ ਹੈ ਨਾ ਭਾਵਨਾ ਬਣਾ ਕੇ ਰੱਖੇ, ਨਮਸਕਾਰ ਕਰੇ ਕਿ ਮੈਂ ਗੁਰੂ ਚਰਨਾਂ ਤੇ ਰੱਖ ਰਿਹਾ ਹਾਂ। ਇਹ ਮਨ ਵਿੱਚ ਭਾਵਨਾ ਬਣਾ ਕੇ ਨਮਸਕਾਰ ਕਰਨੀ ਚਾਹੀਦੀ ਹੈ। ਨਹੀਂ ਤਾਂ ਬਹੁਤਾਤ ਵਿੱਚ ਤਾਂ ਸਾਨੂੰ ਪਤਾ ਹੀ ਹੈ ਕਿ ਕਈ ਵਾਰ ਕਈ ਪ੍ਰੇਮੀ ਆਉਂਦੇ ਨਮਸਕਾਰ ਕਰਨ ਵਾਸਤੇ, ਉਹ ਬਸ ਥੋੜਾ ਜਿਹਾ ਸੀਸ ਝੁਕਾ ਕੇ ਤੇ ਐ ਉਸੇ ਵੇਲੇ ਭੱਜਣ ਦੇ ਕਰਨੇ। ਤੇ ਕਈ ਵਾਰ ਕਿਤੇ ਪੱਗ ਨਾ ਮੇਰੀ ਮੈਲੀ ਹੋ ਜਾਵੇ, ਪੱਗ ਮੇਰੀ ਕਿਤੇ ਟੇਢੀ ਨਾ ਹੋ ਜਾਵੇ, ਪੱਗ ਨੂੰ ਬਚਾਉਣ ਦੇ ਵਾਸਤੇ ਆਪਾਂ ਸੀਸ ਨਹੀਂ ਗੁਰੂ ਚਰਨਾਂ ਤੇ ਰੱਖਦੇ। ਸਾਧ ਸੰਗਤ ਜੀ, ਨਮਸਕਾਰ ਕਰਨ ਦੀ ਵੀ ਕੋਈ ਮਰਜ਼ਾਦਾ ਹੈ। ਭਾਵਨਾ ਦੇ ਨਾਲ ਸਤਿਗੁਰੂ ਜੀ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕਰਕੇ ਆਪਣਾ ਸੀਸ ਜਿਹੜਾ ਧਰਤੀ ਤੇ ਵਿਛਾਈ, ਉਹਦੇ ਉੱਪਰ ਐ ਮਸਤਕ ਪੂਰਾ ਲਗਾ ਕਰਕੇ ਨਮਸਕਾਰ ਕਰਨੀ ਚਾਹੀਦੀ ਹੈ। ਨਾ ਕਿ ਐਵੇਂ ਥੋੜਾ ਜਿਹਾ ਸੀਸ ਝੁਕਾ ਕੇ ਜਿੱਦਾਂ ਕਿਸੇ ਨੂੰ ਮਖੌਲ ਨਹੀਂ ਕਰੀਦਾ। ਪਰ ਸਤਿਗੁਰੂ ਜੀ ਦੇ ਨਾਲ ਗੁਰੂ ਘਰ ਵਿੱਚ ਆ ਕਰਕੇ ਇਦਾਂ ਦੀ ਮਖੌਲਬਾਜ਼ੀ ਨਹੀਂ ਚੱਲਦੀ। ਨਿਮਰਤਾ ਤੇ ਭਾਵਨਾ ਦੇ ਨਾਲ ਗੁਰੂ ਚਰਨਾਂ ਤੇ ਸੀਸ ਝੁਕਾਉਣਾ ਚਾਹੀਦਾ। ਤੇ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ, ਸੀਸ ਨਿਵਾਇਆ ਕਿਆ ਥੀਐ ਜਾਂ ਹਿਰਦੈ ਕਸੁੱਧੇ ਜਾਹੇ। ਕਹਿੰਦੇ ਜੇ ਹਿਰਦਾ ਅਪਵਿੱਤਰਤਾ ਵਾਲੇ ਪਾਸੇ ਪਾਪ ਕਰਮਾਂ ਦੇ ਵੱਲ ਜਾਂਦਾ ਪਿਆ ਤੇ ਫਿਰ ਸੀਸ ਨਿਵਾਉਣ ਦਾ ਕੀ ਲਾਭ। ਔਗਣ ਵੀ ਛੱਡਣੇ ਚਾਹੀਦੇ ਹੈ। ਇਹ ਕਹੀ ਜਾਵੇ ਕਿ ਮਹਾਰਾਜ ਮੈਂ ਸੀਸ ਵੀ ਝੁਕਾਈ ਜਾਂਦਾ ਤੇ ਪਾਪ ਕਰਮ ਕਰਨੇ ਵੀ ਛੱਡਣੇ ਨਹੀਂ ਹੈ, ਝੂਠ ਬੋਲਣਾ, ਛਲ ਕਰਨਾ, ਠੱਗੀਆਂ ਮਾਰਨੀਆਂ ਵੀ ਛੱਡਣੀਆਂ ਨਹੀਂ ਹੈ, ਤੇ ਫਿਰ ਤਾਂ ਨਹੀਂ ਨਾ ਗੱਲ ਬਣਨ ਵਾਲੀ। ਔਗਣ ਵੀ ਛੱਡਣੇ ਪੈਂਦੇ ਆ। ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਵੀ ਕਰਨੀ ਚਾਹੀਦੀ ਹੈ, ਮਹਾਰਾਜ ਸ਼ੁਭ ਗੁਣਾਂ ਦੀ ਦਾਤ ਬਖਸ਼ੋ, ਔਗਣਾਂ ਨੂੰ ਛੱਡਣ ਦਾ ਕਿਰਪਾ ਕਰਕੇ ਬਲ ਬਖਸ਼ੋ। ਸਤਿਗੁਰੂ ਜੀ ਤੁਹਾਡੀ ਕਿਰਪਾ ਹੋਵੇ ਤਾਂ ਔਗਣ ਛੱਡੇ ਜਾ ਸਕਦੇ ਆ, ਨਹੀਂ ਤੇ ਇੰਨੇ ਜਕੜੇ ਹੋਏ ਇਹ ਬੰਧਨ ਹੈ ਔਗਣਾਂ ਦੇ। ਸਾਧ ਸੰਗਤ ਜੀ ਆਪਣੇ ਬਲ ਦੇ ਨਾਲ ਜੀਵ ਛੋਟੇ ਨਹੀਂ ਸਕਦਾ। ਮਹਾਰਾਜ ਸੱਚੇ ਪਾਤਸ਼ਾਹ
ਹਜੂਰ ਬਖਸ਼ਿਸ਼ ਕਰਨ, ਸਾਨੂੰ ਸਮਤ ਬਖਸ਼ਣ। ਤੇ ਮਹਾਰਾਜ ਕਹਿੰਦੇ ਹਨ ਕਿ ਇਹ ਗੁਰਸਿੱਖੋ, ਇਵੇਂ ਹਿਰਦੇ ਦੀ ਅਪਵਿੱਤਰਤਾ ਵਾਲੇ ਪੱਖ ਵਿੱਚ ਜਾਣ ਕਰਕੇ ਸੀਸ ਝੁਕਾਉਣ ਦੇ ਨਾਲ ਵੀ ਕਦੇ ਮੁਕਤ ਨਹੀਂ ਹੋ ਜਾਈਦਾ। ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ। ਇਹ ਜੋ ਪਾਵਨ ਸ਼ਬਦ ਹੈ ਨਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਾਂਸ਼ੀ ਦੇ ਵਿੱਚ ਉਚਾਰਨ ਕੀਤਾ ਸੀ। ਜਿਹੜਾ ਸੰਸਕ੍ਰਿਤੀ ਸ਼ਲੋਕਾਂ ਦੇ ਵਿੱਚੋਂ ਪਹਿਲਾਂ ਵੀ ਸਾਧ ਸੰਗਤ ਜੀ ਇਹ ਚਤੁਰ ਗੀਤਾ, ਚਤੁਰਮੁਖ ਸ਼ਬਦ ਜਿਹੜਾ ਗੀਤਾ ਦਾ ਇਹਨੂੰ ਕਿਹਾ ਜਾਂਦਾ ਹੈ। ਸਾਧ ਸੰਗਤ ਜੀ, ਜਦੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਕਾਂਸ਼ੀ ਦੇ ਵਿੱਚ ਗਏ ਹੈ ਨਾ, ਇੱਥੇ ਇੱਕ ਮਰਿਆ ਹੋਇਆ ਕੁੱਤਾ ਪਿਆ ਸੀ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਪਾਸੇ ਬੈਠੇ ਹੋਏ ਨੇ। ਉੱਥੇ ਗੋਪਾਲ ਦੱਤ ਪੰਡਿਤ ਚੱਲ ਕੇ ਆਏ, ਬੜਾ ਵਿਦਿਆ ਦਾ ਅਭਿਮਾਨੀ ਸੀ, ਬਹੁਤ ਹੰਕਾਰ ਸੀ ਮਨ ਅੰਦਰ। ਤੇ ਗਰੀਬ ਨਵਾਜ ਸਤਿਗੁਰੂ ਜੀ ਦੇ ਕੋਲ ਆਇਆ ਤੇ ਨਾਲ ਉਹਦੇ ਚੇਲੇ ਦਾਸ ਜਿਹੜੇ ਵਿਦਿਆ ਪੜ੍ਹਦੇ ਸਨ ਆ ਕੇ ਕਹਿਣ ਲੱਗਾ, ਜੀ ਮੇਰੇ ਨਾਲ ਚਰਚਾ ਕਰੋ। ਮਹਾਰਾਜ ਕਹਿੰਦੇ ਕਿ ਭਾਈ ਅਸੀਂ ਚਰਚਾ ਕਰਨ ਵਾਸਤੇ ਨਹੀਂ ਆਏ, ਅਸੀਂ ਤਾਂ ਆਇਓ ਰੱਬ ਨੂੰ ਯਾਦ ਕਰਦੇ ਹੋਏ ਸੰਸਾਰ ਦੀ ਯਾਤਰਾ ਕਰ ਰਹੇ ਹਾਂ। ਤੇ ਫਿਰ ਕਹਿੰਦਾ, ਜੇ ਨਹੀਂ ਚਰਚਾ ਕਰਨੀ, ਜੇ ਇਹ ਚਰਚਾ ਕਰ ਹੀ ਨਹੀਂ ਸਕਦੇ ਤੇ ਫਿਰ ਇਦਾਂ ਦਾ ਲਿਬਾਸ ਕਿਉਂ ਤੁਸਾਂ ਨੇ ਬਣਾਇਆ, ਭੰਗਵੇ ਕੱਪੜੇ ਕਿਉਂ ਪਾਏ ਹੋਏ ਆ? ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਹੀਂ ਭਾਈ ਨਹੀਂ, ਤੁਸੀਂ ਆਪਣਾ ਕਾਰਜ ਕਰੋ, ਸਾਨੂੰ ਆਪਣਾ ਕਾਰਜ ਕਰਨ ਦਾ ਨਹੀਂ ਟਲਿਆ। ਫਿਰ ਵੀ ਬਾਰ-ਬਾਰ ਕਹੀ ਜਾਂਦਾ ਸੀ, ਹੰਕਾਰੀ ਬੰਦਾ ਆਪਣੀ ਈਨ ਮਨਾਉਂਦਾ ਬਾਰ-ਬਾਰ, ਮੇਰੇ ਅਧੀਨ ਹੋ ਜਾਵੇ। ਨਹੀਂ, ਜਦੋਂ ਬਾਰ-ਬਾਰ ਟਲਿਆ ਤੇ ਜਿਹੜਾ ਮਰਿਆ ਹੋਇਆ ਕੁੱਤਾ ਪਿਆ ਸੀ ਨਾ, ਮਹਾਰਾਜ ਕਹਿੰਦੇ ਉੱਠ, ਤੇਰਾ ਭਾਈਚਾਰਾ ਆਏ, ਇਹਨਾਂ ਦੇ ਨਾਲ ਚਰਚਾ ਕਰ। ਤੇ ਸੁਣ ਕੇ ਬੜੀ ਮਨ ਦੇ ਵਿੱਚ ਹੈਰਾਨਗੀ ਹੋਈ ਕਿ ਕੁੱਤੇ ਨੂੰ ਸਾਡਾ ਭਾਈ ਭਰਾ ਬਣਾ ਦਿੱਤਾ, ਕਿ ਤੇਰਾ ਭਾਈਚਾਰਾ ਆਇਆ, ਇਹਨਾਂ ਦੇ ਨਾਲ ਚਰਚਾ ਕਰ ਉੱਠ ਕੇ। ਤੇ ਮਹਾਰਾਜ ਜੀ ਦਾ ਬਚਨ ਕੀਤਾ ਔਰ ਸਤਨਾਮ ਮੁਕਤ ਉਚਾਰਨ ਕਰਕੇ ਜਲ ਛਿੜਕਿਆ ਨਾ, ਜਦੋਂ ਉਹਦੇ ਵਿੱਚੋਂ ਪ੍ਰਕਾਸ਼ ਵਾਲੀ ਦੇਹੀ ਨਿਕਲੀ। ਉਹ ਸੁਰਤੀਆਂ ਸਿਮਰਤੀਆਂ ਦੇ ਪਾਠ ਉਚਾਰਨ ਕਰਨ ਲੱਗ ਪਿਆ ਤੇ ਸੁਣ ਕਰਕੇ ਦੰਗ ਰਹਿ ਗਏ। ਤੇ ਸਾਧ ਸੰਗਤ ਜੀ, ਉਹ ਜਦੋਂ ਬਾਰ-ਬਾਰ ਏਦਾਂ ਸੁਰਤੀਆਂ ਸਿਮਰਤੀਆਂ ਕੰਨਾਂ ਦੇ ਨਾਲ ਪਾਠ ਸੁਣੇ, ਅਰਥ ਸੁਣ ਲਏ, ਤੇ ਫਿਰ ਸਾਰੇ ਨਿਮੋ ਚੀਣੇ ਜਿਹੇ ਹੋ ਕਰਕੇ ਮਹਾਰਾਜ ਦੀ ਸ਼ਰਨ ਵਿੱਚ ਪੈ ਗਏ ਸਨ। ਔਰ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਹੈਰਾਨ ਹੋ ਕਰਕੇ ਗੋਪਾਲ ਦੱਤ ਪੰਡਿਤ ਪੁੱਛਣ ਲੱਗਾ, ਹੇ ਸਤਿਗੁਰੂ ਜੀ, ਇਹ ਤਾਂ ਠੀਕ ਹੈ ਕਿ ਆਪ ਜੀ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਜਾਪ ਰਹੇ, ਅਵਤਾਰੀ ਪੁਰਸ਼ ਹੋ ਮਹਾਰਾਜ, ਪਰ ਇਹ ਦੱਸੋ ਕਿ ਇਹਨੂੰ ਸਾਡਾ ਭਾਈ ਕਿਉਂ ਕਿਹਾ ਕੁੱਤੇ ਨੂੰ? ਮਹਾਰਾਜ ਕਹਿੰਦੇ, ਤੁਹਾਨੂੰ ਆਪੇ ਹੀ ਦੱਸੇਗਾ। ਜਦੋਂ ਹਜੂਰ ਨੇ ਹੁਕਮ ਕੀਤਾ ਤੇ ਉਹ ਪ੍ਰਕਾਸ਼ ਵਾਲੀ ਦੇਹ ਦੇ ਵਿੱਚੋਂ ਆਵਾਜ਼ ਆਈ ਕਿ ਗੋਪਾਲ ਦੱਤ ਪੰਡਿਤ, ਮੈਂ ਹਾਂ ਤੇਰਾ ਦਾਦਾ ਬਿਸ਼ਨ ਦੱਤ ਪੰਡਿਤ। ਕਹਿੰਦਾ, ਮੈਂ ਤੇਰੇ ਭਾਈਚਾਰੇ ਚੋਂ ਹੀ ਹਾਂ, ਜੋ ਮਹਾਰਾਜ ਨੇ ਬਚਨ ਕੀਤਾ, ਇਹ ਝੂਠ ਨਹੀਂ ਬੋਲਦੇ ਪਏ, ਮੈਂ ਤੇਰਾ ਦਾਦਾ ਬਿਸ਼ਨ ਦੱਤ ਪੰਡਿਤ ਹਾਂ। ਕਹਿਣ ਲੱਗਾ ਕਿ ਹੇ ਦਾਦਾ, ਤੂੰ ਤਾਂ ਬੜਾ ਧਰਮਾਤਮਾ ਸੀਗਾ, ਬੜਾ ਧਰਮੀ ਸੀ, ਇਹ ਕੀ ਕਾਰਨ ਬਣਿਆ? ਕਹਿੰਦਾ ਕਿ ਜਿੱਦਾਂ ਤੇਰੇ ਮਨ ਦੇ ਵਿੱਚ ਵਿਦਿਆ ਦਾ ਹੰਕਾਰ ਹੈ ਨਾ, ਇਸੇ ਤਰ੍ਹਾਂ ਮੈਂ ਵੀ ਬੜਾ ਵੱਡਾ ਵਿਦਿਆ ਅਭਿਮਾਨੀ ਸਾਂ। ਇੱਥੇ ਜਿਸ ਵੀ ਕਿਸੇ ਨੇ ਭੰਗਵੇ ਕੱਪੜਿਆਂ ਵਿੱਚ ਚੱਲ ਕੇ ਆਉਣਾ ਤੇ ਮੈਂ ਉਹਨਾਂ ਨੂੰ ਉਹ ਖੋਹ ਕਰਕੇ, ਜਿਹੜੇ ਹਰਾ ਕੇ ਨਾ ਸ਼ਾਸਤਰ ਵਿਦਿਆ ਦੇ ਵਿੱਚ ਉਹਨਾਂ ਦੇ ਗ੍ਰੰਥ ਖੋਹ ਲੈਂਦਾ ਤੇ ਕੱਪੜੇ ਲਹਾ ਕੇ ਕਾਂਸ਼ੀ ਚੋਂ ਬਾਹਰ ਕੱਢ ਦਿੰਦਾ ਸਾਂ। ਬੜਾ ਹੰਕਾਰ ਸੀ ਮਨ ਵਿੱਚ। ਤੇ ਕੋਈ ਪੂਰਨ ਸੰਤ ਮਹਾਂਪੁਰਖ ਇੱਥੇ ਚੱਲ ਕੇ ਆਏ, ਸਵਾ ਪਹਿਰ ਜਿਹੜਾ ਉਹਨਾਂ ਦਾ ਮੈਂ ਭਜਨ ਕਰਨ ਦੇ ਵਿੱਚ ਖਰਾਬ ਕੀਤਾ, ਬਾਰ-ਬਾਰ ਕਹੀ ਜਾਵਾਂ ਮੇਰੇ ਨਾਲ ਚਰਚਾ ਕਰੋ, ਚਰਚਾ ਕਰੋ। ਤੇ ਜਦੋਂ ਮੈਂ ਇਉਂ ਕਿਹਾ ਕਿ ਨਹੀਂ ਚਰਚਾ ਕਰਨੀ ਤੇ ਲਿਬਾਸ ਪਾਉਣ ਦਾ ਕੀ ਲਾਭ ਹੈ, ਇਹ ਲਾ ਦੋ। ਬਾਰ-ਬਾਰ ਜਦੋਂ ਸਵਾ ਪਹਿਰ ਉਹਨਾਂ ਦੇ ਭਜਨ ਕਰਨੇ ਦੇ ਵਿੱਚ ਮੈਂ ਬਾਰ-ਬਾਰ ਰੁਕਾਵਟ ਬਣਦਾ ਗਿਆ ਨਾ, ਉਹਨਾਂ ਨੇ ਕਿਹਾ ਕਿ ਤੂੰ ਕਿ ਕੁੱਤੇ ਵਾਂਗੂ ਬਾਰ-ਬਾਰ ਭੌਂਕੀ ਜਾਣਾ, ਜਾਂ ਕੁੱਤੇ ਦੀ ਜੂਨ ਦੇ ਵਿੱਚ ਪਾਓ। ਤੇ ਉਹਨਾਂ ਮਹਾਂਪੁਰਖਾਂ ਦੇ ਸਰਾਫੇ ਹੋਣੇ ਕਰਕੇ ਹੀ ਮੈਂ ਕੁੱਤੇ ਦੀ ਜੂਨ ਦੇ ਵਿੱਚ ਪਿਆ। ਤੇ ਤੇਰੇ ਤਾਂ ਭਾਗ ਜਾਗ ਪਏ ਐ, ਇਹ ਪਰਮੇਸ਼ਰ ਦਾ ਸਰੂਪ ਗੁਰੂ ਨਾਨਕ ਦੇਵ ਸਾਹਿਬ ਜੀ ਆਏ ਐ, ਇਹਨਾਂ ਦੇ ਨਾਲ ਚਰਚਾ ਤੈਂ ਕੀ ਕਰਨੀ ਹੈ? ਝੁਕ ਕੇ ਨਮਸਕਾਰ ਕਰ ਗੁਰੂ ਚਰਨਾਂ ਤੇ, ਮਹਾਰਾਜ ਸਿਵ ਜਿਤ ਭੁੱਲ ਬਖਸ਼ਾ ਲੈ, ਤੇਰਾ ਭਲਾ ਹੋ ਜਾਊਗਾ, ਨਹੀਂ ਤੇ ਫਿਰ ਮੇਰੇ ਵਰਗੀ ਹਾਲਤ ਹੋਣੀ। ਮੈਂ ਇੱਥੇ ਹੀ ਕਾਂਸ਼ੀ ਦੇ ਵਿੱਚ ਹੀ ਗਲੀਆਂ ਦੇ ਵਿੱਚ ਭੌਂਕਦਾ ਰਹਿੰਦਾ ਸਾਂ, ਇਸੇ ਤਰ੍ਹਾਂ ਮਰ ਗਿਆ। ਹੁਣ ਇਹਨਾਂ ਨੇ ਮੇਰੀ ਕਲਿਆਣ ਕਰ ਦਿੱਤੀ ਹੈ, ਪਰਮਾਤਮਾ ਨੇ ਮੇਰੇ ਤੇ ਤਰਸ ਕੀਤਾ, ਇਹਨਾਂ ਦੇ ਚਰਨਾਂ ਦਾ ਪਿਆਰ ਮਿਲ ਗਿਆ ਤੇ ਸਤ ਸੰਗਤ ਜੀ ਉਹਦਾ ਉਧਾਰ ਕੀਤਾ।
ਤੇ ਗੋਪਾਲਦਾਰ ਪੰਡਿਤ ਨੇ ਫਿਰ ਬੇਨਤੀ ਕੀਤੀ ਸੀ, ਮਹਾਰਾਜ ਮੈਂ ਤਾਂ ਪੂਜਾ ਕਰਦਾ, ਗਲ ਵਿੱਚ ਮਾਲਾ ਪਾਉਂਦਾ, ਤੇੜ ਧੋਤੀ ਬੰਨ੍ਹਦਾ ਤੇ ਮੱਥੇ ਤੇ ਤਿਲਕ ਲਾਉਂਦਾ, ਪਰ ਮਨ ਨਹੀਂ ਕਦੇ ਵੀ ਸ਼ਾਂਤ ਹੁੰਦਾ। ਮਹਾਰਾਜ ਇਦਾਂ ਦਾ ਉਪਦੇਸ਼ ਬਖਸ਼ਿਸ਼ ਕਰੋ, ਹਿਰਦਾ ਸ਼ਾਂਤ ਹੋ ਜਾਵੇ, ਪਰਮੇਸ਼ਰ ਦੀ ਪ੍ਰਾਪਤੀ ਕਰ ਸਕਾਂ। ਤੇ ਹਜੂਰ ਨੇ ਉਸ ਸਮੇਂ ਕਾਂਸ਼ੀ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਜੋ ਹਜੂਰ ਬਖਸ਼ਿਸ਼ ਕਰ ਰਹੇ ਹਨ। ਪੜ੍ਹ ਪੁਸਤਕ ਸੰਧਿਆ ਵਾਦਨ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਹੈ ਗੋਪਾਲ ਦਾਤਾ ਪੜ੍ਹ ਪੁਸਤਕ, ਤੂੰ ਪੁਸਤਕਾਂ ਪੜ੍ਹਦਾ ਹੈ, ਬੜਾ ਵੱਡਾ ਤੇਰੇ ਕੋਲ ਪੁਸਤਕਾਲਿਆ ਹੈ। ਫਿਰ ਅੱਗੇ ਇਹਨਾਂ ਦੇ ਸਾਧ ਸੰਗਤ ਜੀ ਹਰੀ ਲਾਲ, ਕ੍ਰਿਸ਼ਨ ਲਾਲ, ਜਿਹੜੇ ਪੋਤਰੇ ਪੜਪੋਤਰੇ ਅੱਗੋਂ ਚੱਲ ਕਰਕੇ ਆਏ ਸਨ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਬੜਾ ਵੱਡਾ ਪੁਸਤਕਾਲਿਆ ਸੀ ਇਹਨਾਂ ਦੇ ਕੋਲ। ਜਿਵੇਂ ਆਪਾਂ ਕਹਿੰਦੇ ਨੇ ਲਾਇਬ੍ਰੇਰੀ, ਇਵੇਂ ਪੁਸਤਕਾਲਿਆ ਸੰਸਕ੍ਰਿਤ ਵਿੱਚ ਕਿਹਾ ਜਾਂਦਾ ਹੈ। ਬੜਾ ਵੱਡਾ ਸੀ ਖਜ਼ਾਨਾ, ਜਿੰਨੇ ਵੀ ਗ੍ਰੰਥ ਸਨ ਵਿਦਵਾਨਾਂ ਕੋਲੋਂ, ਪੰਡਤਾਂ ਕੋਲੋਂ ਖੋ ਕਰਕੇ ਸਾਰੇ ਉਹਦੇ ਵਿੱਚ ਜਮ੍ਹਾਂ ਕੀਤੇ ਹੋਏ ਸੀ। ਤੇ ਮਹਾਰਾਜ ਕਹਿੰਦੇ ਤੂੰ ਪੁਸਤਕਾਂ ਨੂੰ ਪੜ੍ਹਦਾ, ਪੜ੍ਹ ਪੁਸਤਕ ਸੰਧਿਆ ਬਾਦਨ। ਗਰੀਬ ਨਵਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਸੰਧਿਆ ਦੇ ਸਮੇਂ ਤੋਂ ਇਹਨਾਂ ਗ੍ਰੰਥਾਂ ਨੂੰ ਪੜ੍ਹਦਾ, ਪੂਜਾ ਆਦਿ ਕਰਦਾ ਹੈ। ਸੰਧ ਨਾਮ ਸਾਧ ਸੰਗਤ ਜੀ ਮਿਲਾਪ ਦਾ ਹੈ, ਸੰਧੀ ਦਾ। ਸੰਧਿਆ ਤੋਂ ਭਾਵ ਜਿਵੇਂ ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਰਾਤ ਤੇ ਦਿਨ ਦੀ ਸਾਧ ਸੰਗਤ ਜੀ ਸੰਧਿਆ ਹੁੰਦੀ ਹੈ, ਸਵੇਰ ਦੀ ਤੇ ਰਾਤ ਦੀ ਸੰਧਿਆ ਹੁੰਦੀ ਹੈ। ਫਿਰ ਦੁਪਹਿਰੇ 12 ਵਜੇ ਤੋਂ ਬਾਅਦ ਦੁਪਹਿਰ ਦੀ ਸੰਧਿਆ ਮੰਨੀ ਜਾਂਦੀ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ। ਤੇ ਜਿਹੜੀ ਸ਼ਾਮ ਦੀ ਸੰਧਿਆ ਹੁੰਦੀ ਹੈ ਨਾ, ਜਦੋਂ ਸੂਰਜ ਢਲਦਾ ਹੈ, ਜਿਹਨੂੰ ਸ਼ਾਮ ਦਾ ਸਮਾਂ ਕਹਿ ਦਿੱਤਾ ਜਾਂਦਾ ਹੈ, ਉਹ ਸ਼ਾਮ ਦੀ ਸੰਧਿਆ ਨੂੰ ਕਿਹਾ ਜਾਂਦਾ। 3 ਸੰਧਿਆ ਇਹਨਾਂ ਦੇ ਜੋ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਇਹ ਪ੍ਰਚਲਿਤ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਧਿਆ ਦੇ ਸਮੇਂ ਤੂੰ ਵੇਦਾਂ ਨੂੰ ਜਾਂ ਫਿਰ ਗ੍ਰੰਥਾਂ ਨੂੰ ਪੜ੍ਹਦਾ ਹੈ, ਇਉਂ ਬਾਦਨ ਝਗੜੇ ਵਾਲੇ ਹੀ ਤੂੰ ਗ੍ਰੰਥ ਪੜ੍ਹਦਾ ਹੈ। ਸਿਲ ਪੂਜਸ ਬਾਗਲ ਸਮਾਦਨ। ਤੇ ਹਜੂਰ ਕਹਿੰਦੇ ਹਨ ਸੇਲ ਨਾਮ ਪੱਥਰ ਦਾ, ਸਿਲਾ ਦਾ। ਜਿਹੜੀ ਗੰਡਕਾ ਨਦੀ ਦੇ ਵਿੱਚ ਪੱਥਰ ਨਿਕਲਦਾ ਹੈ ਨਾ, ਜਿਹਦੀ ਬੜੀ ਪੁਰਾਣੀ ਸਾਖੀ ਹੈ। ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਕਿ ਸਾਧ ਸੰਗਤ ਜੀ ਜਲੰਧਰ ਦੈਨ ਦਾ ਰੂਪ ਧਾਰਨ ਕਰਕੇ ਜਿਹੜੀ ਬਿੰਦਰਾਖਣੀ ਰਾਖਸ਼ਣੀ ਸੀ ਨਾ, ਉਹਦਾ ਸਤ ਭੰਗ ਕਰਨ ਦੇ ਵਾਸਤੇ ਵਿਸ਼ਨੂੰ ਚਲਾ ਗਿਆ ਸੀ। ਸਤ ਭੰਗ ਕਰ ਦਿੱਤਾ ਤੇ ਉਹਨੇ ਸ਼ਰਾਪ ਦਿੱਤਾ ਸੀ ਕਿ ਜਾ ਪੱਥਰ ਬਣ ਜਾ ਕੇ। ਤੇ ਸਾਧ ਸੰਗਤ ਜੀ ਉਸ ਸਮੇਂ ਤੋਂ ਇਹ ਰਵਾਇਤ ਤੁਰੀ ਆ ਰਹੀ ਹੈ। ਗੰਡਕਾ ਨਦੀ ਦੇ ਵਿੱਚੋਂ ਜਿਹੜਾ ਪੱਥਰ ਨਿਕਲਦਾ ਹੈ ਨਾ, ਉਹਦੇ ਪੂਜਾ ਕੀਤੀ ਜਾਂਦੀ ਹੈ। ਵਿਸ਼ਨੂੰ ਭਗਵਾਨ ਸਮਝ ਕਰਕੇ ਕਿ ਵਿਸ਼ਨੂੰ ਜੀ ਹੈ ਤੇ ਇਹਦੀ ਅਸੀਂ ਪੂਜਾ ਕਰਨੀ ਹੈ। ਇਹ ਹਿੰਦੂ ਮਤ ਦੇ ਵਿੱਚ ਉਹਦਾ ਪੂਜਨ ਕੀਤਾ ਜਾਂਦਾ ਹੈ। ਗੰਡਕਾ ਨਦੀ ਦੇ ਵਿੱਚੋਂ ਪੱਥਰ ਨਿਕਲਦਾ ਤੇ ਮਹਾਰਾਜ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਨੇ ਸਿਲ ਪੂਜਸ, ਉਹ ਸਿਲ ਦੀ ਪੂਜਾ ਕਰਦਾ, ਪੱਥਰ ਦਾ ਪੂਜਨ ਕਰਦਾ। ਬਗਲ ਸਮਾਧਨ, ਤੇ ਬਗਲੇ ਦੀ ਤਰ੍ਹਾਂ ਤੂੰ ਸਮਾਧੀ ਲਾਉਂਦਾ। ਐ ਦੇਖਣ ਵਾਲੇ ਵੀ ਹੈਰਾਨ ਹੋ ਜਾਂਦੇ ਕਿ ਇਹਦੀ ਸਮਾਧੀ ਬੜੀ ਤਗੜੀ ਹੈ। ਜਿਵੇਂ ਆਪਾਂ ਵੀ ਕਈ ਵਾਰ ਭਰਮ ਜਾਂਦੇ ਨਾ ਪਖੰਡੀਆਂ ਦੀ ਸਮਾਧੀ ਦੇਖ ਕੇ ਕਿ ਤਾਂ ਬਾਬਾ ਬੜਾ ਹੀ ਕੋਈ ਚੰਗਾ ਤਗੜਾ ਸਮਾਧੀ ਵਾਲਾ ਲੱਗਦਾ। ਐ ਸਿਰੇ ਦਾ ਪਖੰਡੀ ਹੁੰਦਾ, ਪਰ ਸਮਾਧੀ ਇਦਾਂ ਦੀ ਲਾਉਂਦਾ ਕਿ ਸਾਡੇ ਵਰਗੇ ਭੋਲੇ ਭਾਲੇ ਲੋਕ ਦੇਖ ਕਰਕੇ ਉਹਨੂੰ ਭਰਮ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ ਸਿਲ ਪੂਜਸ ਬਗਲ ਸਮਾਧਨ। ਤੇ ਸਾਧ ਸੰਗਤ ਜੀ ਇਹਦੇ ਨਾਲ ਇੱਕ ਹੋਰ ਵੀ ਵਿਚਾਰ ਹੈ, ਸੂਖਮ ਮਾਤਰ ਬੇਨਤੀ ਕਰ ਦੇਵਾਂ ਕਿ ਅੱਖਾਂ ਬੰਦ ਕਰਨੀਆਂ ਕੋਈ ਮਾੜੀ ਗੱਲ ਵੀ ਨਹੀਂ ਹੈ। ਜਿਹੜੇ ਅਭਿਆਸੀ ਪੁਰਖ ਹਨ ਉਹਨਾਂ ਨੇ ਤੱਤ ਕੱਢੇ ਹੋਏ ਹੈ ਕਿ ਜਿਹੜਾ ਮਨੁੱਖ ਚੌਂਕੜਾ ਲਗਾ ਕੇ ਨੇਤਰ ਬੰਦ ਕਰ ਲੈਂਦਾ, ਜਾਣੋ ਕਿ ਅੱਧੀ ਦੁਨੀਆ ਉਹਦੀ ਜਿਹੜੀ ਹੈ ਨਾ ਉਹ ਮੁੱਕ ਗਈ ਹੈ। ਅੱਖਾਂ ਬੰਦ ਕਰ ਲਈਆਂ, ਸੰਸਾਰ ਦੇਖਣੋਂ ਹਟ ਗਿਆ। ਨਹੀਂ ਤੇ ਅੱਖਾਂ ਜੋ ਕੁਝ ਦੇਖਦੀਆਂ ਨਾ ਆਪਣੇ ਅੰਦਰ ਖਿੱਚਦੀਆਂ। ਮਨ ਉਹਨਾਂ ਨੂੰ ਸਾਧ ਸੰਗਤ ਜੀ ਗ੍ਰਹਿਣ ਕਰਦਾ। ਅੱਖਾਂ ਜੇ ਪਰਾਏ ਰੂਪਾਂ ਨੂੰ ਤੱਕਦੀਆਂ ਤੇ ਉਦਾਂ ਦੇ ਮਨ ਵਿੱਚ ਵਿਚਾਰ ਆਉਂਦੇ ਆ, ਜਿੱਦਾਂ ਦੀਆਂ ਦੇਖਦੀਆਂ ਨੇ ਉਦਾਂ ਦਾ ਮਨ ਸੁਣਦਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ, ਔਰ ਕਹਿੰਦੇ ਕਿ ਇਹ ਬਗਲੇ ਵੱਧ ਜਿਹੜੀ ਸਮਾਧੀ ਲਾਉਣੀ ਹੈ ਉਹ ਮਾੜੀ ਗੱਲ ਹੈ, ਮਨ ਵਿੱਚ ਛਲ ਧਾਰਨ ਕਰਕੇ ਰੱਖਣਾ। ਪਰ ਉਵੇਂ ਨੇਤਰ ਬੰਦ ਕਰਨੇ। ਸਾਧ ਸੰਗਤ ਜੀ ਪਹਿਲਾਂ ਜਿਹੜੇ ਸਿਮਰਨ ਅਭਿਆਸੀ ਪੁਰਖ ਹੁੰਦੇ ਆ ਨਾ, ਨੇਤਰ ਬੰਦ ਕਰਕੇ ਔਰ ਰਸਨਾ ਤੋਂ ਬੋਲ ਕੇ ਤੇ ਕੰਨਾਂ ਦੇ ਨਾਲ ਸੁਣ ਕਰਕੇ ਆਵਾਜ਼ ਨੂੰ ਮੁਖ ਤੋਂ ਵਾਹਿਗੁਰੂ ਕਿਹਾ ਤੇ ਉਹਨੂੰ ਕੰਨਾਂ ਦੇ ਨਾਲ ਧਿਆਨ ਦੇ ਕੇ ਸੁਣਨਾ।
ਚੰਗੀ ਤਰ੍ਹਾਂ ਧਿਆਨ ਦੇ ਕਰਕੇ, ਨੇਤਰ ਬੰਦ ਕਰਕੇ। ਤੇ ਫਿਰ ਜਦੋਂ ਅਭਿਆਸ ਪਰਪੱਕ ਹੋ ਜਾਂਦਾ, ਫਿਰ ਭਾਵੇਂ ਨੇਤਰ ਖੋਲ ਕੇ ਤੁਰਿਆ ਫਿਰਦਿਆਂ ਵੀ ਹਿਰਦੇ ਅੰਦਰ ਸਿਮਰਨ ਚੱਲਦਾ ਰਹਿੰਦਾ। ਇਹ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੇ ਵਚਨ, ਜਿਨ੍ਹਾਂ ਨੇ ਜੀਵਨ ਦੇ ਵਿੱਚ ਕਮਾਇਆ, ਪ੍ਰੈਕਟੀਕਲ ਕੀਤਾ ਹੈ। ਰੋ ਵਿਚਾਰ ਹਜੂਰ ਕਹਿੰਦੇ ਹਨ, ਸਿਲ ਪੂਜਿਸ ਬਗਲ ਸਮਾਧੰ। ਪਖੰਡੀ ਦੇ ਪ੍ਰਥਾਏ ਉਚਾਰਨ ਕਰ ਰਹੇ, ਜਿਹੜੇ ਪਖੰਡ ਕਰਦੇ ਹਨ। ਮਹਾਰਾਜ ਕਹਿੰਦੇ ਤੂੰ ਸਿਲ ਦੀ, ਇਹ ਪੱਥਰ ਦੀ ਪੂਜਾ ਕਰਦਾ ਹੈ। ਤੇ ਹਜੂਰ ਕਹਿਣ ਲੱਗੇ ਫਿਰ ਤੂੰ ਬਗਲੇ ਵੱਤ ਸਮਾਧੀ ਵੀ ਲਗਾਉਂਦਾ ਹੈ। ਮੁਖ ਝੂਠ ਬਿਭੂਖਣ ਸਾਰੰ। ਤੇ ਮੁਖ ਤੋਂ ਝੂਠ ਬੋਲ ਬੋਲ ਕਰਕੇ ਵਿਭੂਖਣ 12 ਮੰਨੀ ਦੀ ਸੋਨੇ ਦੀ ਤਰ੍ਹਾਂ ਐਨ ਪੂਰਾ ਸ਼ੁੱਧ ਬਣਾ ਕਰਕੇ ਰੱਖ ਦਿੰਦੇ ਐ। ਜਿਵੇਂ ਕਿਸੇ ਰਾਜੇ ਦੀ ਸਭਾ ਦੇ ਵਿੱਚ ਬਹੁਤ ਲੋਕ ਇਕੱਠੇ ਹੋਏ ਸਨ। ਦੋ ਮਨੁੱਖਾਂ ਨੇ ਆਪਸ ਦੇ ਵਿੱਚ ਵਿਚਾਰ ਕੀਤੀ। ਕਹਿੰਦਾ ਇੱਕ ਕਹਿੰਦਾ ਕਿ ਮੈਂ ਝੂਠ ਬੋਲੂੰਗਾ, ਤੇ ਦੂਜਾ ਕਹਿੰਦਾ ਮੈਨੂੰ ਸੱਚ ਬਣਾ ਕੇ ਦੱਸੂੰਗਾ। ਰਾਜੇ ਦੀ ਸਭਾ ਵਿੱਚ ਤੇ ਉਸੇ ਨੂੰ ਹੀ ਸਾਧ ਸੰਗਤ ਜੀ ਕਹਿੰਦੇ ਇਨਾਮ ਮਿਲੂਗਾ, ਜਿਹੜਾ ਐਨ ਪੂਰਾ ਪੂਰਾ ਸੱਚ ਬਿਆਨ ਕਰ ਦੇਊਗਾ। ਉਹ ਪਹਿਲਾਂ ਗੱਲ ਲਾ ਕੇ ਗਏ ਸੀ। ਇੱਕ ਜਾ ਕੇ ਜਦੋਂ ਸਟੇਜ ਤੇ ਚੜ੍ਹਿਆ ਨਾ, ਭਰੇ ਹੋਏ ਸਭਾ ਦੇ ਵਿੱਚ, ਕਹਿੰਦਾ ਜੀ ਮੈਂ ਕਬੂਤਰ ਦੇਖਿਆ ਜੰਗਲ ਦੇ ਵਿੱਚ। ਤੇ ਜਦੋਂ ਸ਼ਿਕਾਰੀ ਨੇ ਉਹਦੇ ਵੱਲ ਕਹਿੰਦੇ ਕਿ ਜਿਹੜਾ ਨਿਸ਼ਾਨਾ ਮਾਰਿਆ ਨਾ, ਤੇ ਉਸੇ ਵੇਲੇ ਕਬਾਬ ਬਣ ਕੇ ਤੇ ਧਰਤੀ ਤੇ ਡਿੱਗਾ, ਕਬਾਬ ਬਣ ਗਿਆ। ਤੇ ਸ਼ਿਕਾਰੀ ਸੀ, ਉਹਨੇ ਫਿਰ ਉਹਨੂੰ ਖਾ ਲਿਆ। ਕਬੂਤਰ ਜਿਹੜਾ ਸੀ ਉਹਦਾ ਸ਼ਿਕਾਰ ਕੀਤਾ ਸ਼ਿਕਾਰੀ ਨੇ ਗਲੇਲੇ ਦੇ ਨਾਲ। ਗਲੇਲ ਦੇ ਨਾਲ ਸ਼ਿਕਾਰ ਕੀਤਾ ਤੇ ਉਹ ਧਰਤੀ ਤੇ ਡਿੱਗਦੇ ਸਾਰੀ ਉਹਦਾ ਕਬਾਬ ਬਣ ਕੇ ਸੜ ਗਿਆ ਤੇ ਉਹਨੇ ਖਾ ਲਿਆ। ਤੇ ਸਾਰੇ ਲੋਕ ਕਹਿਣ ਲੱਗੇ ਨੇ ਝੂਠ ਝੂਠ ਝੂਠ, ਝੂਠ ਬੋਲਦਾ ਪਿਆ। ਤੇ ਦੂਜੇ ਉਹਦੇ ਸਾਥੀ ਨੇ ਕਹਿੰਦਾ ਕਿ ਮੈਂ ਸੱਚ ਬਣਾ ਕੇ ਦੱਸਦਾ। ਕਹਿੰਦਾ ਨਹੀਂ ਨਹੀਂ, ਕਹਿੰਦਾ ਰਾਜਾ ਜੀ, ਇਹ ਰਾਜਨ, ਇਹ ਗੱਲ ਸੱਚੀ ਹੈ। ਕਹਿੰਦਾ ਮੈਂ ਆਪਣੀ ਅੱਖੀਂ ਦੇਖੀ ਹੈ, ਇਹ ਝੂਠ ਨਹੀਂ ਹੈ। ਮੈਂ ਸਾਰਾ ਨਜ਼ਾਰਾ ਕਹਿੰਦੇ ਆਪਣੀ ਅੱਖਾਂ ਦੇ ਸਾਹਮਣੇ ਨਜ਼ਾਰਾ ਦੇਖਿਆ ਸੀ। ਉਹ ਐਵੇਂ ਹੋਇਆ, ਕਹਿੰਦਾ ਕਿ ਰੋੜ ਖਾਂਦਿਆਂ ਹੋਏ ਮੈਂ ਦੇਖਿਆ ਸੀਗਾ ਕਬੂਤਰ ਨੂੰ, ਰੋੜ ਖਾਂਦਿਆਂ ਹੋਇਆ। ਜਦੋਂ ਰੋੜ ਉਹਨੇ ਖਾਦੇ ਉਹਦੇ ਢਿੱਡ ਵਿੱਚ ਗਏ, ਤੇ ਜਦੋਂ ਗੁਲੇਲਾ ਮਾਰਿਆ ਨਾ ਸ਼ਿਕਾਰੀ ਨੇ, ਤੇ ਰੋੜ ਆਪਸ ਵਿੱਚ ਟਕਰਾਉਣ ਤੇ ਉਹਦੇ ਤੋਂ ਚੰਗਿਆੜਾ ਅੱਗ ਨਿਕਲਦੀ ਹੈ। ਆਹ ਤੇ ਹੁਣ ਨਵੇਂ ਜੰਤਰ ਆ ਗਏ, ਪਹਿਲਾਂ ਪੱਥਰਾਂ ਨੂੰ ਰਗੜ ਕੇ ਅੱਗ ਬਾਲੀ ਜਾਂਦੀ ਸੀ ਪਹਿਲਾਂ ਸਮਿਆਂ ਦੇ ਵਿੱਚ। ਤੇ ਉਹਨੇ ਗੱਲ ਏਦਾਂ ਦੀ ਬਣਾਈ ਕਿ ਝੂਠ ਨੂੰ ਮੈਂ 12 ਮੰਨੀ ਦੀ ਸੋਨੇ ਦੀ ਤਰ੍ਹਾਂ ਸ਼ੁੱਧ ਬਣਾ ਕੇ ਦੱਸ ਦਿੱਤਾ। ਕਹਿੰਦਾ ਰਾਜਨ, ਮੈਂ ਆਪਣੀ ਅੱਖੀਂ ਦੇਖਿਆ ਕਬੂਤਰ ਨੂੰ ਰੋੜ ਖਾਂਦਿਆਂ ਹੋਇਆ। ਉਹਨੇ ਰੋੜ ਖਾਦੇ ਸੀ, ਤੇ ਰੋੜਾਂ ਦੇ ਨਾਲ ਜਦੋਂ ਰੋੜ ਟਕਰਾਏ ਤੇ ਉਹ ਕਬੂਤਰ ਭਾਵੇਂ ਮਰ ਗਿਆ, ਧਰਤੀ ਤੇ ਡਿੱਗਾ। ਉਹਦੇ ਵਿੱਚੋਂ ਫਿਰ ਜਦੋਂ ਅੱਗ ਪ੍ਰਗਟ ਹੋਈ ਹੈ ਨਾ ਰੋੜ ਟਕਰਾਉਣ ਦੇ ਨਾਲ, ਤੇ ਥੱਲੇ ਜੋ ਸੁੱਕਾ ਘਾਹ ਪਿਆ ਹੋਇਆ ਸੀ ਤੇ ਉਹਨੂੰ ਅੱਗ ਲੱਗ ਗਈ ਤੇ ਉਹਦਾ ਕਬਾਬ ਬਣ ਗਿਆ ਤੇ ਸ਼ਿਕਾਰੀ ਨੇ ਖਾ ਲਿਆ। ਤੇ ਸਾਰੇ ਕਹਿੰਦੇ ਹਾਂ ਇਹ ਗੱਲ ਸੱਚੀ ਹੈ, ਸੱਚੀ ਹੈ। ਐਨ ਉਸੇ ਸਮੇਂ ਮੌਕੇ ਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਦਿੱਤਾ। ਤੇ ਇਹਦੇ ਤੇ ਇੱਕ ਹੋਰ ਵੀ ਸਾਧ ਸੰਗਤ ਜੀ ਇੱਕ ਕਥਾ ਆਉਂਦੀ ਹੈ। ਜਿਵੇਂ 4 ਠੱਗ ਸੀ ਨਾ, ਤੇ ਇੱਕ ਕੋਈ ਸਾਧ ਸੰਗਤ ਜੀ ਸ਼ਾਹੂਕਾਰ ਲੇਲਾ ਖਰੀਦ ਕੇ ਲਿਆਇਆ, ਤੇ ਉਹ ਤੁਰਿਆ ਜਾ ਰਹੇ ਸੀ। ਤੇ ਚੌਵਾਂ ਨੇ ਸਲਾਹ ਕਰ ਲਈ, ਕਹਿੰਦੇ ਅੱਜ ਇਹਦੀ ਤੋਂ ਲੇਲਾ ਖੋਣਾ ਹੀ ਖੋਣਾ, ਆਪਾਂ ਅੱਜ ਲੈ ਕੇ ਖਾਣਾ ਹੀ ਖਾਣਾ। ਚੌਵਾਂ ਨੇ ਸਲਾਹ ਕਰ ਲਈ। ਚੰਗੇ ਚੋਟੀ ਦੇ ਠੱਗ ਸੀਗੇ, ਤੇ ਚੋਟੀ ਦੇ ਐ ਝੂਠ ਨੂੰ ਸੱਚ ਬਣਾਉਣ ਵਾਲੇ ਸਨ। ਉਹ ਥੋੜੀ ਥੋੜੀ ਵਿੱਥ ਤੇ ਖਲੋ ਗਏ। ਇੱਕ ਨੇ ਕਿਹਾ, ਕਹਿੰਦਾ ਕਿ ਲਾਲਾ ਜੀ ਤੁਸੀਂ ਕੀ ਲੈ ਕੇ ਜਾ ਰਹੇ ਹੋ? ਕਹਿੰਦਾ ਜੀ ਲੇਲਾ ਖਰੀਦ ਕੇ ਲਿਆਇਆ। ਉਹ ਕਹਿੰਦਾ ਤੁਹਾਨੂੰ ਭੁਲੇਖਾ ਤੇ ਨਹੀਂ ਲੱਗ ਗਿਆ ਕੁੱਤਾ ਇਹ? ਤੇ ਕਹਿੰਦੇ ਨਹੀਂ ਨਹੀਂ, ਮੈਨੂੰ ਪਤਾ ਲੇਲਾ ਐਵੇਂ ਕੁੱਤਾ ਬਣਾਈ ਜਾਂਦਾ। ਤੇ ਜਦੋਂ ਗਾਂ ਗਿਆ ਤੇ ਦੂਜੇ ਬੰਦੇ ਨੇ ਕਹਿ ਦਿੱਤਾ, ਕਹਿੰਦਾ ਕਿ ਆ ਲੇਲਾ ਕੁੱਤਾ ਕਾਹਦੇ ਵਾਸਤੇ ਲਈ ਜਾ ਰਹੇ ਹੋ? ਕੁੱਤੇ ਨੂੰ ਕੋਈ ਆਪਣੇ ਕੋਈ ਏਦਾਂ ਮੋਢਿਆਂ ਤੇ ਚੱਕ ਕੇ ਲੈ ਕੇ ਜਾਂਦਾ। ਕਹਿੰਦਾ ਜੀ ਨਹੀਂ ਨਹੀਂ, ਲੇਲਾ ਹੀ ਹੈ, ਲੇਲਾ ਲੈ ਕੇ ਆਇਆ। ਏਦਾਂ ਤੀਜੇ ਨੇ ਫੇਰ ਕਿਹਾ, ਤੇ ਮਨ ਵਿੱਚ ਥੋੜਾ ਜਿਹਾ ਭਰਮ ਪੈ ਗਿਆ। ਤੇ ਕਦੀ ਉਹ ਲੇਲੇ ਵੱਲ ਵੇਖੇ ਤੇ ਕਦੀ ਉਹਨਾਂ ਦੀ ਗੱਲਾਂ ਚੇਤੇ ਕਰੀ ਜਾਵੇ ਕਿ ਸ਼ਾਇਦ ਇਹ ਸੱਚੀ ਕੁੱਤਾ ਤਾਂ ਨਹੀਂ ਹੈ। ਜਦੋਂ ਥੋੜੀ ਹੋਰ ਵਿਰਤੇ ਗਿਆ ਤੇ ਸਾਧ ਸੰਗਤ ਜੀ ਚੌਥਾ ਜਿਹੜਾ ਠੱਗ ਖਲੋਤਾ ਸੀ, ਕਹਿੰਦਾ ਲੈ ਆ ਵੇਖੋ ਅੱਜ ਦੇ ਕਿੱਦਾਂ ਦੇ ਲਾਲੇ ਲੋਕ ਐ, ਇਹ ਕੁੱਤਿਆਂ ਨੂੰ ਮੋਢਿਆਂ ਤੇ ਚੁੱਕੀ ਫਿਰਦੇ ਐ। ਆ ਕੁੱਤਾ ਚੁੱਕੀ ਫਿਰ ਰਹੇ, ਕਿੱਥੇ ਜਾ ਰਹੇ ਹੋ? ਇਹ ਕੁੱਤਾ ਤੂੰ ਕੀ ਕਰਨਾ? ਏਦਾਂ ਦੇ ਜਦੋਂ ਗੱਲ ਕਹੀ ਤੇ ਉਹਨੇ ਸਾਧ ਸੰਗਤ ਜੀ ਉਸੇ ਮੋਢੇ ਤੋਂ ਲਾ ਕੇ ਤੇ ਆਪਣਾ ਰੋਹ ਰਹੀ ਆਪਣੇ ਰਸਤੇ ਚਲਾ ਗਿਆ। ਵੀ ਕੁੱਤਾ ਜਾਣ ਕੇ ਵੀ ਹੋ ਸਕਦਾ ਮੈਂ ਹੀ ਗਲਤ ਹੋਵਾਂ। ਇੱਕ ਨੇ, ਦੋ ਨੇ ਕਿਹਾ, ਇਹ 4 ਥੋੜੇ ਝੂਠੇ ਹੋ ਸਕਦੇ ਆ।
ਉਹਨਾਂ ਚਾਰ ਠੱਗਾਂ ਨੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਦਿੱਤਾ ਹੈ। ਉਹ ਜਿਹੜਾ ਕੋਈ ਸ਼ਾਹੂਕਾਰ ਲਾਲਾ ਸੀ ਉਹ ਤੇ ਚਲ ਗਿਆ, ਉਹ ਚੌਵੇਂ ਫਿਰ ਚਟਗੱਲੀਆਂ ਮਾਰਨ, ਕਹਿੰਦੇ ਹੈ ਤੇ ਲੀਲਾ ਹੀ ਹੈ। ਉਹਨਾਂ ਨੇ ਫਿਰ ਚੰਗੀ ਤਰ੍ਹਾਂ ਉਹਨੂੰ ਮਾਸ ਰਿੰਨ ਕੇ ਖਾਧਾ। ਇਉਂ ਝੂਠ ਨੂੰ ਸਾਧ ਸੰਗਤ ਜੀ ਸੱਚ ਪੇਸ਼ ਕਰ ਦੇਣਾ। ਮਹਾਰਾਜ ਕਹਿੰਦੇ ਇਦਾਂ ਦੇ ਪਖੰਡੀਆਂ ਦੀ ਹਾਲਤ ਹੈ। ਗੋਪਾਲ ਦੱਤ ਪੰਡਿਤ ਮੁਖ ਝੂਠ ਬੇਭੂਖਣ ਸਾਰੰਗ। ਮਹਾਰਾਜ ਕਹਿੰਦੇ ਸੁੱਧ ਗਹਿਣੇ ਦੀ ਤਰ੍ਹਾਂ ਬਣਾ ਕਰਕੇ ਪੇਸ਼ ਕਰ ਦਿੰਦੇ। ਇਦਾਂ ਦੇ ਸੰਸਾਰ ਦੇ ਪਖੰਡੀ ਹਨ। ਪਾਲ ਤੇ ਹਾਲ ਵਿਚਾਰਨ ਪਰ ਜਿਹੜਾ ਤ੍ਰੈ ਪਾਲ ਤਿੰਨਾਂ ਲੋਕਾਂ ਦੀ ਪਾਲਣਾ ਕਰਨ ਵਾਲਾ, ਪਰਵਰਿਸ਼ ਕਰਨ ਵਾਲਾ ਅਕਾਲ ਪੁਰਖ ਪਰਮੇਸ਼ਰ ਹੈ, ਉਹ ਤਿੰਨਾਂ ਸਮਿਆਂ ਦੇ ਵਿੱਚ ਜੀਵ ਤੈਨੂੰ ਦੇਖਦਾ ਪਿਆ। ਲੋਕਾਂ ਦੇ ਤੇ ਅੱਖੀਂ ਘੱਟਾ ਪਾ ਦੇਵੇਗਾ, ਪਰ ਉਹਦੇ ਤੋਂ ਕੌਣ ਤੈਨੂੰ ਬਚਾਵੇਗਾ, ਕੌਣ ਛੁਪਾਵੇਗਾ? ਜੋ ਸੰਸਾਰ ਦੇ ਵਿੱਚ ਝੂਠ ਬੋਲਦਾ, ਛਲ ਕਰਦਾ, ਹਰ ਸਮੇਂ ਤੈਨੂੰ ਦੇਖਦਾ, ਹਰ ਸਮੇਂ ਸਭ ਸੰਸਾਰ ਦੇ ਜੀਵਾਂ ਦੇ ਜਿਹੜਾ ਪਰਵਰਿਸ਼ ਕਰਨ ਵਾਲਾ ਪਰਮੇਸ਼ਰ ਹੈ। ਗਲ ਮਾਲਾ ਤਿਲਕ ਲਾਟੰ ਗਰੀਬ ਨਵਾਜ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਤੂੰ ਗਲ ਦੇ ਵਿੱਚ ਮਾਲਾ ਪਾਉਂਦਾ, ਤਿਲਕ ਲਿਲਾਟੰ ਮਸਤੇ ਤੇ ਫਿਰ ਤਿਲਕ ਵੀ ਲਾਉਂਦਾ ਹੈ। ਕੋਈ ਸਾਧ ਸੰਗਤ ਜੀ ਟੇਢੇ ਤਿਲਕ ਲਗਾਉਂਦੇ ਆ, ਕੋਈ ਸਿੱਧੇ। ਇਉਂ 12 ਤਿਲਕ ਮੰਨੇ ਜਾਂਦੇ ਹਿੰਦੂ ਮਤ ਦੇ ਵਿੱਚ, 12 ਤਿਲਕ ਵੀ ਕਈ ਲਾਉਂਦੇ ਹਨ। ਮਹਾਰਾਜ ਕਹਿੰਦੇ ਇਉਂ ਗਲ ਵਿੱਚ ਮਾਲਾ ਵੀ ਪਾਉਂਦਾ ਹੈ, ਮੱਥੇ ਤੇ ਤਿਲਕ ਵੀ ਲਗਾਉਂਦਾ ਹੈ, ਹੋਏ ਧੋਤੀ ਵਸਤਰ ਕਪਾਟੰ ਤੇ ਦੋ ਬਸਤਰ ਰੱਖਦਾ ਆਪਣੇ ਪਾਸ, ਇੱਕ ਤੇੜ ਧੋਤੀ ਵੀ ਬੰਨਦਾ ਹੈ। ਮਹਾਰਾਜ ਕਹਿੰਦੇ ਦੋਏ ਧੋਤੀ ਬਸਤਰ ਕਪਾਟੰ, ਤੇ ਜਿਹੜਾ ਕੱਪੜਾ ਗਿੱਲਾ ਕਰਕੇ ਨਾ ਆਪਣੇ ਮਸਤਕ ਤੇ ਰੱਖਦਾ ਹੈ ਕਿ ਦਸਮ ਦੀਵਾਰ ਦੇ ਵਿੱਚ ਕਿਤੇ ਸੇਕ ਨਾ ਪੈ ਜਾਵੇ, ਧੁੱਪੇ ਬੈਠਿਆ ਹੋਇਆ ਵੀ ਜਾਂ ਹਮਨ ਦੇ ਕੋਲ ਬੈਠਿਆ ਹੋਇਆ ਵੀ। ਮਹਾਰਾਜ ਕਹਿੰਦੇ ਇਦਾਂ ਦੀਆਂ ਮਨ ਵਿੱਚ ਵਿਚਾਰਾਂ ਕਰ ਕਰਕੇ ਦੋ ਬਸਤਰ ਵੀ ਧਾਰਦਾ ਹੈ। ਜੇ ਜਾਣਸ ਬ੍ਰਹਮੰ ਕਰਮੰ ਜੇਕਰ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਦੇ ਨਿਸ਼ਕਾਮ ਕਰਮਾਂ ਨੂੰ ਜਾਣ ਲਵੇ ਕਿ ਜੇ ਨਿਸ਼ਕਾਮ ਸੇਵਾ ਕਰੀਏ ਤਾਂ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ, ਸਭ ਫੋਕਟ ਨਿਸ਼ਚੈ ਕਰਮੰ ਤਾਂ ਹੀ ਗੋਪਾਲ ਦੱਤ ਪੰਡਿਤ ਸੰਸਾਰ ਦਾ ਸਭ ਕੁਝ ਫੋਕਟ ਨਜ਼ਰ ਆਉਂਦਾ, ਸਭ ਕੁਝ ਫੋਕਟ, ਖਾਲੀ, ਵਿਅਰਥ, ਕਿ ਜਿੰਨੇ ਵੀ ਮੈਂ ਕਰਮ ਕੀਤੇ ਹਨ ਸਾਰੇ ਫੋਕਟ ਹਨ, ਸਾਰੇ ਫੱਕ ਦੀ ਤਰ੍ਹਾਂ ਹੈ, ਸਾਰੇ ਵਿਅਰਥ ਹਨ, ਕਿਸੇ ਵੀ ਲੇਖੇ ਵਿੱਚ ਪੈਣ ਵਾਲੇ ਨਹੀਂ ਹਨ। ਮਹਾਰਾਜ ਕਹਿੰਦੇ ਜੇ ਬ੍ਰਹਮ ਦੀ ਪ੍ਰਾਪਤੀ ਵਾਸਤੇ ਨਿਸ਼ਕਾਮ ਕਰਮ ਕਰਨੇ ਸਿੱਖ ਲੈਂਦਾ ਹੈ, ਸਤਿਗੁਰੂ ਜੀ ਤੋਂ ਇਹ ਦਾਤ ਪਾ ਲੈਂਦਾ ਹੈ, ਸੋਝੀ ਪ੍ਰਾਪਤ ਕਰ ਲੈਂਦਾ ਹੈ, ਸਭ ਫੋਕਟ ਨਿਸ਼ਚੈ ਕਰਮੰ, ਫਿਰ ਨਿਸ਼ਚਾ ਹੋ ਜਾਂਦਾ ਹੈ। ਹਿਰਦੇ ਦੀ ਅਡੋਲਤਾ, ਪਰਪੱਕਤਾ ਹੋ ਜਾਂਦੀ ਹੈ ਕਿ ਜਿਹੜੇ ਪਖੰਡ ਕਰਨੇ ਸਾਰੇ ਫੋਕਟ ਦੇ ਕਰਮ ਹਨ। ਜਿਹੜਾ ਸੰਸਾਰ ਦੇ ਅੰਦਰ ਵਿਖਾਵਾ ਕਰਨਾ ਇਹ ਸਾਰੇ ਫਿੱਕੇ ਫੋਕਟ ਦੇ ਕਰਮ ਹਨ, ਕਿਸੇ ਵੀ ਲੇਖੇ ਵਿੱਚ ਪੈਣ ਵਾਲੇ ਨਹੀਂ ਹਨ। ਕਹੋ ਨਾਨਕ ਨਿਸ਼ਚੈ ਧਿਆਵੈ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਬੇਨਤੀ ਕਰਦੇ ਨੇ, ਮਹਾਰਾਜ ਇਹ ਦਾਤ ਫਿਰ ਕਿੱਥੋਂ ਪ੍ਰਾਪਤ ਹੁੰਦੀ ਹੈ? ਸਤਿਗੁਰੂ ਜੀ ਕਹਿੰਦੇ ਉਹ ਗੁਰੂ ਕੇ ਪਿਆਰ ਵਾਲੇ ਗੁਰਸਿੱਖ, ਉਹ ਪ੍ਰਾਣਾ ਧਾਰੀ ਜੀਵ ਨਿਸ਼ਚੈ ਚਲਾਈ ਮਾਨ ਤੁਰਤ ਅਚਲ ਸਰੂਪ ਨੂੰ ਧਿਆਉਂਦੇ ਹਨ। ਬਿਨ ਸਤਿਗੁਰ ਬਾਟ ਨਾ ਪਾਵੈ ਜਿਹੜੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਦੇ ਆ, ਕਿਉਂਕਿ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਸਤਿਗੁਰੂ ਜੀ ਬਾਝੋਂ ਕਦੇ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਬਿਨ ਸਤਿਗੁਰ ਬਾਟ ਨਾ ਪਾਵੇ। ਬਾਟ ਕਹਿੰਦੇ ਨੇ ਰਸਤੇ ਨੂੰ, ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਕਦੇ ਸਤਿਗੁਰੂ ਜੀ ਤੋਂ ਬਿਨਾਂ ਪ੍ਰਾਪਤ ਕੀਤਾ ਹੀ ਨਹੀਂ ਜਾ ਸਕਦਾ। ਹੋਰ ਟੇਢੇ ਡਾਂਡੇ ਮੀਂਡੇ ਹੋਰ ਜਿਹੜੇ ਰਸਤੇ ਆ ਨਾ ਕਰਮ ਕਾਂਡਾਂ ਦੇ, ਦੁਨੀਆ ਦੇ ਸਾਧਨਾ ਦੇ, ਉਹ ਤਾਂ ਭਾਵੇਂ ਮਿਲ ਜਾਂਦੇ, ਬੜੇ ਬੜੇ ਸੰਸਾਰ ਦੇ ਬਹੁਤੇ ਅਦਾਰਿਆਂ ਤੋਂ ਮਿਲ ਜਾਂਦੇ ਨੇ, ਪਰ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਕੇਵਲ ਪੂਰਨ ਸਤਿਗੁਰੂ ਜੀ ਤੋਂ ਹੀ ਮਿਲ ਸਕਦਾ ਹੈ। ਮਹਾਰਾਜ ਕਹਿੰਦੇ ਹੈ ਗੋਪਾਲ ਦੱਤ ਪੰਡਿਤ ਪੂਰੇ ਸਤਿਗੁਰੂ ਜੀ ਕੋਲੋਂ ਹੀ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਮਿਲਦਾ ਹੈ। ਪੌੜੀ ਪੱਪੜ ਰੂਪ ਕਹਾਵਣਾ ਸਤਿਗੁਰੂ ਜੀ ਪੌੜੀ ਅੰਦਰ ਬਖਸ਼ਿਸ਼ ਕਰਦੇ ਹਨ। ਜਿਹੜਾ ਮਨੁੱਖ ਆਪਣੇ ਤਨ ਤੇ ਸੋਹਣੇ ਸੋਹਣੇ ਕੱਪੜੇ ਪਾ ਕੇ ਤੇ ਹੰਕਾਰ ਕਰਦਾ, ਮਖਮਲੀ ਰੇਸ਼ਮ ਦੇ ਬੜੀ ਬੜੀਆਂ ਪੋਸ਼ਾਕਾਂ ਮਹਿੰਗੇ ਮੁੱਲ ਦੀਆਂ ਧਾਰਨ ਕਰਕੇ ਹੰਕਾਰ ਕਰਦਾ ਹੈ, ਮਹਾਰਾਜ ਕਹਿੰਦੇ ਬੜਾ ਸੁਹਾਵਣਾ ਸੋਹਣਾ ਲੱਗਦਾ ਹੈ। ਛੱਡ ਦੁਨੀਆ ਅੰਦਰ ਜਾਵਣਾ ਇਹ ਪ੍ਰਾਣਾ ਤਾਰੇ ਜੀਵ ਨਿਸ਼ਚੈ ਕਰਕੇ ਜਾਣ, ਇਹ ਸਭ ਕੁਝ ਦੁਨੀਆ ਵਿੱਚ ਛੱਡ ਕੇ ਹੀ ਚਲੇ ਜਾਣਾ, ਇਹ ਸੰਸਾਰ ਦੇ ਵਿੱਚ ਹੀ ਛੱਡ ਕੇ ਚਲੇ ਜਾਣਾ।
ਕਿਉਂਕਿ ਨਾਂਗੇ ਆਵਨ ਨਾਂਗੇ ਜਾਣਾ, ਕੋਈ ਨਾ ਰਹੇ ਹੈ ਰਾਜਾ ਰਾਣਾ। ਕੋਈ ਵੀ ਸਰੀਰ ਕਰਕੇ ਰਹਿੰਦਾ ਨਹੀਂ, ਜਿੱਦਾਂ ਸੰਸਾਰ ਤੇ ਆਇਆ ਸੀ ਨਾ ਉਦਾਂ ਹੀ ਸੰਸਾਰ ਤੋਂ ਤੁਰ ਜਾਣ ਵਾਲਾ ਹੈ। ਮਹਾਰਾਜ ਕਹਿੰਦੇ ਕੱਪੜੇ ਵੀ ਤਨ ਤੇ ਨਾਲ ਜਾਣ ਵਾਲੇ ਨਹੀਂ ਹਨ, ਜਿਨ੍ਹਾਂ ਦਾ ਮਾਣ ਕਰਦਾ ਹੈ। ਮੰਦਾ ਚੰਗਾ ਆਪਣਾ, ਤੇ ਮਨੁੱਖ ਦੇ ਜੀਵਨ ਦੇ ਅੰਦਰ ਕਮਾਇਆ ਹੋਇਆ ਮੰਦਾ ਕਰਮ ਚਾਹੇ ਚੰਗਾ ਕਰਮ ਹੈ, ਜਿੱਦਾਂ ਦੇ ਮੰਦੇ ਚਾਹੇ ਚੰਗੇ ਕਰਮ ਕੀਤੇ ਹਨ। ਆਪੇ ਹੀ ਕੀਤਾ ਪਾਵਣਾ, ਇਹ ਜੀਵ ਆਪਣੇ ਆਪ ਹੀ ਉਪਾਉਣਾ ਪੈਂਦਾ ਹੈ। ਜਿੱਦਾਂ ਦਾ ਮੰਦਾ ਚੰਗਾ ਕਰਮਾਂ ਦਾ ਫਲ ਬੀਜ ਬੀਜਿਆ ਹੁੰਦਾ ਹੈ, ਉਦਾਂ ਦਾ ਫਲ ਆਪ ਹੀ ਭੋਗਣਾ ਪੈਂਦਾ ਹੈ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਆਪ ਹੀ ਤੂੰ ਪਾਇਆ ਹੋਇਆ ਹੈ ਪ੍ਰਾਣ ਧਾਰੀ ਜੀਵ, ਜਿੱਦਾਂ ਦੇ ਮੰਦੇ ਚੰਗੇ ਕੰਮ ਕੀਤੇ ਆ, ਜਿੱਦਾਂ ਦੇ ਕਰਮ ਕੀਤੇ ਆ, ਚੰਗੇ ਕਰਮਾਂ ਦਾ ਫਲ ਸੁਖ ਰੂਪ ਦੇ ਵਿੱਚ ਮਿਲਦਾ ਪਿਆ, ਮੰਦੇ ਕਰਮਾਂ ਦਾ ਫਲ ਦੁੱਖਾਂ ਰੂਪ ਦੇ ਵਿੱਚ ਆ ਕੇ ਤੈਨੂੰ ਚੰਬੜਦੇ ਪਏ ਆ, ਮਿਲਦਾ ਪਿਆ। ਹਜੂਰ ਕਹਿੰਦੇ ਹਨ ਇਹ ਤੇਰੇ ਆਪਣੇ ਚੰਗੇ ਮੰਦੇ ਕਮਾਏ ਹੋ ਕਰਮਾਂ ਦਾ ਫਲ ਤੈਨੂੰ ਮਿਲ ਰਿਹਾ ਹੈ। ਹੁਕਮ ਕੀਏ ਮਨ ਭਾਵਦੇ, ਤੇ ਫਿਰ ਹੰਕਾਰੀ ਬਣ ਕੇ ਭਾਵੇਂ ਬੜੇ ਮਨ ਭਾਉਂਦੇ ਸੰਸਾਰ ਦੇ ਅੰਦਰ ਹੁਕਮ ਕਰਦਾ ਰਿਹਾ, ਮੈਂ ਐਵੇਂ ਕਰਾਉਣਾ ਹੈ, ਐਵੇਂ ਕਿਸੇ ਤੋਂ ਕਰਵਾਉਣਾ ਹੈ, ਇਉਂ ਬੜੀਆਂ ਹੰਕਾਰ ਦੀਆਂ ਡੀਂਗਾਂ ਮਾਰਦਾ ਸੰਸਾਰ ਅੰਦਰ। ਰਾਹੇ ਭੀੜ ਅੱਗੇ ਜਾਵਣਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ ਪਰ ਨਿਸ਼ਚੈ ਕਰਕੇ ਜਾਣ ਲਓ ਕਿ ਜਿਹੜਾ ਹੰਕਾਰ ਦੇ ਨਸ਼ੇ ਵਿੱਚ ਜ਼ਿੰਦਗੀ ਜਿਉਣੀ ਹੈ ਨਾ, ਮਹਾਰਾਜ ਕਹਿੰਦੇ ਅੱਗੇ ਪਰਲੋਕ ਰਸਤੇ ਫਿਰ ਬੜੇ ਭੀੜੇ ਜਿਹੜੇ ਆ ਨਾ ਗਲੀ ਉੱਥੋਂ ਜਾਣਾ ਪੈਂਦਾ। ਖੰਡੇ ਧਾਰ ਗਲੀ ਅਤ ਭੀੜੀ, ਲੇਖਾ ਲੀਜਿਆ ਤਿਲ ਜਿਉ ਪੀੜੀ। ਜਿੱਦਾਂ ਤਿਲਾਂ ਨੂੰ ਪੀੜ ਕਰਕੇ ਕੋਲੂ ਥਾਣੀ ਕੱਢੀਦਾ ਹੈ ਨਾ, ਇਦਾਂ ਸਾਧ ਸੰਗਤ ਜੀ ਅੱਗੋਂ ਫਿਰ ਖੰਡੇ ਦੀ ਧਾਰ ਦੇ ਨਾਲੋਂ ਤਿੱਖਾ ਰਸਤਾ ਹੈ, ਤੇ ਕੋਲੂ ਦੀ ਤਰ੍ਹਾਂ ਜਿਵੇਂ ਪੀੜਿਆ ਜਾਂਦਾ, ਇਦਾਂ ਜੀਵਾਂ ਨੂੰ ਪੀੜ ਪੀੜ ਕਰਕੇ ਵਿੱਚੋਂ ਕੱਢਿਆ ਜਾਂਦਾ। ਇੱਥੇ ਤਾਂ ਬੜਾ ਚੌੜਾ ਹੋ ਕੇ ਬਹਿੰਦਾ ਹੈ, ਬੜਾ ਹੰਕਾਰ ਕਰਦਾ ਹੈ ਕਿ ਮੇਰੇ ਵਰਗਾ ਕੌਣ ਹੈ ਸੰਸਾਰ ਦੇ ਅੰਦਰ। ਪਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਅੱਗੇ ਜਦੋਂ ਜਾਣਾ ਪਿਆ ਨਾ ਜਮ ਰਸਤੇ ਪਰਲੋਕ ਰਸਤਾ ਤੈਅ ਕਰਨਾ, ਫਿਰ ਬੜਾ ਔਖਾ ਹੋਣਾ ਪੈਂਦਾ। ਜਮ ਬੜੀਆਂ ਬੜੀਆਂ ਭੈੜੀਆਂ ਸੁਝਾਵਾਂ ਦਿੰਦੇ ਆ, ਤੇ ਇਸ ਕਰਕੇ ਹੰਕਾਰ ਨਾ ਕਰਿਆ ਕਰ, ਐਵੇਂ ਹੰਕਾਰ ਦੀਆਂ ਡੀਂਗਾਂ ਮਾਰਦਾ ਰਹਿੰਦਾ ਹੈ। ਨੰਗਾ ਦੋਜਕ ਚਾਲਿਆ, ਸਤਿਗੁਰੂ ਜੀ ਕਹਿੰਦੇ ਜਿਹੜਾ ਪਾਪ ਕਰਮ ਕਰਨ ਵਾਲਾ, ਪਖੰਡੀ ਔਰ ਛਲ ਕਰਨ ਵਾਲਾ ਇਹ ਸੰਸਾਰ ਦੇ ਅੰਦਰ ਛਲੀਆ ਜੀਵ ਹੈ ਨਾ, ਨੰਗਾ ਹੀ ਫਿਰ ਦੋਜਕ ਨਰਕਾਂ ਨੂੰ ਚਲਿਆ ਜਾਂਦਾ, ਨਰਕਾਂ ਦੇ ਵੱਲ ਨੂੰ ਤੁਰਿਆ ਜਾ ਰਿਹਾ ਹੈ। ਇਹ ਦੇਖੋ ਸੰਸਾਰ ਦਾ ਜੀਵ ਜਿਵੇਂ ਆਇਆ ਸੀ ਨਾ ਨੰਗਾ ਹੀ, ਉਦਾਂ ਹੀ ਸੰਸਾਰ ਤੋਂ ਜਾ ਰਿਹਾ ਹੈ। ਜਬ ਤੇ ਹੋਈ ਲਾਮੀ ਧਾਈ, ਚੱਲੇ ਨਾਹੀਂ ਇੱਕ ਪੈਰੇ। ਇੱਕ ਕਦਮ ਵੀ ਕੋਈ ਧਨ ਪਦਾਰਥ, ਕਿੰਨੇ ਕਿੰਨੇ ਸਾਧ ਸੰਗਤ ਜੀ ਅਲਮਾਰੀਆਂ ਕੱਪੜਿਆਂ ਦੇ ਨਾਲ ਭਰੀਆਂ ਹੁੰਦੀਆਂ, ਕਿੰਨੇ ਕਿੰਨੇ ਪੇਟੀਆਂ, ਕਿੰਨਾ ਕਿੰਨਾ ਕੱਪੜ ਇਕੱਠਾ ਕੀਤਾ ਹੁੰਦਾ, ਸਭ ਕੁਝ ਹੀ ਮਹਾਰਾਜ ਕਹਿੰਦੇ ਇੱਥੇ ਰਹਿ ਜਾਂਦਾ। ਨੰਗਾ ਦੋਜਕ ਚਾਲਿਆ, ਤੇ ਜਦੋਂ ਇਹ ਜੀਵ ਸੰਸਾਰ ਦੇ ਵਿੱਚ ਪਾਪ ਕਰਮ ਕਰਦਾ ਹੋਇਆ ਨੰਗਾ ਹੀ ਸੰਸਾਰ ਤੋਂ ਤੁਰਦਾ, ਦੋਜਕ ਨਰਕਾਂ ਦੀ ਅੱਗ ਵੱਲ ਜਾ ਰਿਹਾ ਹੁੰਦਾ ਹੈ। ਸਾਧਸੈ ਖਰਾ ਡਰਾਵਣਾ, ਮਹਾਰਾਜ ਕਹਿੰਦੇ ਫਿਰ ਜਦੋਂ ਦਿਸਦਾ ਤੇ ਬੜਾ ਡਰਾਉਣਾ, ਬੜਾ ਭੈਆਨਕ, ਬੜਾ ਭਿਆਨਕ ਹੋਇਆ, ਬੜਾ ਡਰਾਉਣਾ ਜਿਹਾ ਨਜ਼ਰ ਆਉਂਦਾ ਹੈ। ਉੱਥੇ ਕੋਈ ਸੋਹਣਾ ਥੋੜਾ ਲੱਗ ਰਿਹਾ ਹੁੰਦਾ ਹੈ। ਪਰ ਔਗਣ ਪਛੋਤਾਵਣਾ, ਪਰ ਹਜੂਰ ਕਹਿੰਦੇ ਇਹ ਔਗਣ ਕਰਕੇ ਤੇ ਬਾਅਦ ਦੇ ਵਿੱਚ ਪਛਤਾਤਾਪ ਕਰਦਾ। ਜਦੋਂ ਨਰਕਾਂ ਦੇ ਵੱਲ ਲੈ ਕੇ ਜਮ ਕੁੱਟਦੇ ਹੋਏ ਲੈ ਕੇ ਜਾ ਰਹੇ ਹੁੰਦੇ ਆ, ਫਿਰ ਭੁੱਬਾਂ ਮਾਰ ਮਾਰ ਕੇ ਰੋਂਦਾ, ਫਿਰ ਬੜੇ ਤਰਲੇ ਲੈਂਦਾ, ਮਿੰਨਤਾਂ ਕਰਦਾ ਕਿ ਮੈਨੂੰ ਛੱਡ ਦਿਓ, ਥੋੜਾ ਸਮਾਂ ਮੋਹਲਤ ਦੇ ਦੇਵੋ, ਮੈਂ ਭਜਨ ਬੰਦਗੀ ਕਰ ਲਵਾਂਗਾ, ਸੇਵਾ ਸਿਮਰਨ ਕਰ ਲਵਾਂਗਾ, ਨਿਤਨੇਮ ਵੀ ਕਰਿਆ ਕਰਾਂਗਾ, ਗੁਰੂ ਵਾਲਾ ਵੀ ਬਣ ਜਾਵਾਂਗਾ। ਪਰ ਉਹ ਕਿੱਥੋਂ ਛੱਡਦੇ ਆ। ਫਿਰ ਨਹੀਂ ਸਾਧ ਸੰਗਤ ਜੀ ਕਿਸੇ ਦੀ ਸੁਣਵਾਈ ਹੁੰਦੀ, ਫਿਰ ਨਾ ਤਾਂ ਕਿਸੇ ਦੀ ਉੱਥੇ ਚੌਧਰਤਾ ਚੱਲਦੀ ਹੈ, ਨਾ ਕਿਸੇ ਦਾ ਕੋਈ ਹੰਕਾਰ ਦਾ, ਕੋਈ ਸੰਸਾਰ ਦਾ ਜ਼ੋਰ ਚੱਲਦਾ। ਮਹਾਰਾਜ ਕਹਿੰਦੇ ਉੱਥੇ ਤਾਂ ਫਿਰ ਪਛਤਾਉਣਾ ਪੈਂਦਾ, ਕਰ ਔਗਣ ਪਛੋਤਾਵਣਾ। ਇਹ ਮਨੁੱਖ ਫਿਰ ਪਛਤਾਤਾਪ ਹੀ ਕਰਦਾ ਰਹਿੰਦਾ, ਕੇਵਲ ਹੱਥ ਹੀ ਮਲਦਾ ਰਹਿ ਜਾਂਦਾ। ਬਾਅਦ ਵਿੱਚ ਪਹਿਲਾਂ ਜ਼ਿੰਦਗੀ ਪਰ ਪਾਪ ਕਰਮ ਕਰਦਾ ਰਹਿੰਦਾ, ਨਖੇਧੀਆਂ ਕਰਦਾ ਰਹਿੰਦਾ, ਸੰਸਾਰ ਦੇ ਅੰਦਰ ਝੂਠ ਬੋਲਦਾ ਰਹਿੰਦਾ, ਤੇ ਬਾਅਦ ਵਿੱਚ ਪਛਤਾਤਾਪ ਹੀ ਕਰਦਾ ਹੈ। ਪਰ ਸਮਾਂ ਲੱਗ ਜਾਂਦਾ, ਫਿਰ ਹੱਥ ਨਹੀਂ ਆਉਂਦਾ। ਇਸ ਲਈ ਸਾਧ ਸੰਗਤ ਜੀ
ਸਾਨੂੰ ਗੁਰੂ ਵਾਲੇ ਬਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ। ਬੇਨਤੀ ਹੈ ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਨਾ ਛਕਿਆ, ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਣ ਦੇ ਵਾਸਤੇ, ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਕਿੰਨੀ ਕਿੰਨੀ ਦੂਰੋਂ ਅਸੀਂ ਚੱਲ ਕੇ ਆਏ ਆ। ਤੇ ਲਾਭ ਤਾਂ ਹੀ ਹੈ ਨਾ, ਖੁਸ਼ੀਆਂ ਤਾਂ ਹੀ ਮਿਲਣਗੀਆਂ ਨਾ ਜੇ ਮਹਾਰਾਜ ਜੀ ਦਾ ਬਚਨ ਮੰਨਾਂਗੇ। ਤੇ ਸਤਿਗੁਰੂ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦਾ ਬਚਨ ਕੀ ਹੈ? ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਰੇ ਪੜ੍ਹ ਰਹੇ ਆ ਨਾ, ਸਾਨੂੰ ਯਾਦ ਵੀ ਹੈ, ਪਰ ਕਿੰਨਾ ਕੁ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਂ ਗੁਰੂ ਮੰਨਦੇ ਆ ਇਹ ਸਾਨੂੰ ਪਤਾ ਹੈ। ਕਿੰਨਾ ਕੁ ਵਿਸ਼ਵਾਸ ਸਤਿਗੁਰੂ ਜੀ ਉੱਪਰ ਹੈ ਸਾਡਾ, ਭਰੋਸਾ ਤੇ ਸਾਡਾ ਹੋਰ ਦਰ ਦਰ ਤੇ ਵੱਜਾ ਹੋਇਆ, ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ ਠੋਕਰਾਂ ਖਾਂਦੇ ਨੱਕ ਰਗੜਦੇ ਰਹਿੰਦੇ ਆ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਦੀ ਖੁਸ਼ੀਆਂ ਤਾਂ ਨਹੀਂ ਨਾ ਅਸੀਂ ਪਾ ਸਕਦੇ। ਇਸ ਲਈ ਬੇਨਤੀ ਹੈ ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰਕੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗ ਕੇ ਜੀਵਨ ਸਫਲਾ ਬਣਾਓ ਜੀ। ਇਹ ਬੇਨਤੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲਾ। ਹੁਕਮ ਕੀਏ ਮਨ ਭਾਵਦੇ, ਰਾਹੇ ਭੀੜ ਅੱਗੇ ਜਾਵਣਾ। ਨੰਗਾ ਦੋਜਕ ਚਾਲਿਆ, ਤਾ ਦਿਸੈ ਖਰਾ ਡਰਾਵਣਾ। ਕਰ ਔਗਣ ਪਛਤਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।